जी। धन धन सतगुरु तेरा ही आसरा। धन धन सतगुरु तेरा ही आसरा। मालिक दी प्यारी साध संगत जी, मैं सैम इंसा ब्लॉक मोहाली तो ਅੱਜ ਹਾਜ਼ਰ ਹਾਂ ਤੁਹਾਡੇ ਵਿੱਚ ਫੇਥ ਵਰਸਸ ਵਰਡਿਕ ਟੀਮ ਦਾ ਸਪੈਸ਼ਲ ਲਾਈਵ ਪ੍ਰੋਗਰਾਮ ਲੈ ਕੇ, ਜੋ ਕਿ MSG ਸੱਚ ਕਾ ਤੂਫਾਨ ਪੇਜ ਤੋਂ ਤੁਹਾਡੇ ਵਿੱਚ ਲਾਈਵ ਚਲਾਇਆ ਜਾਏਗਾ। ਔਰ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ, ਸਾਰੀ ਸਾਧ ਸੰਗਤ ਦਾ। ਔਰ ਮੇਰੀ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਅਗਰ ਤੁਹਾਨੂੰ ਮੇਰੀ ਆਵਾਜ਼ ਬਿਲਕੁਲ ਠੀਕ ਸੁਣਾਈ ਦੇ ਰਹੀ ਹੈ ਤਾਂ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਕਿ ਮੇਰੀ ਆਵਾਜ਼ ਤੁਹਾਨੂੰ ਬਿਲਕੁਲ ਠੀਕ ਸੁਣਾਈ ਦੇ ਰਹੀ ਹੈ ਜੀ, ਤਾਂ ਕਿ ਫਿਰ ਆਪਾਂ ਅੱਗੇ ਪ੍ਰੋਸੀਡ ਕਰੀਏ। ਅੱਜ ਦਾ ਜੋ ਲਾਈਵ ਪ੍ਰੋਗਰਾਮ ਹੈ ਸਪੈਸ਼ਲ, ਬਹੁਤ ਹੀ ਸਪੈਸ਼ਲ ਪ੍ਰੋਗਰਾਮ ਰਹੇਗਾ, ਜਿਹਦੇ ਵਿੱਚ ਆਪਾਂ ਦੋ ਤਿੰਨ ਮੁੱਦਿਆਂ 'ਤੇ ਅੱਜ ਡਿਸਕਸ ਕਰਾਂਗੇ। ਪੰਜਾਬੀ ਦੇ ਵਿੱਚ ਰਹੇਗਾ ਅੱਜ ਦਾ ਲਾਈਵ। ਅਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਇੱਕ ਵਾਰੀ ਕਮੈਂਟ ਕਰ ਦਿਓ ਪਲੀਜ਼ ਕਿ ਕੀ ਤੁਹਾਨੂੰ ਮੇਰੀ ਆਵਾਜ਼ ਬਿਲਕੁਲ ਠੀਕ ਸੁਣਾਈ ਦੇ ਰਹੀ ਹੈ। ਇੱਕ ਵਾਰੀ ਕਮੈਂਟ ਕਰਕੇ। ਠੀਕ ਹੈ ਜੀ। ਮੈਨੂੰ ਮਨੋਜ ਪਤਲਾਨ ਇਨਸਾਨ ਜੀ ਦਾ, RD ਸਿੰਘ ਜੀ ਦਾ ਮੈਸੇਜ ਆ ਗਿਆ ਹੈ ਕਿ ਆਵਾਜ਼ ਬਿਲਕੁਲ ਠੀਕ ਹੈ ਜੀ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਅੱਜ ਦੇ ਸਪੈਸ਼ਲ ਲਾਈਵ ਪ੍ਰੋਗਰਾਮ ਦੇ ਵਿੱਚ। ਇੱਕ ਹੋਰ ਬੇਨਤੀ ਮੈਂ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹਾਂਗਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕੁਝ ਸਪੈਸ਼ਲ ਹੋਣ ਵਾਲਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਸ਼ੇਅਰ ਕਰ ਦਿਓ, ਸਾਰੇ ਇਸ ਲਾਈਵ ਪ੍ਰੋਗਰਾਮ ਨੂੰ ਦੱਬ ਕੇ ਇੱਕ ਵਾਰੀ ਸ਼ੇਅਰ ਕਰ ਦਿਓ, ਤਾਂ ਕਿ ਹਰ ਜਨ ਤੱਕ, ਮੈਕਸੀਮਮ ਲੋਕਾਂ ਤੱਕ ਇਹ ਲਾਈਵ ਸਾਡਾ ਜਿਹੜਾ ਹੈਗਾ ਅੱਜ ਦਾ ਇਹ ਪਹੁੰਚ ਪਾਏ। ਔਰ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜੋ ਮੇਰੇ ਦੂਸਰੇ ਸਾਥੀ ਨੇ, ਜੋ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ, ਉਹ ਤਰਸੇਮ ਇਨਸਾਂ ਜੀ, ਜੋ ਕਿ ਬੁਢਲਾਡਾ ਤੋਂ ਨੇ। ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ, ਜੋ ਅੱਜ ਮੇਰੇ ਨਾਲ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਡਿਸਕਸ਼ਨ ਕਰਨਗੇ। ਮੈਂ ਅੱਜ ਦੇ ਪ੍ਰੋਗਰਾਮ ਦਾ ਹੋਸਟ ਰਹਾਂਗਾ। ਸਾਧ ਸੰਗਤ ਜੀ, ਹੁਣੇ ਚੋਣਾਂ ਹੋ ਕੇ ਹਟੀਆਂ ਨੇ। ਪੰਜਾਬ ਦੇ ਵਿੱਚ ਇਲੈਕਸ਼ਨ ਸੀ 20 ਤਰੀਕ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਔਰ ਇਸ ਇਲੈਕਸ਼ਨ, ਜਦੋਂ ਵੀ ਕੋਈ ਇਲੈਕਸ਼ਨ ਹੁੰਦਾ ਤਾਂ ਡੇਰਾ ਸੱਚਾ ਸੌਦਾ ਦੀ ਜਿਹੜੀ ਸੰਗਤ ਹੈ, ਇਹਦਾ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਮੰਨਿਆ ਜਾਂਦਾ ਹੈ। ਪੰਜਾਬ ਦੀ ਜੋ ਮਾਲਵਾ ਬੈਲਟ ਹੈ, ਇੱਧਰ ਬਹੁਤ ਜ਼ਿਆਦਾ ਵੱਡਾ ਇੰਪੈਕਟ ਹੈ ਡੇਰਾ ਸੱਚਾ ਸੌਦਾ ਦਾ, ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦਾ। ਔਰ ਸਾਧ ਸੰਗਤ ਦਾ ਇੰਪੈਕਟ ਹੈ। ਔਰ ਜੋ ਸਾਧ ਸੰਗਤ ਨੂੰ ਕੰਟਰੋਲ ਕਰਨ ਵਾਲਾ ਜੋ ਇਲੈਕਸ਼ਨ ਦੇ ਮਾਮਲੇ 'ਚ ਪੋਲੀਟੀਕਲ ਜੋ ਮਾਮਲੇ ਨੇ, ਇਹਨਾਂ ਦੇ ਮਾਮਲੇ ਵਿੱਚ ਜੋ ਸਾਧ ਸੰਗਤ ਨੂੰ ਕੰਟਰੋਲ ਕਰਦਾ ਹੈ, ਉਹ ਡੇਰਾ ਸੱਚਾ ਸੌਦਾ ਦਾ ਇੱਕ ਰਾਜਨੀਤਿਕ ਵਿੰਗ ਹੈ। ਉਸ ਰਾਜਨੀਤਿਕ ਵਿੰਗ ਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ। ਜੋ ਆਪਣੀ ਸਟਾਰਟਿੰਗ ਹੋਏਗੀ ਉਹ ਰਾਜਨੀਤਿਕ ਵਿੰਗ ਤੋਂ ਹੋਏਗੀ। ਤਕਰੀਬਨ 40 ਦੇ ਆਸ-ਪਾਸ ਲੋਕ ਸਾਡੇ ਨਾਲ ਜੁੜ ਚੁੱਕੇ ਨੇ। ਥੋੜ੍ਹਾ ਜਿਹਾ ਇੱਕ ਵਾਰੀ ਪ੍ਰੋਗਰਾਮ ਆਪਣਾ ਸ਼ੇਅਰ ਹੋ ਜਾਏ, ਲਾਈਵ ਸ਼ੇਅਰ ਹੋ ਜਾਏ। ਫਿਰ ਮੈਂ ਤਰਸੇਮ ਜੀ ਨੂੰ, ਅਗਰ ਮੇਰੀ ਗੱਲ ਸੁਣ ਰਹੇ ਨੇ, ਤਰਸੇਮ ਜੀ ਅਗਰ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਤਾਂ ਤੁਸੀਂ ਮੈਨੂੰ ਕੈਮਰਾ ਭੇਜੋ ਜੀ ਪਲੀਜ਼, ਤਾਂ ਕਿ ਮੈਂ ਤੁਹਾਨੂੰ ਚੱਲਦੇ ਪ੍ਰੋਗਰਾਮ 'ਚ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਜੋੜ ਪਾਵਾਂ। ਤਰਸੇਮ ਇਨਸਾਂ ਜੀ, ਜੋ ਕਿ ਬੁਢਲਾਡਾ ਤੋਂ ਨੇ, ਅਗਰ ਮੈਨੂੰ ਸੁਣ ਪਾ ਰਹੇ ਨੇ ਤਾਂ ਉਹ ਮੈਨੂੰ ਸਕਰੀਨ ਭੇਜਣ ਜੀ, ਕੈਮਰਾ ਭੇਜਣ, ਤਾਂ ਕਿ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੋੜ ਪਾਵਾਂ ਜੀ। ਆਪਾਂ ਵੈਸੇ ਡਿਸਕਸ਼ਨ ਕਰਦੇ ਹਾਂ ਸਾਧ ਸੰਗਤ ਜੀ, ਜੋ ਰਾਜਨੀਤਿਕ ਵਿੰਗ ਹੈ ਇਹ ਹੋਂਦ ਦੇ ਵਿੱਚ ਕਿੱਦਾਂ ਆਇਆ। ਡੇਰਾ ਸੱਚਾ ਸੌਦਾ ਦਾ ਰਾਜਨੀਤਿਕ ਵਿੰਗ ਡੇਰਾ ਸੱਚਾ ਸੌਦਾ ਦੀ ਸਾਖ ਵਾਸਤੇ, ਸਾਡੇ ਪੂਜਨੀਕ ਗੁਰੂ ਜੀ ਵਾਸਤੇ, ਸਾਡੇ ਸਾਧ ਸੰਗਤ ਦੀ ਸਾਖ ਵਾਸਤੇ ਬਹੁਤ ਹੀ ਮਤਲਬ ਘਾਤਕ ਸਾਬਿਤ ਹੋਇਆ ਹੈ। ਕਿਉਂਕਿ ਜਦੋਂ ਇਹ ਰਾਜਨੀਤਿਕ ਵਿੰਗ ਬਣਿਆ ਸੀ, ਜਿਵੇਂ ਸਾਰੀ ਸਾਧ ਸੰਗਤ ਜਾਣਦੀ ਹੈ, ਤਾਂ ਸਾਡੇ ਜਿਹੜੇ ਪੂਜਨੀਕ ਗੁਰੂ ਜੀ ਨੇ, ਸਾਡੇ ਪੂਜਨੀਕ ਗੁਰੂ ਜੀ ਨੇ, ਇਹਨਾਂ ਨੇ ਪਹਿਲੇ ਹੀ ਵਚਨ ਕਰਤੇ ਸੀ। ਜਦੋਂ ਰਾਜਨੀਤਿਕ ਵਿੰਗ ਨੇ ਆਪਣੇ ਕੋਲੋਂ ਮਨ ਘੜਤ ਗੱਲਾਂ ਬਣਾ ਕੇ ਪੂਜਨੀਕ ਗੁਰੂ ਜੀ ਨੂੰ ਕਹੀਆਂ, ਕਿ ਸਾਡੇ ਕੋਲ ਬੋਰੇ ਭਰ ਕੇ ਚਿੱਠੀਆਂ ਦੇ ਆਏ ਨੇ ਕਿ ਸਾਰੀ ਸਾਧ ਸੰਗਤ ਚਾਹੁੰਦੀ ਹੈ ਕਿ ਰਾਜਨੀਤਿਕ ਇੱਕ ਵਿੰਗ ਬਣਾਇਆ ਜਾਵੇ ਜੀ। ਤਰਸੇਮ ਜੀ ਨੂੰ ਮੈਂ ਜੋੜ ਲਵਾਂ ਜੀ, ਫਿਰ ਮੈਂ ਆਪਣੀ ਜੋ ਗੱਲ ਅੱਗੇ ਵਧਾਊਂਗਾ ਜੀ। ਮੈਂ ਉਹਨਾਂ ਨੂੰ ਜੋੜਨ ਜਾ ਰਿਹਾ ਜੀ। ਕਰ ਰਹੇ ਜੋੜਨ ਦੀ, ਮੈਨੂੰ ਉਮੀਦ ਹੈ ਕਿ ਜਲਦੀ ਜੁੜ ਜਾਣਗੇ। ਤਾਂ ਸਾਧ ਸੰਗਤ ਜੀ, ਮੈਂ ਗੱਲ ਕਰ ਰਿਹਾ ਸੀਗਾ ਜੀ। ਤਰਸੇਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ। ਅਗਰ ਤੁਸੀਂ ਮੇਰੀ ਆਵਾਜ਼ ਸਹੀ ਸੁਣ ਪਾ ਰਹੇ ਹੋ ਤਾਂ ਇੱਕ ਨਾਰਾ ਲਗਾ ਦਿਓ, ਸਾਰੀ ਸਾਧ ਸੰਗਤ ਨੂੰ ਨਾਰਾ ਲਗਾ ਦਿਓ। ਤਰਸੇਮ ਜੀ। ਜੀ ਬਾਈ, ਧੰਨ ਧੰਨ ਸਤਿਗੁਰੂ ਤੇਰੀ ਆਸਰਾ। ਮੈਨੂੰ ਆਵਾਜ਼ ਤੁਹਾਡੀ ਠੀਕ ਆ ਰਹੀ ਆ? ਸਾਧ ਸੰਗਤ ਨੂੰ ਆਵਾਜ਼ ਮੇਰੀ ਠੀਕ ਆ ਰਹੀ ਹੈ ਤਾਂ ਜ਼ਰੂਰ ਦੱਸੋ ਜੀ। ਬਾਈ ਜੀ, ਜੋ ਅੱਜ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ, ਵੈਸੇ 3-4 ਮੁੱਦੇ ਨੇ ਆਪਣੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਕੋਲੇ, ਜਿਹਦੇ ਵਿੱਚ ਅੱਜ ਇਸ ਪ੍ਰੋਗਰਾਮ ਦਾ ਹੋਸਟ ਮੈਂ ਹੀ ਬਣਿਆ। ਮੈਂ ਸਾਧ ਸੰਗਤ ਨੂੰ ਪਹਿਲਾਂ ਦੱਸ ਚੁੱਕਿਆ। ਮੈਂ ਡਿਸਕਸ ਕਰ ਰਿਹਾ ਸੀ
ਤੁਹਾਨੂੰ ਜਦੋਂ ਜੀ ਜੋੜਨ ਤੋਂ ਪਹਿਲਾਂ ਕਿ ਜਦੋਂ ਰਾਜਨੀਤਿਕ ਵਿੰਗ ਦੇ ਬਾਰੇ, ਸਾਡੇ ਰਾਜਨੀਤਿਕ ਵਿੰਗ ਜਦੋਂ ਹੋਂਦ ਦੇ ਵਿੱਚ ਆਇਆ, ਜਦੋਂ ਪੂਜਨੀ ਗੁਰੂ ਜੀ ਕੋਲੇ ਇਹਦੀ ਇਜਾਜ਼ਤ ਲੈਣ ਵਾਸਤੇ ਸਾਡੇ ਡੇਰੇ ਦੇ ਜ਼ਿੰਮੇਵਾਰ ਗਏ, ਇਹ ਦੱਸਿਆ ਜਾਂਦਾ ਕਿ ਪਹਿਲਾਂ ਜਦੋਂ ਜੋ ਪੋਲੀਟੀਕਲ ਜੋ ਵੱਡੇ ਵੱਡੇ ਲੋਕ ਸੀਗੇ, ਉਹਨਾਂ ਨੂੰ ਪਹਿਲਾਂ ਖੱਟਾ ਸਿੰਘ ਸੰਭਾਲਦਾ ਸੀਗਾ ਡੇਰੇ ਵਿੱਚ। ਜਦੋਂ ਖੱਟਾ ਸਿੰਘ ਹੁੰਦਾ ਸੀਗਾ, ਜਦੋਂ ਖੱਟਾ ਸਿੰਘ ਨੇ ਗੱਦਾਰੀ ਕੀਤੀ, ਆਪਣਾ ਚਿਹਰਾ ਸਾਹਮਣੇ ਵਿੱਚ ਆ ਗਿਆ, ਜਦੋਂ ਪੂਜਨੀ ਗੁਰੂ ਜੀ ਦੇ ਖਿਲਾਫ ਖੱਟਾ ਸਿੰਘ ਮਤਲਬ ਜਦੋਂ ਪੂਜਨੀ ਗੁਰੂ ਜੀ ਦੇ ਖਿਲਾਫ ਖੱਟਾ ਸਿੰਘ ਖੜਾ ਹੋ ਗਿਆ ਆ ਕੇ, ਤਾਂ ਆਬਵੀਅਸਲੀ ਉਹਨੂੰ ਡੇਰਾ ਛੱਡ ਕੇ ਜਾਣਾ ਪੈਣਾ ਸੀ। ਜਦੋਂ ਡੇਰਾ ਛੱਡ ਕੇ ਚਲਾ ਗਿਆ, ਉਸ ਤੋਂ ਬਾਅਦ ਫਿਰ ਸਭ ਦੇ ਵਿੱਚ ਇਹ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਸਾਡੇ ਜ਼ਿੰਮੇਵਾਰਾਂ ਦੇ ਵਿੱਚ ਕਿ ਪੋਲੀਟੀਕਲ ਸਾਖ ਅਸੀਂ ਆਪਣੀ ਕਿਵੇਂ ਬਣਾਈਏ, ਕਿਉਂਕਿ ਪੋਲਿਟਿਕਸ ਇਦਾਂ ਦੀ ਚੀਜ਼ ਹੈ ਕਿ ਹਰ ਬੰਦਾ ਇਹਦੇ ਵਿੱਚ ਇਨਵੋਲਵ ਹੋ ਕੇ ਆਪਣੇ ਜੋ ਮਹੱਤਵਕਾਂਖਸ਼ਾਵਾਂ ਨੇ, ਜੋ ਆਪਣੇ ਸਵਾਰਥ ਨੇ, ਉਹਨਾਂ ਨੂੰ ਸਿੱਧ ਕਰਨਾ ਚਾਹੁੰਦਾ ਹੈ। ਤਾਂ ਇਹਨਾਂ ਨੇ ਇਹ ਚੀਜ਼ ਡਿਸਾਈਡ ਕੀਤੀ ਕਿ ਚਲੋ ਠੀਕ ਹੈ ਕਿ ਆਪਾਂ ਰਾਜਨੀਤਿਕ ਵਿੰਗ ਇੱਕ ਬਣਾ ਲੈਣੇ ਆ। ਜਦੋਂ ਪੂਜਨੀ ਗੁਰੂ ਜੀ ਕੋਲੇ ਇਹ ਪੇਸ਼ ਹੋਏ, ਤੇਰਾਵਾਸ ਜੋ ਸੁਲਾਵਤਪੁਰੇ ਦਾ ਤੇਰਾਵਾਸ ਸੀਗਾ, ਉੱਥੇ ਮੀਟਿੰਗ ਰੱਖੀ ਗਈ, ਤਾਂ ਇਹਨਾਂ ਨੇ ਇੱਕ ਬਹੁਤ ਵੱਡਾ ਝੂਠ ਪਰੋਸਿਆ ਗੁਰੂ ਜੀ ਦੇ ਸਾਹਮਣੇ, ਜੋ ਕਿ ਆਮ ਤੌਰ ਤੇ ਜਗਜੀਤ ਸਿੰਘ ਸਟੇਜ ਤੋਂ ਵੀ ਬੜੀ ਵਾਰ ਸੰਗਤ ਦਾ ਨਾਮ ਲੈ ਕੇ ਬੜੀਆਂ ਗੱਲਾਂ ਸਾਡੇ ਗੁਰੂ ਜੀ ਨੂੰ ਮਨਵਾਉਣ ਦੀ ਕੋਸ਼ਿਸ਼ ਆਮ ਤੌਰ ਤੇ ਕਰਦਾ ਹੀ ਰਿਹਾ। ਤਾਂ ਉਹਨੇ ਵੀ ਇਹ ਗੱਲ ਉੱਥੇ ਸੁਲਾਵਤਪੁਰਾ ਦੀ ਮੀਟਿੰਗ ਦੇ ਵਿੱਚ ਕਹੀ ਕਿ ਪਿਤਾ ਜੀ, ਸਾਡੇ ਕੋਲੇ ਸੰਗਤ ਦੀਆਂ ਮਤਲਬ ਚਿੱਠੀਆਂ ਭਰ ਭਰ ਕੇ ਥੈਲੇ ਆਏ ਨੇ ਕਿ ਅਸੀਂ ਰਾਜਨੀਤਿਕ ਵਿੰਗ ਬਣਾਉਣਾ ਚਾਹੁੰਦੇ ਹਾਂ, ਸਾਡੇ ਕੰਮ ਨਹੀਂ ਹੁੰਦੇ। ਇਦਾਂ ਦੀਆਂ ਇਹਨੇ ਗੱਲਾਂ ਕੀਤੀਆਂ। ਪੂਜਨੀ ਗੁਰੂ ਜੀ ਨੇ ਜਦੋਂ ਇਸ ਚੀਜ਼ ਦਾ ਜਵਾਬ ਦਿੱਤਾ ਕਿ ਸਾਨੂੰ ਲੋੜ ਨਹੀਂ ਹੈ ਰਾਜਨੀਤਿਕ ਵਿੰਗ ਦੀ, ਡੇਰਾ ਸੱਚਾ ਸੌਦਾ ਦਾ ਕਦੇ ਵੀ 1948 ਤੋਂ ਲੈ ਕੇ, ਜਦ ਤੋਂ ਡੇਰਾ ਸੱਚਾ ਸੌਦਾ ਬਣਿਆ ਉਦੋਂ ਤੋਂ ਲੈ ਕੇ ਅੱਜ ਤੱਕ ਡੇਰਾ ਸੱਚਾ ਸੌਦਾ ਦਾ ਨੋਟ ਜਾਂ ਵੋਟ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ। ਕਿ ਸਾਨੂੰ ਕੀ ਲੋੜ ਹੈ ਬਿਲਕੁਲ ਰਾਜਨੀਤਿਕ ਵਿੰਗ ਦੀ, ਸਾਡੇ ਕੰਮ ਤਾਂ ਸਤਿਗੁਰ ਕਰਦਾ ਆਇਆ, ਅੱਜ ਵੀ ਸਤਿਗੁਰ ਨੇ ਕਰਨੇ, ਅੱਗੇ ਵੀ ਸਾਡਾ ਸਤਿਗੁਰ ਹੀ ਕਰੇਗਾ। ਲੇਕਿਨ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਆਪਣੀਆਂ ਮਹੱਤਵਕਾਂਖਸ਼ਾਵਾਂ ਨੂੰ ਪੂਰਾ ਕਰਨ ਦਾ ਜ਼ੋਰ ਸੀ, ਇਹ ਆਪਣੇ ਸਵਾਰਥ ਸਿੱਧ ਕਰਨਾ ਚਾਹੁੰਦੇ ਸੀ, ਇਹਨਾਂ ਨੇ ਸਾਧ ਸੰਗਤ ਦਾ ਹਵਾਲਾ ਦਿੰਦੇ ਪੂਜਨੀ ਗੁਰੂ ਜੀ ਨੂੰ ਮਜਬੂਰ ਕੀਤਾ ਕਿ ਪੂਜਨੀ ਗੁਰੂ ਜੀ ਹਾਂ ਕਰ ਦੇਣ। ਚਲੋ, ਜੋ ਬਾਪ ਹੁੰਦਾ ਹੈ ਉਹ ਆਪਣੇ ਬੱਚੇ ਦੀ ਜ਼ਿੱਦ ਦੇ ਮੂਹਰੇ ਝੁਕ ਜਾਂਦਾ ਹੈ, ਜਦਕਿ ਉਹਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਦੀ ਇਹ ਜਿਹੜੀ ਜ਼ਿੱਦ ਹੈ ਇਹ ਅੱਗੇ ਜਾ ਕੇ ਸਾਨੂੰ ਨੁਕਸਾਨ ਦੇਗੀ। ਇਸ ਚੀਜ਼ ਨੂੰ ਸਿੱਧ ਕਰਦੇ ਹੋਏ ਤਰਸੇਮ ਜੀ ਪੂਜਨੀ ਗੁਰੂ ਜੀ ਨੇ ਇਹ ਵਚਨ ਵੀ ਕੀਤਾ ਸੀ ਕਿ ਬੇਟਾ, ਤੁਸੀਂ ਅੱਜ ਇਹ ਰਾਜਨੀਤਿਕ ਵਿੰਗ ਬਣਾਉਣ ਦੀ ਜ਼ਿੱਦ ਤਾਂ ਕਰ ਰਹੇ ਹੋ, ਕੱਲ ਨੂੰ ਇਸ ਰਾਜਨੀਤਿਕ ਵਿੰਗ ਦੀ ਜਿਹੜੀ ਗਾਜ ਹੈ ਉਹ ਸਾਡੇ ਤੇ ਹੀ ਗਿਰਨੀ ਹੈ। ਤਾਂ ਮੈਂ ਅੱਜ ਇਸ ਗੱਲ ਤੇ ਵਿਚਾਰ ਕਰ ਰਿਹਾ ਸੀ ਤਰਸੇਮ ਜੀ ਕਿ ਕਿੱਡੀ ਵੱਡੀ ਗੱਲ ਹੈ ਯਾਰ, ਜਦੋਂ ਤੁਹਾਡਾ ਗੁਰੂ ਜਿਹਨੂੰ ਅਸੀਂ ਰੱਬ ਮੰਨਦੇ ਹਾਂ, ਜਿਹਦਾ ਉਹ ਫਕੀਰ ਜਿਹਦੇ ਬਾਰੇ ਅਸੀਂ ਇਹ ਗੱਲਾਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਪੜ੍ਹਦੇ ਆ ਕਿ ਜੋ ਫਕੀਰ ਹੁੰਦਾ ਹੈ ਉਹਦਾ ਕਿਹਾ ਹੋਇਆ ਵਚਨ ਕਦੇ ਵੀ ਖਾਲੀ ਨਹੀਂ ਜਾਂਦਾ, ਉਹ ਸੱਚਾ ਫਕੀਰ, ਉਹ ਪੂਰਨ ਗੁਰੂ ਤੁਹਾਨੂੰ ਤੁਹਾਡੇ ਸਾਹਮਣੇ ਤੋਂ ਇੱਕ ਚੇਤਾਵਨੀ ਦੇ ਰਿਹਾ ਹੈ ਕਿ ਤੁਸੀਂ ਅਜੇ ਰਾਜਨੀਤਿਕ ਵਿੰਗ ਬਣਾਉਣ ਦੀ ਜ਼ਿੱਦ ਤਾਂ ਕਰ ਰਹੇ ਹੋ, ਲੇਕਿਨ ਇਹ ਗਾਜ ਕੱਲ ਨੂੰ ਸਾਡੇ ਤੇ ਗਿਰਨੀ ਹੈ। ਤੇ ਅਗਰ ਤੁਸੀਂ ਸੱਚੇ ਸਿੱਖ ਹੋ, ਅਗਰ ਜਗਜੀਤ ਵਰਗੇ ਜਿਹੜੇ ਅੱਜ ਰਾਜਨੀਤਿਕ ਵਿੰਗ ਦੇ ਮੈਂਬਰ ਨੇ, ਰਾਮ ਸਿੰਘ ਚੇਅਰਮੈਨ ਵਰਗੇ, ਅਗਰ ਵਾਕਈ ਪੂਜਨੀ ਗੁਰੂ ਜੀ ਦੇ ਸੱਚੇ ਸਿੱਖ ਸੀਗੇ, ਤਾਂ ਐਡਾ ਵੱਡਾ ਵਚਨ ਆਪਣੇ ਗੁਰੂ ਦੇ ਪਵਿੱਤਰ ਮੁਖਾਰਬਿੰਦ ਤੋਂ ਸੁਣ ਕੇ ਇਹਨਾਂ ਦੀ ਇਹ ਦੁਬਾਰਾ ਹਿੰਮਤ ਕਿੱਦਾਂ ਹੋਈ ਇਹ ਗੱਲ ਕਹਿਣ ਦੀ ਕਿ ਨਹੀਂ ਗੁਰੂ ਜੀ, ਅਸੀਂ ਰਾਜਨੀਤਿਕ ਵਿੰਗ ਬਣਾਉਣਾ ਚਾਹੁੰਦੇ ਹਾਂ। ਤਾਂ ਇਸ ਰਾਜਨੀਤਿਕ ਵਿੰਗ ਨੂੰ ਬਣਾ ਕੇ ਪੂਜਨੀ ਗੁਰੂ ਜੀ ਦੇ ਵਚਨਾਂ ਅਨੁਸਾਰ ਤਰਸੇਮ ਜੀ, ਸਾਡੇ ਸੱਚੇ ਰਹਿਬਰ ਨੇ, ਸਾਡੇ ਸਤਿਗੁਰ ਨੇ, ਸਾਡੇ ਭਗਵਾਨ ਨੇ, ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਤੇ ਡੇਰਾ ਸੱਚਾ ਸੌਦਾ ਐਜ਼ ਏ ਸੰਸਥਾ ਨੇ ਬਹੁਤ ਵੱਡਾ ਖਾਮਿਆਜਾ ਭੁਗਤਿਆ। ਸਾਡੇ ਡੇਰੇ ਸੱਚੇ ਸੌਦੇ ਦੀ ਜਿਹੜੀ ਸਾਖ ਹੈ, ਜੋ ਸਾਡੇ ਡੇਰੇ ਸੱਚੇ ਸੌਦੇ ਦੀ ਜੋ ਰਿਸਪੈਕਟ ਸੀ ਦੁਨੀਆ ਦੇ ਵਿੱਚ, ਉਹਦੇ ਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ। ਸਾਡੀ ਸਾਧ ਸੰਗਤ ਨੇ ਬਹੁਤ ਭੁਗਤਿਆ। ਸਾਡੇ ਪੂਜਨੀ ਗੁਰੂ ਜੀ ਅੱਜ ਤੱਕ ਰਾਜਨੀਤਿਕ ਵਿੰਗ ਬਣਾਉਣ ਦਾ ਖਾਮਿਆਜਾ, ਜੋ ਗਲਤੀ ਤਾਂ ਉਹਨਾਂ ਦੇ ਬੱਚਿਆਂ ਦੀ ਸੀਗੀ, ਉਹ ਬੱਚੇ ਜੋ ਆਪਣੇ ਸਵਾਰਥ ਸਿੱਧ ਕਰਨਾ ਚਾਹੁੰਦੇ ਸੀ, ਉਹਨਾਂ ਦੀ ਗਲਤੀ ਦਾ ਖਾਮਿਆਜਾ ਸਾਡੇ ਪੂਜਨੀ ਗੁਰੂ ਜੀ ਬਿਲਕੁਲ ਨਿਰਦੋਸ਼ ਹੁੰਦੇ ਹੋਏ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਔਰ ਉਹ ਭੁਗਤ ਰਹੇ ਨੇ ਖਾਮਿਆਜਾ। ਤਾਂ ਆਪਾਂ ਅੱਜ ਜੋ ਚਰਚਾ ਕਰ ਰਹੇ ਹਾਂ, ਕਿਉਂਕਿ ਮੈਂ ਕਹਿ ਰਿਹਾ ਸੀ ਕਿ ਪੰਜਾਬ ਦੀਆਂ ਚੋਣਾਂ ਹੁਣੇ ਜਾ ਕੇ ਹਟੀਆਂ ਨੇ, ਪੰਜਾਬ ਦੀਆਂ ਚੋਣਾਂ ਦੇ ਵਿੱਚ ਤਰਸੇਮ ਜੀ ਇਹ ਚੀਜ਼ਾਂ ਦੇਖਣ ਦੇ ਵਿੱਚ ਆਈਆਂ ਕਿ ਪੂਜਨੀ ਗੁਰੂ ਜੀ ਨੇ ਜੋ ਸ਼ਰਤਾਂ ਰਾਜਨੀਤਿਕ ਵਿੰਗ ਨੂੰ ਦਿੱਤੀਆਂ ਸੀ ਕਿ ਚਲੋ ਠੀਕ ਹੈ, ਤੁਸੀਂ ਰਾਜਨੀਤਿਕ ਵਿੰਗ ਬਣਾ ਤਾਂ ਰਹੇ ਹੋ, ਲੇਕਿਨ ਤੁਸੀਂ ਜਦੋਂ ਵੀ ਕੋਈ ਫੈਸਲਾ ਲੈਣਾ ਹੈ ਤਾਂ ਤੁਸੀਂ ਆਪ ਮੁਹਾਰੇ ਫੈਸਲਾ ਨਹੀਂ ਲੈਣਾ, ਤੁਸੀਂ ਡਿਸਕਸ ਕਰਨਾ, ਡਿਸਕਸ ਕਰਨ ਤੋਂ ਬਾਅਦ ਜੋ ਸਾਧ ਸੰਗਤ ਦਾ ਫੈਸਲਾ ਹੋਏਗਾ ਉਹੀ ਤੁਸੀਂ ਫੈਸਲਾ ਲੈਣਾ ਹੈ। ਲੇਕਿਨ ਤਰਸੇਮ ਜੀ ਇਹ ਚੀਜ਼ ਦੇਖਣ ਦੇ ਵਿੱਚ ਆਈ ਹੈ ਹਮੇਸ਼ਾ ਕਿ ਰਾਜਨੀਤਿਕ ਵਿੰਗ ਹੈ ਜਿਹੜਾ ਸਾਧ ਸੰਗਤ ਦਾ ਮਤਲਬ ਕਦੇ ਵਿਚਾਰ ਸੁਣਨੇ ਨਹੀਂ ਚਾਹੁੰਦਾ, ਕਦੇ ਸੁਣੇ ਨਹੀਂ, ਕਦੇ ਡਿਸਕਸ ਨਹੀਂ ਕਰਦਾ ਔਰ ਆਪਣਾ ਫੈਸਲਾ ਹਮੇਸ਼ਾ ਸਾਧ ਸੰਗਤ ਤੇ ਥੋਪਦਾ ਹੀ ਆਇਆ, ਜੋ ਇਸ ਵਾਰ ਦੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿਹਦੇ ਕਰਕੇ ਡੇਰਾ ਸੱਚਾ ਸੌਦਾ ਦੀ ਸਾਖ ਮੈਂ ਸਮਝਦਾ ਬਹੁਤ ਹੀ ਨੀਚੇ ਗਿਰੀ ਹੈ। ਤਾਂ ਮੈਂ
ਚਾਹੂੰਗਾ ਕਿ ਤਰਸੇਮ ਜੀ ਤੁਸੀਂ ਵੀ ਆਪਣਾ ਪੰਜਾਬ ਦੇ ਵਾਸੀ ਹੋ, ਔਰ ਜਿੰਨਾ ਕਿ ਮੈਂ ਸਮਝਦਾ ਕਿ ਤੁਹਾਡਾ ਜੋ ਨੌਲੇਜ ਹੈ, ਜੋ ਮਤਲਬ ਪੋਲਿਟਿਕਸ ਦੇ ਵਿੱਚ ਹੈਗੀ ਹੈ, ਉਹ ਕਾਫੀ ਅੱਛੀ ਹੈ, ਕਿਉਂਕਿ ਮੈਂ ਤੁਹਾਨੂੰ ਕਾਫੀ ਵਾਰੀ ਸੁਣਿਆ ਹੈ। ਤਾਂ ਮੈਂ ਜਾਣਨਾ ਚਾਹਣਾ ਕਿ ਇਸ ਪੂਰੀ ਪ੍ਰਕਿਰਿਆ ਨੂੰ, ਇਸ ਪੂਰੇ ਸਮੀਕਰਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੁਸੀਂ ਜਰਾ ਸਾਧ ਸੰਗਤ ਨੂੰ ਦੱਸਣ ਦੀ ਕੋਸ਼ਿਸ਼ ਕਰੋ ਜੀ। ਜੀ ਬਾਈ, ਧੰਨ ਧੰਨ ਸਤਿਗੁਰੂ ਤੇਰੀ ਸਾਧ ਸੰਗਤ ਜੀ ਵਿੱਚ ਸੈਮ ਜੀ ਇੱਕ ਦੋ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਆਵਾਜ਼ ਘੱਟ ਹੈ, ਕਿ ਆਪਾਂ ਪਤਾ ਕਰ ਲਈਏ ਵੀ ਜੇਕਰ ਆਵਾਜ਼ ਘੱਟ ਹੈ ਤੇ ਉਸ ਨੂੰ ਦੁਰਸਤ ਕਰ ਲਈਏ। ਮਾੜਾ ਚੈੱਕ ਕਰੋ, ਸੰਗਤ ਦੱਸ ਜੀ ਬਾਈ ਸਕਦੀ ਹੈ ਜੀ, ਵੀ ਮੈਂ ਕੋਸ਼ਿਸ਼ ਆਵਾਜ਼ ਕਰਦਾ ਜੀ। ਘੱਟ ਆ ਰਹੀ ਹੈ ਵੱਖਰੀ? ਜੀ ਬਾਈ ਜੀ, ਹਾਂਜੀ। ਤੁਸੀਂ ਇੱਕ ਵਾਰ ਸਾਧ ਸੰਗਤ ਜੀ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਅਗਰ ਤੁਹਾਨੂੰ ਆਵਾਜ਼ ਠੀਕ ਆ ਰਹੀ ਹੈ। ਇੱਕ ਵਾਰੀ ਕਮੈਂਟ ਕਰ ਦਿਓ ਜੀ, ਹੋ ਸਕਦਾ ਕਿਸੇ ਨੂੰ ਘੱਟ ਜਾ ਰਹੀ ਹੋਵੇ, ਬਟ ਸਾਡੇ ਕੋਲੋਂ ਜੋ ਵੋਲਿਊਮ ਦਾ ਆਪਸ਼ਨ ਹੈ ਉਹ ਬਿਲਕੁਲ ਫੁੱਲ ਤੇ ਹੈ। ਤਾਂ ਇੱਕ ਵਾਰੀ ਪਲੀਜ਼ ਤੁਸੀਂ ਕਮੈਂਟ ਕਰ ਦਿਓ ਕਿ ਆਵਾਜ਼ ਠੀਕ ਆ ਰਹੀ ਹੈ ਜੀ। ਜੀ ਤਰਸੇਮ ਜੀ ਤੁਸੀਂ ਕੰਟੀਨਿਊ ਰੱਖੋ, ਤੁਸੀਂ ਹਾਂਜੀ ਬਿਲਕੁਲ ਓਕੇ ਹੈ ਜੀ, ਆਵਾਜ਼ ਸਾਧ ਸੰਗਤ ਦੇ ਕਮੈਂਟ ਨੇ, ਤੁਸੀਂ ਕੰਟੀਨਿਊ ਕਰੋ। ਤੁਸੀਂ ਆਪਣਾ ਮਤਲਬ ਕਿ ਪੁਆਇੰਟ ਆਫ ਵਿਊ ਦੱਸੋ ਸੰਗਤ ਨੂੰ ਠੀਕ ਹੈ ਬਾਈ। ਕਿ ਜੀ। ਜੀ ਬਾਈ, ਸਾਧ ਸੰਗਤ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਭ ਨੂੰ, ਬਈ ਜਿਹਨੇ ਡੇਰੇ ਸੱਚੇ ਸੌਦੇ ਤੋਂ ਨਾਮ ਲਿਆ, ਚਾਹੇ ਉਹ ਸ਼ਹਿਨਸ਼ਾਹ ਮਸਤਾਨਾ ਜੀ ਦੇ ਵੇਲੇ ਦਾ ਹੋਵੇ, ਚਾਹੇ ਉਹ ਪਰਮਪਿਤਾ ਸ਼ਾਹ ਸਤਨਾਮ ਜੀ ਵੇਲੇ ਦਾ ਹੋਵੇ ਸਤਸੰਗੀ, ਤੇ ਚਾਹੇ ਹਜ਼ੂਰ ਪਿਤਾ ਜੀ ਤੋਂ ਨਾਮ ਲਿਆ ਹੋਵੇ, ਤੇ ਉਹਨਾਂ ਨੂੰ ਇਹ ਗੱਲ ਭਲੀ ਭਾਂਤ ਪਤਾ, ਜਿਹੜਾ ਵੀ ਮਤਲਬ ਸਤਸੰਗ 1948 ਤੋਂ ਲੈ ਲਓ, ਮਸਤਾਨਾ ਜੀ ਦਾ ਸਤਸੰਗ ਸੁਣਿਆ ਹੋਵੇ, ਚਾਹੇ ਕਿਸੇ ਨੇ ਪਰਮਪਿਤਾ ਜੀ ਦਾ ਸਤਸੰਗ ਸੁਣਿਆ ਹੋਵੇ, ਚਾਹੇ ਹਜ਼ੂਰ ਪਿਤਾ ਜੀ ਦਾ, ਤੇ ਉਹਨਾਂ ਸਤਸੰਗਾਂ ਵਿੱਚ ਹਮੇਸ਼ਾ ਗੁਰੂ ਜੀ ਇਹ ਗੱਲ ਕਹਿੰਦੇ ਰਹੇ ਵੀ ਭਾਈ ਸਾਡਾ ਡੇਰੇ ਸੱਚੇ ਸੌਦੇ ਦਾ ਨੋਟ ਵੋਟ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ ਹੈ, ਕੋਈ ਚੱਕਰ ਹੀ ਨਹੀਂ ਹੈਗਾ। ਤੇ ਦੂਜੀ ਗੱਲ, ਤੁਸੀਂ ਡੇਰੇ ਦਾ ਕੋਈ ਵੀ ਗ੍ਰੰਥ ਪੜ੍ਹੋ ਜਿਹਦੇ ਵਿੱਚ ਜਦੋਂ ਮੁੱਢਲੀ ਭੂਮਿਕਾ ਦੀ ਗੱਲ ਹੁੰਦੀ ਹੈ ਸੈਮ ਜੀ, ਤੇ ਮੁੱਢਲੀ ਭੂਮਿਕਾ ਦੇ ਵਿੱਚ ਜੀ ਵੀ ਇਹ ਗੱਲ ਵਿਸ਼ੇਸ਼ ਤੌਰ ਤੇ ਲਿਖੀ ਗਈ ਹੈ ਵੀ ਡੇਰੇ ਸੱਚੇ ਸੌਦੇ ਦੇ ਵਿੱਚ ਕੋਈ ਪੈਸੇ ਪਾਈ ਦਾ ਚੱਕਰ ਨਹੀਂ, ਕੋਈ ਧਰਮ ਪਰਿਵਰਤਨ ਨਹੀਂ ਹੈ, ਇਹ ਕੋਈ ਨਵਾਂ ਮਜ਼ਹਬ ਨਹੀਂ ਹੈ, ਨਵੀਂ ਲਹਿਰ ਨਹੀਂ ਹੈ, ਕੋਈ ਫਿਰਕਾ ਪ੍ਰਸਤੀ ਨਹੀਂ ਹੈ, ਤੇ ਨਾ ਹੀ ਇੱਥੇ ਕੋਈ ਰਾਜਨੀਤੀ ਨਾਲ ਸੰਬੰਧਿਤ ਮੰਨ ਲਓ ਕੋਈ ਗੱਲ ਹੁੰਦੀ ਹੈ। ਬਈ ਡੇਰਾ ਸੱਚਾ ਸੌਦਾ ਕਿਸੇ ਤਰ੍ਹਾਂ ਦੀ ਵੀ ਰਾਜਨੀਤੀ ਦੇ ਵਿੱਚ ਇੰਟਰਫੇਅਰ ਨਹੀਂ ਕਰਦਾ। ਹੁਣ ਜਿੱਦਾਂ ਤੁਸੀਂ ਗੱਲ ਜੀ ਸਟਾਰਟ ਕੀਤੀ ਵੀ ਸ਼ੁਰੂਆਤ ਦੇ ਵਿੱਚ ਜੋ ਖੱਟਾ ਸਿੰਘ ਸੀਗਾ ਜਾਂ ਇੱਕ ਦੋ ਬੰਦੇ ਹੋਰ ਸੀ ਡੇਰੇ ਦੇ ਵਿੱਚ, ਤੇ ਉਹ ਰਾਜਨੀਤਿਕ ਪਾਰਟੀਆਂ ਨਾਲ ਜਿੱਦਾਂ ਕਹਿ ਲਓ ਵੀ ਉਹ ਡੀਲ ਕਰਦੇ ਰਹੇ, ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਨਾਲ ਉਹ ਡੀਲ 'ਚ ਰਹੇ ਆ, ਤੇ ਹਰਿਆਣੇ ਦੇ ਵਿੱਚ ਚਟਾਲਿਆਂ ਨਾਲ ਵੀ ਉਹ ਡੀਲ 'ਚ ਰਹੇ ਆ। ਤਾਂ ਜਦੋਂ ਤੁਹਾਨੂੰ ਪਤਾ ਵੀ ਖੱਟਾ ਸਿੰਘ ਡੇਰਾ ਸੱਚਾ ਸੌਦਾ ਨੂੰ, ਸਾਧ ਸੰਗਤ ਵੀ ਇਸ ਗੱਲ ਨੂੰ ਭਲੀ ਭਾਂਤ ਜਾਣਦੀ ਹੈ, ਬਈ ਜਦੋਂ ਉਹ ਬੰਦਾ ਇਸ ਡੇਰਾ ਸੱਚਾ ਸੌਦਾ ਨੂੰ ਛੱਡ ਕੇ ਗਿਆ, ਜਦੋਂ ਪਿਤਾ ਜੀ ਨੂੰ ਇਸ ਗੱਲ ਬਾਰੇ ਵੀ ਪਤਾ ਲੱਗਿਆ ਬਈ ਇਹਦੀ ਡੀਲ ਚੱਲਦੀ ਹੈ, ਤੇ ਪਿਤਾ ਜੀ ਨੇ ਸ਼ਾਇਦ ਸਾਧ ਸੰਗਤ ਜਾਣਦੀ ਹੈ ਬਈ ਪਿਤਾ ਜੀ ਨੇ ਕਿਹਾ ਵੀ ਸੀ ਵੀ ਜਿਸ ਨੇ ਵੀ ਇਦਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਹੈ, ਜਾਂ ਜੋ ਇਦਾਂ ਦੀ ਪੋਲੀਟਿਕਸ ਦੇ ਵਿੱਚ ਇੰਟਰਸਟ ਰੱਖਦਾ ਬੰਦਾ, ਉਹ ਬੇਸ਼ੱਕ ਆਪਦਾ ਜੂਲੀ ਬਿਸਤਰਾ ਚੱਕੇ ਤੇ ਇੱਥੋਂ ਚਲਾ ਜਾਵੇ, ਕਿਉਂਕਿ ਉਹ ਡੇਰੇ ਨੂੰ ਇਨਵੋਲਵ ਨਾ ਕਰੇ ਇਸ ਮਸਲੇ ਦੇ ਵਿੱਚ, ਕਿਉਂਕਿ ਡੇਰਾ ਸੱਚਾ ਸੌਦਾ 1948 ਤੋਂ ਲੈ ਕੇ ਹੀ ਇਸ ਦੇ ਵਿੱਚ ਕੋਈ ਰੁਚੀ ਨਹੀਂ ਰੱਖਦਾ। ਸਾਧ ਸੰਗਤ ਨੂੰ ਪਤਾ ਹੀ ਹੈ ਜ਼ਿਆਦਾਤਰ, ਬਈ ਹਜ਼ੂਰ ਪਿਤਾ ਜੀ ਖੁਦ ਇਹ ਗੱਲ ਅਨੇਕਾਂ ਸਤਸੰਗਾਂ ਵਿੱਚ ਆਪਣੇ ਜੀਵਨ ਬਾਰੇ ਦੱਸਦੇ ਵੀ ਅਸੀਂ ਭਾਈ ਰਾਜਸਥਾਨ ਦੇ ਇੱਕ ਗਾਮ ਪਿੰਡ ਤੋਂ ਆਉਨੇ ਆ, ਸ੍ਰੀ ਗੁਰੂਸਰ ਮੋੜੀਆ ਤੋਂ, ਤਾਂ ਉਹਦੇ ਵਿੱਚ ਇੱਕ ਵੱਡਾ ਪਰਿਵਾਰ ਹੋਣ ਦੇ ਨਾਤੇ, ਜ਼ਮੀਨ ਜਾਇਦਾਦ ਹੋਣ ਦੇ ਨਾਤੇ, ਉੱਚ ਘਰਾਣਾ ਹੋਣ ਦੇ ਨਾਤੇ, ਜਾਂ ਸਾਡਾ ਪਿੰਡ ਵਾਸੀਆਂ ਨਾਲ ਸਹਿਚਾਰ ਹੋਣ ਦੇ ਨਾਤੇ ਪਿੰਡ ਦੇ ਲੋਕ ਸਾਡੇ ਕੋਲੇ ਆਏ ਵੀ ਗੁਰੂ ਜੀ ਤੁਸੀਂ ਸਰਪੰਚ ਬਣੋ, ਜਾਂ ਪੋਲੀਟਿਕਸ ਪਾਰਟੀਆਂ ਨੇ ਸਾਡੇ ਤੱਕ ਪਹੁੰਚ ਕੀਤੀ ਵੀ ਤੁਹਾਨੂੰ MLA ਬਣਾ ਦਿੰਦੇ ਆ, ਜਾਂ ਤੁਹਾਨੂੰ MP ਦੀ ਇਲੈਕਸ਼ਨ ਲੜਵਾ ਦਿੰਦੇ ਆ। ਤਾਂ ਪਿਤਾ ਜੀ ਕਹਿੰਦੇ ਵੀ ਅਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਇਹ ਗੱਲ ਕਹਿੰਦੇ ਰਹੇ ਵੀ ਭਾਈ ਸਾਡਾ ਰਾਜਨੀਤੀ 'ਚ ਕੋਈ ਰੁਚੀ ਹੈ ਨਹੀਂ, ਸਾਡੀ ਜਿਹੜੀ ਰੁਚੀ ਆ ਉਹ ਰਾਮ ਨਾਮ 'ਚ ਹੈ, ਮਾਨਵਤਾ ਭਲਾਈ ਦੇ ਕੰਮਾਂ 'ਚ ਹੈ। ਤਾਂ ਇਹ ਸਿੱਧਾ ਸਿੱਧਾ ਇੱਕ ਸਿਧਾਂਤ ਹੈ ਜੋ ਡੇਰੇ ਸੱਚੇ ਸੌਦੇ ਦੀਆਂ ਤਿੰਨੇ ਪਾਤਸ਼ਾਹੀਆਂ ਨੇ ਇਹਨੂੰ ਮੰਨ ਲਓ ਇੱਕ ਬਣਾਇਆ, ਇਸ ਨੂੰ ਪੱਕਾ ਕੀਤਾ ਵੀ ਭਾਈ ਡੇਰਾ ਸੱਚਾ ਸੌਦਾ ਦੇ ਵਿੱਚ ਰਾਜਨੀਤੀ ਨਾਲ ਕੋਈ ਵੀ ਜੁੜਿਆ ਮਸਲਾ, ਇਸ ਨਾਲ ਕੋਈ ਗੱਲ ਨਹੀਂ ਹੋਵੇਗੀ। ਤਾਂ ਹੁਣ ਜਦੋਂ ਖੱਟਾ ਸਿੰਘ ਇੱਥੋਂ ਰੁਖਸਤ ਹੋਇਆ, ਤੇ ਉਸ ਤੋਂ ਬਾਅਦ ਜਿਹੜੇ ਲੋਕ ਹੋਰ ਉਹਨਾਂ ਲੋਕਾਂ ਨਾਲ, ਉਹਨਾਂ ਰਾਜਨੀਤਿਕ ਪਾਰਟੀਆਂ ਨਾਲ ਆਪਣਾ ਰਸੂਖ ਰੱਖਦੇ ਸੀਗੇ, ਤੇ ਉਹਨਾਂ ਲੋਕਾਂ ਨੇ ਸੋਚਿਆ ਵੀ ਆਪਣੇ ਜਿਵੇਂ ਕਹਿੰਦੇ ਵੀ ਆਪਣੇ ਸੈੱਲ ਸੀ ਜੋ ਐਕਟਿਵ ਫਿਰ ਤੋਂ ਕੀਤੇ, ਰਾਜਨੀਤੀ ਸਿਸਟਮ ਨੂੰ ਦੁਬਾਰਾ ਤੋਂ ਐਕਟਿਵ ਕੀਤਾ ਖੱਟਾ ਸਿੰਘ ਦੇ ਜਾਣ ਤੋਂ ਬਾਅਦ। ਤਾਂ ਸਾਧ ਸੰਗਤ ਨੂੰ ਪਤਾ ਹੀ ਹੈ ਵੀ ਸਲਾਬਤਪੁਰਾ 2006 ਦੇ ਆਸ-ਪਾਸ ਸਤਸੰਗ ਦੇ ਵਿੱਚ ਮੀਟਿੰਗ ਦੇ ਟਾਈਮ ਹਜ਼ੂਰ ਪਿਤਾ ਜੀ ਅੱਗੇ ਇਹਨਾਂ ਨੇ ਇੱਕ ਛਲਾਮੇ ਦੇ ਤਹਿਤ ਇੱਕ ਤਰੀਕੇ ਨਾਲ ਗੱਲ ਰੱਖੀ ਵੀ ਗੁਰੂ ਜੀ
ਪੰਜਾਬ ਦੇ ਵਿੱਚ 2007 ਦੇ ਇਲੈਕਸ਼ਨ ਆ ਰਹੇ ਨੇ ਤੇ ਸਾਧ ਸੰਗਤ ਹਰ ਵਾਰ ਇਹਨਾਂ ਨੂੰ ਵੋਟਾਂ ਵੀ ਪਾਉਂਦੀ ਆ ਤੇ ਪਰ ਕੋਈ ਕੰਮ ਨਹੀਂ ਹੁੰਦਾ। ਜੇਕਰ ਕਿਸੇ ਘਰ ਦੀਆਂ 10 ਵੋਟਾਂ ਵੀ ਹੁੰਦੀਆਂ ਨੇ ਤਾਂ ਉਹ ਵੀ ਆਪਣੇ ਰਾਜਨੀਤਿਕ ਕੰਮ ਲੈ ਲੈਂਦੇ ਨੇ। ਇਕੱਠੀਆਂ ਵੋਟਾਂ ਵਾਲਿਆਂ ਨੂੰ ਮੰਨ ਲਓ ਰਾਜਨੇਤਾ ਨੇ ਜਿਹੜੇ ਆ ਕੇ ਗੱਲ ਕਹਿੰਦੇ ਵੀ ਆ ਵੀ ਭਾਈ ਤੁਹਾਡਾ ਕੋਈ ਕੰਮ ਅਸੀਂ ਕਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਜ਼ਿਆਦਾ ਵੋਟਾਂ ਲੈਣ ਦਾ ਲਾਹਾ ਹੁੰਦਾ। ਬਈ ਸਾਧ ਸੰਗਤ ਤਾਂ ਲੱਖਾਂ ਕਰੋੜਾਂ ਦੀ ਗਿਣਤੀ 'ਚ ਹੈ, ਦੀ ਗਿਣਤੀ 'ਚ ਹੈ ਤੇ ਤਕਰੀਬਨ ਮਾਲਵੇ ਦੇ ਵਿੱਚ ਤਕਰੀਬਨ 70 ਜੋ ਵਿਧਾਨ ਸਭਾ ਹਲਕੇ ਨੇ ਐਮਐਲਏ ਦੀਆਂ ਸੀਟਾਂ ਨੇ ਉਹਨੂੰ ਸਿੱਧਾ ਤੌਰ ਤੇ ਪ੍ਰਭਾਵਿਤ ਕਰ ਰਿਹਾ ਡੇਰਾ ਸੱਚਾ ਸੌਦਾ ਜਿਹੜਾ ਹੈ। ਉਹਨਾਂ ਨੇ ਇਸ ਤਰੀਕੇ ਆਖੀ ਵੀ ਜੀ ਸਾਧ ਸੰਗਤ ਚਾਹੁੰਦੀ ਆ, ਬਈ ਸਾਧ ਸੰਗਤ ਚਾਹੁੰਦੀ ਆ ਵੀ ਰਾਜਨੀਤੀ ਬਣਾਇਆ ਜਾਵੇ ਤੇ ਸਾਧ ਸੰਗਤ ਦੀ ਜਿਹੜੀ ਵੋਟ ਹੈ ਉਹ ਪਾਈ ਜਾਵੇ ਤੇ ਰਾਜਨੀਤਿਕ ਲਾਹੇ ਲਏ ਜਾਵੇ। ਜੀ ਮੈਨੂੰ ਲੱਗਦਾ ਜੀ ਸਤਸੰਗ ਜੀ ਮਾਫੀ ਚਾਹਾਂਗੇ, ਮੈਨੂੰ ਲੱਗਦਾ ਹੈ ਕਿ ਤਰਸੇਮ ਜੀ ਦਾ ਜੋ ਕਨੈਕਸ਼ਨ ਹੈ ਇੰਟਰਨੈਟ ਦਾ ਉਹ ਸ਼ਾਇਦ ਡਿਸਟਰਬ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ, ਆਪਾਂ ਆਪਣੀ ਗੱਲ ਅੱਗੇ ਕੰਟੀਨਿਊ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਤਰਸੇਮ ਜੀ ਨੂੰ ਦੁਬਾਰਾ ਜੋੜਨ ਦੀ। ਤਰਸੇਮ ਜੀ ਤੁਹਾਡਾ ਜਿਹੜਾ ਕਨੈਕਸ਼ਨ ਆ ਸਾਡੇ ਨਾਲ ਟੁੱਟ ਗਿਆ ਹੈ, ਤਾਂ ਅਗਰ ਤੁਸੀਂ ਸੁਣ ਰਹੇ ਹੋ ਤਾਂ ਇੱਕ ਵਾਰ ਦੁਬਾਰਾ ਕੈਮਰਾ ਭੇਜੋ ਜੀ ਤਾਂ ਕਿ ਤੁਹਾਨੂੰ ਦੁਬਾਰਾ ਜੋੜਿਆ ਜਾ ਸਕੇ, ਤੁਹਾਡੀ ਗੱਲ ਪੂਰੀ ਹੋ ਸਕੇ। ਤਾਂ ਸਤਸੰਗ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਡੇਰਾ ਸੱਚਾ ਸੌਦਾ ਦੀ ਸਾਖ ਨੂੰ ਰਾਜਨੀਤਿਕ ਵਿੰਗ ਨੇ ਇੰਨੀ ਜ਼ਬਰਦਸਤ ਚੋਟ ਪਹੁੰਚਾਈ ਹੈ, ਇੰਨੀ ਜ਼ਬਰਦਸਤ ਚੋਟ ਪਹੁੰਚਾਈ ਹੈ ਕਿ ਜੋ ਕਹਿਣ ਸੁਣ ਤੋਂ ਪਰੇ ਹੈ। ਸਾਡੇ ਪੂਜਨੀ ਗੁਰੂ ਜੀ ਅਗਰ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਉਹਦਾ ਇੱਕ ਹੀ ਸਭ ਤੋਂ ਵੱਡਾ ਕਾਰਨ ਹੈ, ਉਹ ਹੈ ਸਾਡੇ ਡੇਰੇ ਦਾ ਰਾਜਨੀਤਿਕ ਵਿੰਗ। ਸਾਡੇ ਡੇਰੇ ਦੀ ਗੱਦਾਰ ਮੈਨੇਜਮੈਂਟ ਨੇ ਸਾਧ ਸੰਗਤ ਦਾ ਹਵਾਲਾ ਦੇ ਕੇ ਜੋ ਸਾਡੇ ਪੂਜਨੀਕ ਗੁਰੂ ਜੀ ਤੋਂ ਧੱਕੇ ਨਾਲ ਰਾਜਨੀਤਿਕ ਵਿੰਗ ਬਣਾਇਆ, ਮਤਲਬ ਮੋਹਰ ਲਗਵਾਈ ਆਪਣੇ ਗੁਰੂ ਜੀ ਦੀ, ਜਦਕਿ ਫਕੀਰ ਨੇ ਇਹ ਗੱਲ ਕਹੀ ਵੀ ਸੀ ਕਿ ਇਹ ਸਾਰੀ ਗਾਜ ਸਾਡੇ ਤੇ ਹੀ ਗਿਰਨੀ ਹੈ। ਫਿਰ ਵੀ ਉਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਹਨਾਂ ਨੇ ਆਪਣੇ ਸਵਾਰਥ ਸਿੱਧ ਕਰਨ ਲਈ ਰਾਜਨੀਤਿਕ ਵਿੰਗ ਨੂੰ ਬਣਾਇਆ ਸਾਧ ਸੰਗਤ ਜੀ। ਤਾਂ ਖਾਮਿਆਜ਼ਾ ਬਹੁਤ ਹੀ ਭਾਰੀ ਸਾਡੇ ਡੇਰੇ ਨੂੰ, ਸਾਡੀ ਸਾਧ ਸੰਗਤ ਨੂੰ, ਸਭ ਤੋਂ ਜ਼ਿਆਦਾ ਸਾਡੇ ਪੂਜਨੀਕ ਗੁਰੂ ਜੀ ਨੂੰ ਭੁਗਤਣਾ ਪਿਆ। ਅੱਜ ਵੀ ਜਦੋਂ ਪੰਜਾਬ ਦੇ ਇਲੈਕਸ਼ਨ ਹੋਏ ਤਾਂ ਸਾਰੀ ਜੋ ਆਸੇ-ਪਾਸੇ ਦੁਨੀਆ ਦੇ ਲੋਕ ਨੇ, ਕਿਉਂਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹੈ ਜਿਹੜੀ ਉਹ ਆਮ ਲੋਕਾਂ ਦੇ ਵਿੱਚ ਵੀ ਵਿਚਰਦੀ ਹੈ। ਸਾਰੀ ਦੁਨੀਆ ਡੇਰੇ ਸੱਚੇ ਸੌਦੇ ਦੀ ਸਾਧ ਸੰਗਤ ਨੂੰ ਜਾਣਦੀ ਹੈ। ਅਸੀਂ ਵੀ ਆਸੇ-ਪਾਸੇ ਸਾਡੇ ਆਂਢੀ ਗੁਆਂਢੀ ਨੇ, ਕੋਈ ਸਿੱਖ ਧਰਮ ਨੂੰ ਬਿਲੋਂਗ ਕਰਦਾ ਹੈ, ਕੋਈ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਹੈ, ਕੋਈ ਮੁਸਲਮਾਨ ਧਰਮ ਨੂੰ ਬਿਲੋਂਗ ਕਰਦਾ ਹੈ, ਕੋਈ ਕਿਸੇ ਧਰਮ ਨੂੰ ਬਿਲੋਂਗ ਕਰਦਾ ਹੈ। ਤਾਂ ਸਭ ਦੀ ਇਹੀ ਸੀ ਕਿ ਜੋ ਡੇਰੇ ਸੱਚੇ ਸੌਦੇ ਦੇ ਪ੍ਰੇਮੀ ਨੇ ਸਾਧ ਸੰਗਤ ਜੀ, ਇਹ ਗੱਲ ਤੁਸੀਂ ਧਿਆਨ ਨਾਲ ਤੁਸੀਂ ਮੇਰੀ ਸੁਣਨਾ। ਮੈਂ ਇੱਕ ਮਿੰਟ ਤਰਸੇਮ ਜੀ ਨੂੰ ਜੋੜਾਂ, ਜਿਹੜਾ ਦੁਬਾਰਾ ਕੈਮਰਾ ਉਹਨਾਂ ਦਾ ਆ ਗਿਆ। ਮੈਂ ਤਰਸੇਮ ਜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸਾਧ ਸੰਗਤ ਜੀ। ਇਹ ਗੱਲ ਕਹਿਣਾ ਜੀ ਤਰਸੇਮ ਜੀ, ਤੁਹਾਡਾ ਦੁਬਾਰਾ ਤੋਂ ਸਵਾਗਤ ਹੈ। ਤੁਹਾਡਾ ਕਨੈਕਸ਼ਨ ਵਿੱਚ ਦੀ ਪ੍ਰੋਬਲਮ ਆ ਗਈ ਸੀਗੀ ਤੇ ਮੈਂ ਇੱਕ ਮਿੰਟ ਆਪਣੀ ਗੱਲ ਪੂਰੀ ਕਰਾਂ, ਫਿਰ ਤੁਸੀਂ ਉਸ ਤੋਂ ਅੱਗੇ ਕੰਟੀਨਿਊ ਕਰਿਓ ਤੁਸੀਂ ਜਿੱਥੋਂ ਬੰਦ ਕੀਤਾ ਸੀ। ਬਿਲਕੁਲ ਭਾਈ, ਮੈਂ ਇਹ ਗੱਲ ਕਰ ਰਹੀ ਸੀ ਤਰਸੇਮ ਜੀ ਕਿ ਇਹ ਜੋ ਪੰਜਾਬ ਦੇ ਇਲੈਕਸ਼ਨ ਇਸ ਵਾਰੀ ਹੋਏ ਨੇ, ਮਤਲਬ ਡੇਰੇ ਸੱਚੇ ਸੌਦੇ ਦੀ ਸਾਧ ਸੰਗਤ ਬਾਰੇ ਨਾ ਲੋਕਾਂ ਦੇ ਇੰਨੇ ਚੰਗੇ ਵਿਊ ਸੀਗੇ ਕਿ ਬਹੁਤ ਜ਼ਮੀਰ ਵਾਲੀ, ਬਹੁਤ ਹੀ ਮਤਲਬ ਅਣਖ ਤੇ ਗੈਰਤ ਵਾਲੀ ਸਾਧ ਸੰਗਤ ਹੈ ਕਿ ਇਹ ਸਾਧ ਸੰਗਤ ਜਿਹਦੇ ਵਿੱਚ ਕਿਸਾਨ ਵੀ ਨੇ, ਠੀਕ ਹੈ ਜੀ, ਕਿਉਂਕਿ ਬੀਜੇਪੀ ਨੇ ਕਿਸਾਨਾਂ ਦੇ ਨਾਲ ਵੀ ਬਹੁਤ ਮਾੜਾ ਕੀਤਾ। ਅਕਾਲੀ ਤਾਂ ਸ਼ੁਰੂ ਤੋਂ ਹੀ ਸਾਡੇ ਡੇਰੇ ਸੱਚੇ ਸੌਦੇ ਦੇ ਦੁਸ਼ਮਣ ਰਹੇ ਨੇ, ਸਾਡੇ ਗੁਰੂ ਜੀ ਦੇ ਦੁਸ਼ਮਣ ਰਹੇ ਨੇ, ਤੇ ਕਾਂਗਰਸ ਨੇ ਸਾਡੇ ਗੁਰੂ ਜੀ ਤੇ ਬਰਗਾੜੀ ਕਾਂਡ ਪਵਾਤਾ। ਤਾਂ ਆਸੇ-ਪਾਸੇ ਦੇ ਲੋਕ ਜੋ ਮੈਨੂੰ ਮਿਲਦੇ ਸੀ, ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਡੇਰੇ ਸੱਚੇ ਸੌਦੇ ਨਾਲ ਜੁੜਿਆ ਔਰ ਫੇਥ ਵਰਸਸ ਵਰਡਿਕਟ ਟੀਮ ਦਾ ਮੈਂ ਮੈਂਬਰ ਵੀ ਹਾਂ, ਜੋ ਕਿ ਟੀਮ ਸਾਡੀ ਆਪਣੇ ਗੁਰੂ ਜੀ ਦੇ ਹੱਕ ਦੇ ਵਿੱਚ ਆਵਾਜ਼ ਚੱਕਦੀ ਰਹਿੰਦੀ ਹੈ, ਉਹਨਾਂ ਨੂੰ ਪਤਾ ਸੀ, ਉਹ ਮੇਰੇ ਨਾਲ ਡਿਸਕਸ ਕਰਦੇ ਸੀ ਕਿ ਸਾਨੂੰ ਇਹ ਯਕੀਨ ਹੈ ਜੀ ਕਿ ਡੇਰੇ ਸੱਚੇ ਸੌਦੇ ਦੀ ਜਿਹੜੀ ਸਾਧ ਸੰਗਤ ਹੈ ਉਹ ਅਣਖ ਗੈਰਤ ਵਾਲੀ ਸਾਧ ਸੰਗਤ ਹੈ, ਤਿੰਨ ਪਾਰਟੀਆਂ ਨੂੰ ਵੋਟ ਤਾਂ ਨਹੀਂ ਪਾਉਂਦੀ। ਸਾਨੂੰ ਵੀ ਪੂਰੀ ਉਮੀਦ ਸੀ ਕਿ ਰਾਜਨੀਤਿਕ ਵਿੰਗ ਤਾਂ ਮਤਲਬ ਕਿ ਆਪਣਾ ਸਵਾਰਥ ਸਿੱਧ ਕਰਨ ਲਈ ਜ਼ੋਰ ਲਗਾਊਗਾ ਹੀ। ਲੇਕਿਨ ਤਰਸੇਮ ਜੀ ਕਾਫੀ ਜਗ੍ਹਾ ਤੋਂ ਸਾਨੂੰ ਫੋਨ ਆਏ, ਤੁਹਾਨੂੰ ਵੀ ਫੋਨ ਆਏ, ਅਵਤਾਰ ਜੀ ਨੂੰ ਵੀ ਫੋਨ ਆਏ, ਡਾਕਟਰ ਮੋਹਿਤ ਨੂੰ ਤਾਂ ਬਹੁਤ ਸਾਰੇ ਫੋਨ ਆਏ, ਜਿੱਥੋਂ ਸਾਨੂੰ ਮਤਲਬ ਕਿ ਰਿਪੋਰਟਸ ਮਿਲੀਆਂ ਕਿ ਕਾਫੀ ਸਾਧ ਸੰਗਤ ਨੇ ਅਕਾਲੀਆਂ ਨੂੰ ਵੀ ਵੋਟ ਪਾਏ ਔਰ ਬੀਜੇਪੀ ਨੂੰ ਵੀ ਵੋਟ ਪਾਏ। ਜਦੋਂ ਇਹ ਚੀਜ਼ਾਂ ਤਰਸੇਮ ਜੀ ਲੋਕਾਂ ਤੋਂ ਸਾਨੂੰ ਪਤਾ ਲੱਗੀਆਂ ਤਾਂ ਸਾਨੂੰ ਇੰਨੀ ਜ਼ਿਆਦਾ ਮਤਲਬ ਸ਼ਰਮ ਨਾਲ ਸਾਡੀਆਂ ਅੱਖਾਂ ਨੀਵੀਆਂ ਹੋ ਗਈਆਂ ਕਿ ਸਾਡੀ ਸਾਧ ਸੰਗਤ ਉਹਨਾਂ ਲੋਕਾਂ ਨੂੰ ਵੋਟ ਕਿੱਦਾਂ ਪਾ ਸਕਦੀ ਹੈ ਜਿਨ੍ਹਾਂ ਨੇ ਸਾਡੀ ਸਾਧ ਸੰਗਤ ਦਾ ਕਤਲ ਕਰਵਾਇਆ, ਜਿਨ੍ਹਾਂ ਨੇ ਸਾਡੇ ਗੁਰੂ ਬਾਰੇ ਕਦੇ ਇੱਕ ਵੀ ਚੰਗਾ ਲਫ਼ਜ਼ ਬੋਲੇ ਹੀ ਨਹੀਂ, ਜਿਨ੍ਹਾਂ ਨੇ ਸਾਡੇ ਗੁਰੂ ਨੂੰ ਜੇਲ੍ਹ ਦੇ ਵਿੱਚ ਭੇਜਿਆ, ਜਿਹੜੇ ਸਾਡੇ ਗੁਰੂ ਵਾਸਤੇ ਫਾਂਸੀ ਦੀ ਮੰਗ ਕਰਦੇ ਨੇ। ਤਾਂ ਮਤਲਬ ਮਨ ਦੇ ਵਿੱਚੋਂ ਇਹੀ ਗੱਲ ਨਿਕਲਦੀ ਹੈ ਕਿ ਉਹ ਸਾਧ ਸੰਗਤ ਜਿਹੜੀ ਇਹ ਕਹਿੰਦੀ ਹੁੰਦੀ ਸੀ ਕਿ ਅਸੀਂ ਆਪਣੇ ਗੁਰੂ ਬਾਰੇ ਜਾਨ ਵੀ ਦੇ ਦਾਂਗੇ, ਉਹ ਆਪਣੀ ਵੋਟ ਤਾਂ ਨੋਟਾਂ ਨੂੰ ਦੇ ਨਹੀਂ ਪਾਈ।
ਅੱਜ ਵੀ ਆਪਣੇ ਰਾਜਨੀਤਿਕ ਵਿੰਗ ਦੇ ਪਿੱਛੇ ਲੱਗ ਕੇ ਆਪਣੇ ਗੁਰੂ ਦੀ ਖਿਲਾਫਤ ਕਰਨ ਵਾਲੀਆਂ ਪਾਰਟੀਆਂ ਦਾ ਉਹਨਾਂ ਨੇ ਸਮਰਥਨ ਕੀਤਾ। ਤਾਂ ਇਹ ਗੱਲ ਜਾਣ ਕੇ ਬੜੀ ਦੁੱਖ ਹੋਈ। ਤੇ ਚਲੋ ਮੈਂ ਆਪਣੀ ਗੱਲ ਅੱਗੇ ਪੂਰੀ ਕਰੂੰਗਾ। ਤਰਸੇਮ ਜੀ ਤੁਸੀਂ ਆਪਣੀ ਗੱਲ ਜਿੱਥੇ ਛੱਡੀ ਸੀ ਉੱਥੋਂ ਪੂਰੀ ਕਰੋ ਪਲੀਜ਼, ਫਿਰ ਆਪਾਂ ਅੱਗੇ ਡਿਸਕਸ ਕਰਦੇ ਹਾਂ ਜੀ ਜੀ। ਜੀ। ਸਾਧ ਸੰਗਤ ਜੀ, ਜਿਸ ਤਰ੍ਹਾਂ ਵਿੱਚੋਂ ਮਾਫੀ ਚਾਹੁੰਦਾ ਵੀ ਕਨੈਕਸ਼ਨ ਵੀਕ ਹੋ ਗਿਆ ਸੀਗਾ, ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਰਾਜਨੀਤਿਕ ਵਿੰਗ ਕਿੱਦਾਂ ਹੋਂਦ ਵਿੱਚ ਆਇਆ। ਤੇ ਸਲਾਬਤਪੁਰਾ ਦੇ ਵਿੱਚ ਇਹ ਮੀਟਿੰਗ ਹੋਈ 2006 ਦੇ ਆਸ-ਪਾਸ, 7 ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ। ਹਜ਼ੂਰ ਪਿਤਾ ਜੀ ਦੇ ਅੱਗੇ ਇਹ ਗੱਲ ਰੱਖੀ ਗਈ ਜ਼ਿੰਮੇਵਾਰਾਂ ਵੱਲੋਂ, ਜਗਜੀਤ ਵਰਗਿਆਂ ਵੱਲੋਂ, ਬਈ ਗੁਰੂ ਜੀ ਸਾਧ ਸੰਗਤ ਆਪਣੇ ਕੋਈ ਕੰਮ ਕਰਵਾ ਲਿਆ ਕਰੇਗੀ, ਕੋਈ ਸਾਧ ਸੰਗਤ ਦੇ ਅਸੀਂ ਕੰਮ ਕਰਵਾ ਦਿਆ ਕਰਾਂਗੇ। ਤੇ ਸਾਧ ਸੰਗਤ ਨੂੰ ਵੀ ਲੱਗਿਆ ਜਿਵੇਂ ਹਰ ਵਾਰ ਨਵੀਂ ਪਾਰਟੀ ਤੋਂ ਆਸ ਹੀ ਹੁੰਦੀ ਹੈ ਵੀ ਸ਼ਾਇਦ ਕੁਝ ਬਦਲਾਵ ਆਵੇ। ਹਰ ਵਾਰ ਜੋ ਪਾਰਟੀਆਂ ਨੇ ਉਹ ਨਵੇਂ-ਨਵੇਂ ਵਾਅਦੇ ਕਰਦੀਆਂ ਨੇ ਤੇ ਵੋਟਰਾਂ ਨੂੰ ਲੱਗਦਾ ਵੀ ਸ਼ਾਇਦ ਕੋਈ ਬਦਲਾਵ ਆਊਗਾ, ਹੁਣ ਇਹਨਾਂ ਨੇ ਵਾਅਦੇ ਕੀਤੇ ਆ ਬਈ ਸ਼ਾਇਦ ਕੋਈ ਸਾਡੇ ਦਿਨ ਬਦਲਣਗੇ। ਉਸੇ ਤਰ੍ਹਾਂ ਹੀ ਸਾਧ ਸੰਗਤ ਨੂੰ ਵੀ ਇਸ ਤਰ੍ਹਾਂ ਦੇ ਭੁਲੇਖੇ ਵਿੱਚ ਰੱਖ ਕੇ ਵੀ ਰਾਜਨੀਤਿਕ ਵਿੰਗ ਨੇ ਇਦਾਂ ਦਾ ਗੱਲ ਰੱਖੀ ਆਪਦਾ ਤਰੀਕੇ ਨਾਲ ਵੀ ਅਸੀਂ ਸਾਧ ਸੰਗਤ ਦੇ ਕੰਮ ਕਰਵਾ ਦਿਆ ਕਰਾਂਗੇ, ਗੁਰੂ ਜੀ ਇਕੱਠੇ ਵੋਟਾਂ ਪਾਵਾਂਗੇ ਤੇ ਰਾਜਨੇਤਾ ਸਾਡੀ ਗੱਲ ਵੀ ਸੁਣਨਗੇ, ਤੇ ਜੋ ਵੀ ਡੇਰੇ ਸੱਚੇ ਸੌਦੇ ਦੀ ਸਾਧ ਸੰਗਤ ਨੂੰ ਜ਼ਰੂਰਤਾਂ ਨੇ ਉਹ ਪੂਰੀਆਂ ਕਰਵਾ ਦਾਂਗੇ। ਕਿਸੇ ਦੇ ਬੇਟੇ ਨੂੰ ਨੌਕਰੀ ਲਵਾ ਦਾਂਗੇ, ਕਿਸੇ ਦੀ ਧੀ ਨੂੰ ਨੌਕਰੀ ਲਵਾ ਦਾਂਗੇ, ਕਿਸੇ ਦਾ ਕੋਈ ਝਗੜਾ ਹੈ ਉਹਦੇ ਵਿੱਚ ਰਾਜਨੀਤੀ ਇੰਟਰਫੇਅਰ ਕਰਕੇ ਉਹਨੂੰ ਸੁਲਝਾਇਆ ਜਾਊਗਾ। ਤਾਂ ਏਦਾਂ ਮਤਲਬ ਗੱਲਾਂ ਰੱਖ ਕੇ ਸਾਧ ਸੰਗਤ ਨੂੰ ਮਨਾਂ ਦੇ ਵਿੱਚ ਇਹ ਗੱਲ ਬਿਠਾਈ ਵੀ ਵਾਕਈ ਇਹ ਸਾਡੇ ਜ਼ਿੰਮੇਵਾਰ ਬੰਦੇ ਨੇ, ਤੇ ਜਦੋਂ ਇਹ ਸਾਡੀ ਗੱਲ ਸਮਾਜ ਵਿੱਚ ਰੱਖਣਗੇ, ਉਹਨਾਂ ਲੀਡਰਾਂ ਰੱਖਣਗੇ, ਲੀਡਰਾਂ ਦੇ ਅੱਗੇ, ਰਾਜਨੀਤਿਕ ਪਾਰਟੀਆਂ ਦੇ ਅੱਗੇ ਰੱਖਣਗੇ, ਤਾਂ ਹੋ ਸਕਦਾ ਹੈ ਸਾਡੇ ਕੰਮ ਹੋ ਜਾਣ। ਤਾਂ ਸਾਧ ਸੰਗਤ ਨੇ ਇੱਕ ਤਰ੍ਹਾਂ ਨਾਲ ਉਹਨਾਂ ਨਾਲ ਸਹਿਮਤੀ ਜਤਾਈ। ਤੇ ਜਦੋਂ ਉਹਨਾਂ ਨੇ ਕਿਹਾ ਵੀ ਗੁਰੂ ਜੀ ਸੰਗਤ ਚਾਹੁੰਦੀ ਹੈ ਇਹ ਗੱਲ, ਤਾਂ ਸੰਗਤ ਨੇ ਅਣਜਾਣੇ ਵਿੱਚ ਏਦਾਂ ਇਸ ਗੱਲ ਨੂੰ ਭਾਪੇ ਨਹੀਂ, ਉਹ ਇਸ ਗੱਲ ਦੀ ਗਹਿਰਾਈ ਤੱਕ ਨਹੀਂ ਗਏ ਵੀ ਆਪਾਂ ਨੇ ਤਾਂ ਇਹ ਗੱਲ ਕਹੀ ਨਹੀਂ ਹੈਗੀ ਬਈ ਸਾਧ ਸੰਗਤ ਚਾਹੁੰਦੀ ਹੈ। ਵੀ ਇਹਨਾਂ ਨੇ ਆਪਣੇ ਵੱਲੋਂ ਗੱਲ ਕਿੱਦਾਂ ਰੱਖਤੀ ਵੀ ਜਦੋਂ ਕਿ ਸਾਧ ਸੰਗਤ ਨੂੰ ਇਸ ਗੱਲ ਬਾਰੇ ਪਤਾ ਵੀ ਨਹੀਂ ਸੀ ਵੀ ਕੋਈ ਏਦਾਂ ਕੋਈ ਰਾਜਨੀਤਿਕ ਵਿੰਗ ਬਣਨ ਬਾਰੇ ਕੋਈ ਇਹਨਾਂ ਦੇ ਮਨ 'ਚ ਵਿਚਾਰ ਹੈ, ਕਿਉਂਕਿ ਸਾਧ ਸੰਗਤ ਨਾਲ ਪਹਿਲਾਂ ਏਦਾਂ ਦੀ ਕਦੇ ਵੀ ਡਿਸਕਸ ਨਹੀਂ ਹੋਈ ਸੀ ਜ਼ਿੰਮੇਵਾਰਾਂ ਦੀ। ਤਾਂ ਇੱਕੋ ਦਮ ਇਹ ਪ੍ਰਪੋਜ਼ਲ ਰੱਖਿਆ ਗਿਆ, ਔਰ ਹਜ਼ੂਰ ਪਿਤਾ ਜੀ ਨੇ ਕਿਹਾ ਵੀ ਭਾਈ ਉਹ ਵੀਡੀਓ ਵੀ ਸਾਧ ਸੰਗਤ ਦੇ ਸਾਹਮਣੇ ਪਈ ਹੈ ਜੋ ਦੀਪਕ ਚੁਰਸੀਆ ਨਾਲ ਇਹ ਮੀਟਿੰਗ ਮਤਲਬ ਇੰਟਰਵਿਊ ਹੋਇਆ ਸੀ। ਤਾਂ ਉਸ ਦੇ ਵਿੱਚ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਹਜ਼ੂਰ ਪਿਤਾ ਜੀ ਨੇ ਕਿਹਾ ਵੀ ਭਾਈ 3-4 ਲੱਖ ਲੋਕ ਸੀਗੇ, ਹਰੇਕ ਪਿੰਡ ਸ਼ਹਿਰ ਤੋਂ ਇੱਕ ਦੋ ਦੋ ਬੰਦੇ ਜਿੰਨਾ ਸੇਵਾਦਾਰ ਹੁੰਦੇ ਆ, ਖਾਸ ਬੰਦੇ, ਭੈਣ ਜਾਂ ਭਾਈ, ਉਹ ਸੀਗੇ ਮੀਟਿੰਗ ਦੇ ਵਿੱਚ। ਤੇ ਜਿਹੜੇ ਵਿੰਗ ਦਾ ਪ੍ਰਪੋਜ਼ਲ ਲੈ ਕੇ ਆਏ ਸੀ ਉਹਨਾਂ ਲੋਕਾਂ ਨੇ ਕਿਹਾ ਵੀ ਗੁਰੂ ਜੀ ਅਸੀਂ ਇੱਕ ਵਿੰਗ ਬਣਾਉਣਾ ਚਾਹੁੰਦੇ ਹਾਂ, ਸਾਧ ਸੰਗਤ ਦੇ ਸਾਂਝੇ ਕੰਮ ਕਰਵਾ ਲਿਆ ਕਰਾਂਗੇ। ਤਾਂ ਪਿਤਾ ਜੀ ਨੇ ਇੱਥੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ, ਉਹ ਵੀਡੀਓ ਮੌਜੂਦ ਪਈ ਹੈ, ਤੇ ਇਹ ਗੱਲ ਕਹੀ ਵੀ ਭਾਈ ਆਪਾਂ ਰਾਜਨੀਤੀ ਦੀ ਗੱਲ ਨਹੀਂ ਕਰਨੀ, ਆਪਾਂ ਰਾਜਨੀਤੀ ਚਰਚਾ ਨਹੀਂ ਕਰਨੀ, ਨਾ ਹੀ ਆਪਾਂ ਰਾਜਨੀਤੀ 'ਚ ਇੰਟਰਫੇਅਰ ਕਰਨਾ, ਨਾ ਹੀ ਆਪਣਾ ਕੋਈ ਰੁਚੀ ਹੈ ਇਸ ਵਾਸਤੇ। ਤਾਂ ਔਰ ਫਿਰ ਉਹਨਾਂ ਲੋਕਾਂ ਨੇ ਜੋ ਰਾਜਨੀਤਿਕ ਪ੍ਰਪੋਜ਼ਲ ਲੈ ਕੇ ਆਏ ਸੀ ਉਹਨਾਂ ਨੇ ਗੱਲ ਕਹੀ ਵੀ ਗੁਰੂ ਜੀ ਤੁਸੀਂ ਤਾਂ ਹੈਗੇ ਹੋ ਫਕੀਰ ਹੋ, ਤੁਸੀਂ ਤਾਂ, ਤੁਹਾਨੂੰ ਤਾਂ ਨਾ ਕਿਸੇ ਲੀਡਰ ਤੱਕ ਕੰਮ ਪੈਂਦਾ, ਨਾ ਤੁਸੀਂ ਉਹਨਾਂ ਤੱਕ ਤੁਹਾਨੂੰ ਕੰਮ ਪੈਂਦਾ, ਨਾ ਉਹਨਾਂ ਨੂੰ ਤੁਹਾਡੇ ਤੱਕ ਕੋਈ ਕੰਮ ਪੈਂਦਾ, ਬਈ ਤੁਹਾਨੂੰ ਤਾਂ ਕੋਈ ਰਾਜਨੀਤਿਕ ਕੰਮ ਨਹੀਂ ਪੈਂਦਾ ਕਿਉਂਕਿ ਤੁਸੀਂ ਤਾਂ ਇੱਕ ਤਰ੍ਹਾਂ ਦੇ ਮਤਲਬ ਸੰਤ ਹੋ। ਤੇ ਬਾਈ ਜੀ ਇੱਕ ਕੋਈ ਅਰਵਿੰਦਰ ਰਾਏ ਹੈ ਬੰਦਾ ਆਪਣੀ ਔਕਾਤ ਬਾਈ ਜੀ ਤੋਂ ਗਿਰੀ ਗੱਲ ਕਰ ਰਿਹਾ। ਮੈਂ ਬਾਈ ਜੀ ਬਲੌਕ ਕਰਤਾ ਇਹਨੂੰ ਆਲਰੇਡੀ। ਇਹ ਨੀਚ ਲੋਕ ਹੁੰਦੇ ਨੇ ਇਦਾਂ ਦੇ ਜੋ ਆਪਣੇ ਮਾਪੇ ਦੇ ਦਿੱਤੇ ਹੋਏ ਸੰਸਕਾਰਾਂ ਦਾ ਬਖਿਆਨ ਕਰਦੇ ਨੇ। ਮੈਂ ਇਹਨੂੰ ਪਹਿਲਾਂ ਹੀ ਬਲੌਕ ਕਰ ਚੁੱਕਿਆ ਜੀ। ਬਾਈ ਜੀ ਤੁਸੀਂ ਕੰਟੀਨਿਊ ਕਰੋ। ਚਲੋ ਕੋਈ ਗੱਲ ਨਹੀਂ। ਤੇ ਕਹਿਣ ਦਾ ਮਤਲਬ ਗੁਰੂ ਜੀ ਨੇ ਸਾਫ਼ ਤੌਰ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਮਨਾਹੀ ਕੀਤੀ ਵੀ ਭਾਈ ਆਪਾਂ ਨੇ 3 ਵਾਰੀ ਕਿਹਾ ਬਈ ਰਾਜਨੀਤਿਕ ਵਿੰਗ ਭਾਈ ਆਪਾਂ ਨੇ ਨਹੀਂ ਬਣਾਉਣਾ, ਆਪਾਂ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਨੀਆਂ। ਪਰ ਜਿਹੜੇ ਲੋਕ ਹੁਣ ਮਨਸ਼ਾ ਹੀ ਇਹ ਲੈ ਕੇ ਆਏ ਸੀ, ਕਿਸੇ ਪਾਰਟੀ ਵੱਲੋਂ ਆਪਣਾ ਪ੍ਰਪੋਜ਼ਲ ਰੱਖ ਰਹੇ ਸੀਗੇ, ਤੇ ਉਹਨਾਂ ਦਾ ਤਾਂ ਕੰਮ ਹੀ ਸੀਗਾ ਜਿਵੇਂ ਉਹਨਾਂ ਦੇ ਅਕਾਵਾਂ ਨੇ, ਜਿਵੇਂ ਉਹਨਾਂ ਦੇ ਜਿਨ੍ਹਾਂ ਨੂੰ ਉਹ ਆਪਣਾ ਮੰਨਦੇ ਆ, ਤੇ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਸੀ ਵੀ ਇਦਾਂ ਤੁਸੀਂ ਪ੍ਰਪੋਜ਼ਲ ਰੱਖੋ ਤੇ ਸਾਡੇ ਹੱਕ ਦੇ ਵਿੱਚ ਵੋਟ ਪਵਾਓ। ਤੁਹਾਨੂੰ ਪਤਾ ਹੀ ਹੈ ਵੀ ਕਈ ਡੇਰੇ ਨੇ ਜਿਵੇਂ ਪੰਜਾਬ ਦੇ ਵਿੱਚ, ਜਿਵੇਂ ਬੱਲਾਂ ਦਾ ਡੇਰਾ ਹੋ ਗਿਆ, ਰਾਧਾ ਸਵਾਮੀਆਂ ਦਾ ਹੋ ਗਿਆ, ਹੋਰ ਵੀ ਕਿੰਨੇ ਨੇ ਕਾਫੀ ਸਿੱਖ ਸੰਸਥਾਵਾਂ ਦੇ ਵਿੱਚ ਡੇਰੇ ਨੇ। ਤਾਂ ਉਹਨਾਂ ਡੇਰਿਆਂ ਤੇ ਕੋਈ ਖਾਸ ਰਾਜਨੀਤਿਕ ਲੋਕਾਂ ਦਾ ਕਬਜ਼ਾ, ਜਿਵੇਂ ਤੁਹਾਨੂੰ ਪਤਾ ਹੀ ਆ ਜਿਵੇਂ SGPC ਤੇ ਵਗੈਰਾ ਤੇ ਉਹ ਕਿੰਨਾ ਲੋਕਾਂ ਦਾ ਕਬਜ਼ਾ, ਅਕਾਲੀ ਦਲ ਦਾ ਸਿੱਧੇ ਤੌਰ ਤੇ ਉਹਨਾਂ ਨਾਲ ਰਾਬਤਾ ਰਹਿੰਦਾ ਹਰ ਵਾਰ। ਤਾਂ ਉਹਨਾਂ ਨੇ ਸੋਚਿਆ ਵੀ ਇਹ ਇਕੱਲਾ ਡੇਰਾ ਬਚਿਆ ਹੋਇਆ ਆਪਣੇ ਤੋਂ, ਤੇ ਇਸ ਨੂੰ ਵੀ ਆਪਾਂ ਆਪਣੀ ਵਿੱਚ ਲੈ ਕੇ ਆਈਏ, ਆਪਣੇ ਸ਼ਾਮਲ ਕਰੀਏ। ਤਾਂ ਉਹਨਾਂ ਨੇ ਦੇਖਿਆ ਵੀ ਸਿੱਧੇ ਤੌਰ ਤੇ ਤਾਂ ਗੁਰੂ ਜੀ ਨਹੀਂ ਮੰਨਦੇ,
ਤਾਂ ਫਿਰ ਸੰਗਤ ਦੇ ਮੋਢੇ ਤੇ ਰੱਖ ਕੇ ਇਹ ਮਤਲਬ ਚਲਾਇਆ ਗਿਆ ਇਹ ਕੰਮ, ਤੇ ਸੰਗਤ ਭੋਲੀ ਸੀ, ਇਸ ਚੱਕਰ ਦੇ ਵਿੱਚ ਫਸ ਗਈ। ਪਰ ਗੁਰੂ ਜੀ ਇਸ ਗੱਲ ਨੂੰ ਭਾਵਦੇ ਸੀ ਤੇ ਉਹਨਾਂ ਨੇ ਸਾਫ਼ ਤੌਰ ਵਿੱਚ, ਸਾਫ਼ ਲਫ਼ਜ਼ਾਂ ਵਿੱਚ ਮਨਾ ਕੀਤਾ ਵੀ ਭਾਈ ਆਪਾਂ ਰਾਜਨੀਤਿਕ ਵਿੰਗ ਨਹੀਂ ਬਣਾਉਣਾ। ਤੇ ਜਦੋਂ ਸਾਧ ਸੰਗਤ ਦੇ ਇਹ ਜਿਹੜੇ ਮੰਨ ਲਓ ਆਗੂ ਸੀਗੇ, ਇਹਨਾਂ ਨੇ ਗੱਲ ਕਹੀ ਵੀ ਨਹੀਂ ਗੁਰੂ ਜੀ ਤੁਸੀਂ ਫਕਰੋ, ਤੁਹਾਨੂੰ ਲੋੜ ਨਹੀਂ ਪੈਂਦੀ, ਸਾਨੂੰ ਲੋੜ ਪੈਂਦੀ ਆ, ਅਸੀਂ ਤਾਂ ਆਪਦੇ ਵਾਸਤੇ ਬਣਾਉਣਾ। ਪਿਤਾ ਜੀ ਕਹਿੰਦੇ ਵੀ ਜੇਕਰ ਭਾਈ ਤੁਸੀਂ ਆਪਣੇ ਵਾਸਤੇ ਬਣਾਉਣਾ ਫਿਰ ਬਣਾ ਲਓ, ਫਿਰ ਬਣਾ ਲਓ, ਜੇਕਰ ਤੁਸੀਂ ਆਪਣੇ ਵਾਸਤੇ ਬਣਾਉਣਾ, ਪਰ ਡੇਰੇ ਨਾਲ ਇਹਦਾ ਕੋਈ ਵਾਸਤਾ ਨਹੀਂ ਹੈਗਾ। ਤਾਂ ਜਦੋਂ ਇਹ ਵਿੰਗ ਹੋਂਦ ਵਿੱਚ ਆਇਆ ਵੀ ਬਣਾਉਣ ਬਾਰੇ, ਇਹਨਾਂ ਨੇ ਸਹਿਮਤੀ ਲੈ ਲਈ, ਸੰਗਤ ਨੇ ਹੱਥ ਖੜੇ ਕਰ ਦਿੱਤੇ। ਔਰ ਪਿਤਾ ਜੀ ਨੇ ਇਹਦੇ ਵਿੱਚ ਇੱਕ ਖਾਸ ਤੌਰ ਤੇ ਇੱਕ ਜਿਵੇਂ ਕਹਿੰਦੇ ਵੀ ਨੋਟ ਕਰਕੇ ਇਹ ਗੱਲ ਕਹੀ ਵੀ ਭਾਈ ਇਹਦਾ ਡੇਰੇ ਨਾਲ ਕੋਈ ਮਤਲਬ ਦੂਰ ਨੇੜੇ ਦਾ ਨਾਤਾ ਨਹੀਂ ਹੋਊਗਾ, ਕਿਉਂਕਿ ਸਾਧ ਸੰਗਤ ਨੇ ਆਪਣੇ ਫਾਇਦੇ ਲਈ ਬਣਾਇਆ, ਤੁਸੀਂ ਲੋਕਾਂ ਨੇ ਆਪਣੇ ਫਾਇਦੇ ਲਈ ਬਣਾਇਆ, ਇਹਦੇ ਨਾਲ ਕੋਈ ਡੇਰੇ ਦਾ ਮਤਲਬ ਕੋਈ ਨਾਮ ਨਾ ਜੁੜੇ, ਡੇਰੇ ਨਾਲ ਇਹਦਾ ਕੋਈ ਲਾਗਾ ਦੇਗਾ ਨਹੀਂ, ਕਿਉਂਕਿ 1948 ਤੋਂ ਲੈ ਕੇ ਹੀ ਡੇਰੇ ਸੱਚੇ ਸੌਦੇ ਦੀ ਕੋਈ ਨੀਤੀ ਵਿੱਚ ਰੁਚੀ ਨਹੀਂ ਰਹੀ। ਹੁਣ ਕਿੰਨੀ ਕੁ ਸੰਗਤ ਮੰਨਦੀ ਹੈ ਵੀ ਪਹਿਲੇ ਦਿਨ ਤੋਂ ਹੀ ਸਾਰੀ ਸੰਗਤ ਨੂੰ ਪਤਾ ਵੀ ਪਿਤਾ ਜੀ ਦੀ ਰਾਜਨੀਤੀ ਵਿੱਚ ਰੁਚੀ ਨਹੀਂ। ਹੁਣ ਤੁਸੀਂ ਗੱਲ ਗੁਰੂ ਦੀ ਤੇ ਗੌਰ ਕਰੋ ਨਾ, ਵੀ ਗੁਰੂ ਕੀ ਕਹਿ ਰਿਹਾ। ਗੁਰੂ ਤਾਂ ਇਹ ਕਹਿ ਰਿਹਾ ਵੀ ਭਾਈ ਇੱਥੇ ਨੋਟਾਂ ਵੋਟਾਂ ਦਾ ਚੱਕਰ ਨਹੀਂ, ਤੇ ਸਾਧ ਸੰਗਤ ਨੂੰ ਰਾਜਨੀਤਿਕ ਵਿੰਗ ਇਹ ਕਹਿੰਦਾ ਵੀ ਜਿਹੜਾ ਅਸੀਂ ਫੈਸਲਾ ਦਿੰਦੇ ਆ ਉਹ ਸਾਰਾ ਹੀ ਗੁਰੂ ਜੀ ਦਾ। ਇੱਕ ਤਰੀਕੇ ਨਾਲ ਸਾਧ ਸੰਗਤ ਹੀ ਆਪਣੇ ਗੁਰੂ ਨੂੰ ਦੋਗਲਾ ਸਾਬਤ ਕਰਦੀ ਆ, ਜਿਨ੍ਹਾਂ ਦੀ ਦੋਗਲਾ ਸਾਬਤ ਕਰਨ ਦੀ ਮਨਸ਼ਾ ਸੀ। ਜੀ 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 ਤੁਹਾਨੂੰ ਮੈਂ ਤੁਹਾਡੀ ਇਸ ਗੱਲ ਤੋਂ, ਦੋਗਲੇਪਨ ਦੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ, ਮੈਂ ਵਿੱਚ ਰੋਕੂੰਗਾ। ਤੇ ਤਰਸੇਮ ਜੀ, ਇਦਾਂ ਦੀਆਂ ਗੱਲਾਂ ਵੀ ਸੁਣਨ ਦੇ ਵਿੱਚ ਆਈਆਂ ਕਿ ਸਾਡੀ ਜਿਹੜੀ ਟੀਮ ਹੈ ਫੇਥ ਵਰਸਸ ਵਰਡਿਕਟ, ਇਹਨੇ ਇਸ ਵਾਰੀ ਰਾਜਨੀਤਿਕ ਵਿੰਗ ਦਾ ਜੋ ਕਿ ਗੁਰੂ ਜੀ ਦੀ ਮਰਜ਼ੀ ਦੇ ਖਿਲਾਫ ਬਣਿਆ, ਇਹਦਾ ਜੰਮ ਕੇ ਮਤਲਬ ਜੋ ਸੱਚਾਈ ਦੁਨੀਆ ਦੇ ਸਾਹਮਣੇ ਰੱਖੀ ਕਿ ਇਸ ਰਾਜਨੀਤਿਕ ਵਿੰਗ ਦੀ ਸੱਚਾਈ ਕੀ ਹੈ। ਤਾਂ ਇਹਨਾਂ ਨੂੰ ਇਸ ਚੀਜ਼ ਦਾ ਬੜਾ ਫਿਕਰ ਹੋਇਆ ਕਿ ਸਾਧ ਸੰਗਤ ਇਸ ਵਾਰੀ ਨੋਟਾਂ ਵੱਲ ਚੱਲ ਪਈ ਹੈ। ਅਗਰ ਸਾਧ ਸੰਗਤ ਨੇ ਸਾਡੀਆਂ ਗੱਲਾਂ ਮੰਨ ਕੇ ਮਤਲਬ ਵੋਟਾਂ ਦੇਣੀਆਂ ਬੰਦ ਕਰਤੀਆਂ ਤਾਂ ਸਾਡੀ ਦੁਕਾਨਦਾਰੀ ਤਾਂ ਬੰਦ ਹੀ ਹੋ ਜਾਏਗੀ। ਜਿਹੜੇ ਰਾਜਨੇਤਾ ਸਾਡੇ ਗੁਨਾਹਾਂ ਤੇ ਪਰਦੇ ਪਾ ਕੇ ਅੱਜ ਬੈਠੇ ਨੇ, ਉਹ ਸਾਨੂੰ ਉਹ ਵਾਲੇ ਪਰਦੇ ਚੱਕ ਕੇ ਉਹਨਾਂ ਨੇ ਸਾਨੂੰ ਅੰਦਰ ਕਰ ਦੇਣਾ। ਤੇ ਏਦਾਂ ਦੀਆਂ ਗੱਲਾਂ ਵੀ ਸੁਣਨ ਦੇ ਵਿੱਚ ਆਈਆਂ। ਮੇਰੇ ਕੋਲ ਫੋਨ ਦੇ ਵਿੱਚ ਰਿਕਾਰਡਿੰਗ ਪਈ ਹੈ, ਕਿਸੇ ਬਲਾਕ ਦਾ ਭੰਗੀ ਦਾਸ ਇੱਥੇ ਤੱਕ ਮਤਲਬ ਇੰਨੀ ਜ਼ਿਆਦਾ ਗਿਰੀ ਹੋਈ ਗੱਲ ਸਾਧ ਸੰਗਤ ਦੇ ਵਿੱਚ ਕਹਿ ਰਿਹਾ ਇਸ ਰਾਜਨੀਤਿਕ ਵਿੰਗ ਦੇ ਪਿੱਛੇ ਲੱਗ ਕੇ। ਤਸੀਮ ਜੀ ਉਹ ਕਹਿ ਰਿਹਾ ਹੈ ਕਿ ਪਿਤਾ ਜੀ ਦੇ ਵਚਨ ਆਏ ਨੇ ਕਿ ਤੁਸੀਂ ਅਗਰ 3 ਵਚਨਾਂ ਦੇ ਵਿੱਚ ਗਲਤੀ ਕੀਤੀ ਹੈ ਤਾਂ ਤੁਸੀਂ ਨਾਰਾ ਲਾ ਦਿਓ, ਏਕਤਾ ਦੇ ਵਿੱਚ ਚੱਲੋ ਔਰ ਰਾਜਨੀਤਿਕ ਵਿੰਗ ਦੀ ਗੱਲ ਮੰਨੋ। ਔਰ ਉਹ ਕਹਿ ਰਹੇ ਨੇ ਕਿ ਤੁਹਾਡੇ 3 ਵਚਨਾਂ ਦੀ ਤੁਹਾਨੂੰ ਮਾਫੀ ਮਿਲ ਜਾਏਗੀ, ਇਸੇ ਵੇਲੇ ਤੋਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇੱਥੇ ਤੱਕ ਇਹ ਗੱਲ ਕਹੀ ਗਈ ਕਿ ਤੁਸੀਂ 3 ਵਚਨਾਂ 'ਚ ਗਲਤੀ ਕਰਦੇ ਹੋ, ਉਹ ਤਾਂ ਤੁਹਾਨੂੰ 100 ਵਾਰੀ ਕਰ ਦਿਓ, ਬਖਸ਼ੇ ਜਾਓਗੇ। ਅਗਰ ਤੁਸੀਂ ਰਾਜਨੀਤਿਕ ਵਿੰਗ ਦੀ ਗੱਲ ਨਹੀਂ ਮੰਨੋਗੇ ਤਾਂ ਤੁਸੀਂ ਕਦੇ ਵੀ ਬਖਸ਼ੇ ਨਹੀਂ ਜਾਓਗੇ। ਇੱਥੇ ਤੱਕ ਗਿਰ ਚੁੱਕੇ ਨੇ ਇਹ ਰਾਜਨੀਤਿਕ ਵਿੰਗ ਦੇ ਮੈਂਬਰ ਆਪਣੀਆਂ ਮਤਲਬ ਮਹੱਤਵਕਾਂਖਿਆਵਾਂ ਨੂੰ ਪੂਰਾ ਕਰਨ ਲਈ। ਇਹ ਆਪਣੇ ਪੂਜਨੀਕ ਗੁਰੂ ਜੀ ਜਿਨ੍ਹਾਂ ਦੇ ਕਰਕੇ ਅੱਜ ਇਹਨਾਂ ਦੀ ਜੋ ਐਗਜ਼ਿਸਟੈਂਸ ਹੈਗੀ ਹੈ, ਮਤਲਬ ਉਹਨਾਂ ਦੇ ਝੂਠੇ ਵਚਨ ਬਣਾ ਕੇ ਸਾਧ ਸੰਗਤ ਦੇ ਪਰੋਸ ਰਹੇ ਨੇ, ਇੱਥੇ ਇੰਨੇ ਜ਼ਿਆਦਾ ਗਿਰ ਚੁੱਕੇ ਨੇ। ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੁਸੀਂ ਇਹਦੇ ਬਾਰੇ ਤੁਸੀਂ ਕੀ ਚੀਜ਼ ਕਹਿਣਾ ਚਾਹੋਗੇ? ਜੀ ਜੀ ਭਾਈ ਜੀ, ਜਿੱਦਾਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਉਹ ਆਡੀਓ ਮੈਂ ਵੀ ਸੁਣੀ ਆ ਤੇ ਉਹਨੂੰ ਕਾਫੀ ਵਾਇਰਲ ਕੀਤਾ ਗਿਆ ਬਈ ਜੇਕਰ 3 ਵਚਨ ਜਿਨ੍ਹਾਂ ਤੋਂ ਗੁਰੂ ਜੀ ਕਹਿੰਦੇ ਨੇ ਵੀ ਭਾਈ ਚਾਹੇ ਹੋਰ ਕੋਈ ਵੀ ਕਮੀ ਹੋਵੇ ਤੁਹਾਡੇ ਤੇ, ਪਰ ਤੁਸੀਂ ਇਹਨਾਂ 3 ਵਚਨਾਂ ਤੇ ਤਾਂ ਬਿਲਕੁਲ ਹੀ ਪਹਿਰਾ ਦੇਣਾ, ਇਹਨਾਂ 3 ਵਚਨਾਂ ਚੋਂ ਗਲਤੀ ਨਹੀਂ ਕਰਨੀ। ਬਾਰ-ਬਾਰ ਹਜ਼ੂਰ ਪਿਤਾ ਜੀ ਇਹੀ ਗੱਲ ਕਹਿੰਦੇ ਰਹੇ, ਹਰੇਕ ਸਤਸੰਗ ਦੇ ਵਿੱਚ ਇਹ ਗੱਲ ਬੜੇ ਜ਼ੋਰ ਨਾਲ ਕਹਿੰਦੇ ਰਹੇ ਵੀ ਭਾਈ ਤੁਸੀਂ 3 ਵਚਨਾਂ ਤੇ ਕਾਇਮ ਰਹਿਣਾ ਤੇ ਸਤਿਗੁਰ ਤੇ ਰੱਖਣਾ ਪੂਰਾ ਦ੍ਰਿੜ ਵਿਸ਼ਵਾਸ। ਪਰ ਹੁਣ ਤੁਸੀਂ ਇਹ ਗੱਲ ਦੇਖੋ ਬਈ ਜਿੱਦਾਂ ਮਸਤਾਨਾ ਜੀ ਮਹਾਰਾਜ ਨੇ ਕਿਹਾ ਵੀ ਇੱਥੇ ਸੈਂਕੜੇ ਗੁਰੂ ਬਣ ਜਾਣਗੇ, ਹਰ ਕੋਈ ਪੁਖਤਾ ਰਹੇ, ਮੌਜ ਕੇ ਹੱਥ ਚੜੇ, ਨਹੀਂ ਤਾਂ ਨਰਕਾਂ 'ਚ ਜਾਊਗਾ। ਤਾਂ ਹੁਣ ਇਹ ਗੱਲ ਇੱਥੇ ਸਾਬਤ ਹੁੰਦੀ ਆ ਬਈ ਹੁਣ ਇਹਨਾਂ ਦੇ ਆਪਦੇ ਹੀ ਵਚਨ ਆ ਤੇ ਗੁਰੂ ਦਾ ਵਚਨ ਤਾਂ ਦੇਖੋ ਕਰਤਾ ਛੋਟਾ। ਬਈ ਜਿਹੜਾ ਗੁਰੂ ਨੇ ਇਹ ਗੱਲ ਕਹੀ ਵੀ 3 ਵਚਨਾਂ 'ਚ ਭਾਈ ਗਲਤੀ ਨਹੀਂ ਕਰਨੀ, ਉਹਨੂੰ ਤਾਂ ਕਹਿੰਦੇ ਵੀ ਬਹੁਤ ਛੋਟੀ ਚੀਜ਼ ਆ, ਚਾਹੇ ਕਰ ਦੋ ਕੋਈ ਦਿੱਕਤ ਨਹੀਂ। ਪਰ ਰਾਜਨੀਤਿਕ ਵਿੰਗ ਦੇ ਕਹੇ ਅਨੁਸਾਰ ਵੋਟ ਨਾ ਪਾਉਣੀ ਇਹ ਸਭ ਤੋਂ ਵੱਜਰ ਗਲਤੀ ਆ ਤੇ ਇਹਦੀ ਰੂਹਾਨੀਅਤ ਵਿੱਚ ਮਾਫੀ ਨਹੀਂ। ਤੇ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਜਿਹੜੇ ਬੰਦੇ ਇਦਾਂ ਦੇ ਨੇ ਸਾਧ ਸੰਗਤ ਭੋਲੀ ਭਾਲੀ ਸਾਧ ਸੰਗਤ ਦੇ ਦਿਮਾਗ ਨਾਲ ਖੇਡਦੇ ਆ, ਮੈਂ ਉਹਨਾਂ ਤੋਂ ਭਲੇ ਮਾਨਸ ਤੋਂ ਪੁੱਛਣਾ ਚਾਹੁੰਦਾ ਵੀ ਭਾਈ ਕਿਹੜੇ ਗ੍ਰੰਥ ਦੇ ਵਿੱਚ ਆ, ਕਿਹੜੇ ਗ੍ਰੰਥ ਦੇ ਵਿੱਚ ਦਰਜ ਆ ਵੀ ਗੁਰੂ ਦਾ ਵਚਨ ਤਾਂ ਤੁਸੀਂ ਜੀ ਕਾਟ ਕਰ ਦਿਓ, ਉਹਦੀ ਤਾਂ ਮਾਫੀ ਆ। ਉਹਦੀ ਮਾਫੀ ਵੀ ਇਹ ਗੁਰੂ ਤੋਂ ਦਬਾਉਣ ਦੀ ਗੱਲ ਨਹੀਂ ਕਰ ਰਹੇ, ਉਹਦੀ ਮਾਫੀ ਵੀ ਆਪ ਹੀ ਦੇਣ ਨੂੰ ਫਿਰਦੇ ਆ। ਤੇ ਜਿਹੜਾ ਮਤਲਬ ਇਹਨਾਂ ਦੀ ਗੱਲ ਨਾ ਮੰਨੇ ਉਹਨੂੰ ਵੱਜਰ ਗਲਤੀ ਦੱਸ ਰਿਹਾ।
ਤੇ ਫਿਰ ਉਹੀ ਗੱਲ ਆ ਗਈ ਨਾ ਵੀ ਜਿਹੜੀ ਮਸਤਾਨਾ ਜੀ ਮਹਾਰਾਜ ਨੇ ਗੱਲ ਕਹੀ ਵੀ ਭਾਈ ਇੱਥੇ ਸੈਂਕੜੇ ਗੁਰੂ ਬਣ ਜਾਣਗੇ, ਆ ਤੁਹਾਡੇ ਸਾਹਮਣੇ ਬਣੇ ਬੈਠੇ ਆ ਬਈ ਆਪਣੇ ਹੀ ਵਚਨ ਬਣਾ ਰਹੇ ਆ ਇਹ। ਜੀ ਪਰ ਕਿਸੇ ਗ੍ਰੰਥ ਦੇ ਵਿੱਚ, ਕਿਸੇ ਜੀ ਸਤਸੰਗ ਦੇ ਵਿੱਚ ਇਹ ਸਾਬਤ ਕਰਕੇ ਦਿਖਾਉਣ ਵੀ ਇਹ ਗੱਲ ਗੁਰੂ ਜੀ ਨੇ ਕਦੇ ਕਹੀ ਹੈ। ਤਾਂ ਸਾਧ ਸੰਗਤ ਨੂੰ ਹੁਣ ਇਹ ਚਾਹੀਦਾ, ਹੁਣ ਦੇਖੋ ਐ ਸਮਝ ਲਓ ਬਈ ਜਦੋਂ ਪਿਤਾ ਜੀ ਨੇ ਬਿੰਗ ਬਾਰੇ ਗੱਲ ਕੀਤੀ ਵੀ ਨਾ ਬਣਾਓ, ਇਹਨਾਂ ਨੇ ਧੱਕੇ ਨਾਲ ਫਿਰ ਵੀ ਬਣਾਇਆ, ਸਾਧ ਸੰਗਤ ਦੇ ਦਿਮਾਗ ਨਾਲ ਖੇਡ ਕੇ ਫਿਰ ਵੀ ਬਣਾਇਆ। ਸੰਗਤ ਨੂੰ ਵੀ ਲੱਗਿਆ ਜਿੱਦਾਂ ਪਿਤਾ ਜੀ ਕਹਿੰਦੇ ਨੇ ਵੀ ਗਊ ਨੂੰ ਪੇੜਾ ਦਿਖਾ ਦਿੰਦੇ ਆ, ਔਰ ਗਊ ਨੂੰ ਤਾਂ ਲੱਗਦਾ ਵੀ ਪੇੜਾ ਮੇਰਾ ਢਿੱਡ ਭਰੂਗਾ, ਵੀ ਮੇਰਾ ਪੇਟ ਭਰੂਗਾ, ਪਰ ਗਊ ਨੂੰ ਇਹ ਨਹੀਂ ਨਾ ਪਤਾ ਲੱਗਦਾ ਵੀ ਮੇਰੀ ਧੌਣ ਵੀ ਕੱਟੀ ਜਾ ਸਕਦੀ ਹੈ, ਇਹ ਪਿੱਛੇ ਕੋਈ ਹਥਿਆਰ ਵੀ, ਇਹਦੇ ਤਿੱਖਾ ਹਥਿਆਰ ਵੀ, ਤੇਜ਼ਧਾਰ ਹਥਿਆਰ ਵੀ ਇਹਦੇ ਹੱਥ 'ਚ ਹੋ ਸਕਦਾ ਜਿਹੜਾ ਇਹ ਪਿੱਛੇ ਕਰੀ ਖੜਾ ਹੋਵੇ। ਤਾਂ ਉਸ ਤਰੀਕੇ ਨਾਲ ਸਾਧ ਸੰਗਤ ਨੂੰ ਇਹਨਾਂ ਦੀਆਂ ਮਨਸ਼ਾਵਾਂ ਦਾ ਨਹੀਂ ਨਾ ਪਤਾ ਸੀਗਾ ਵੀ ਇਹਨਾਂ ਦੀ ਅਸਲ ਮਨਸ਼ਾਵਾਂ ਕੀ ਨੇ। ਤਾਂ ਸਾਧ ਸੰਗਤ ਉਹ ਮਨਸ਼ਾਵਾਂ ਨੂੰ ਨਾ ਭਾਪਦੇ ਹੋਏ ਇਹ ਚੱਕਰ ਦੇ ਵਿੱਚ ਫਸ ਗਈ। ਫਿਰ ਇਹਦੇ ਵਾਸਤੇ ਹਜ਼ੂਰ ਪਿਤਾ ਜੀ ਨੇ ਫਿਰ ਤੋਂ ਇਹ ਗੱਲ ਕਹੀ ਵੀ ਭਾਈ ਚਲੋ ਠੀਕ ਆ, ਤੁਸੀਂ ਬਣਾ ਤਾਂ ਲਿਆ, ਦੇਖਿਓ ਕਿਤੇ ਤੁਹਾਡਾ ਬਿੰਗ ਹੈ ਜਿਹੜਾ ਉਹ ਕਿਤੇ ਬਿੰਗਾ ਨਾ ਹੋ ਜੇ। ਹੁਣ ਇੱਕ ਗੱਲ ਇੱਥੇ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਬਈ ਉਦਾਂ ਤਾਂ ਸਾਰੀ ਸੰਗਤ ਇਹ ਗੱਲ ਕਹਿੰਦੀ ਹੈ ਵੀ ਗੁਰੂ ਦੇ ਵਚਨਾਂ ਤੇ ਪਹਿਰਾ ਦੇਣਾ ਚਾਹੀਦਾ ਜੀ। ਜਿੰਨੇ ਗ੍ਰੰਥ ਪੋਥੀਆਂ ਨੇ, ਸਾਡੀ ਪਵਿੱਤਰ ਗੁਰਬਾਣੀ ਆ, ਜਿੰਨੇ ਧਾਰਮਿਕ ਗ੍ਰੰਥ ਨੇ, ਜਿੰਨਾ ਅਸੀਂ ਗੁਰੂਆਂ ਦੇ ਜੀਵਨ ਨੂੰ ਪੜ੍ਹਿਆ, ਖਾਸ ਕਰਕੇ ਪੰਜਾਬ ਹਰਿਆਣਾ ਵਾਲਿਆਂ ਨੇ, ਤਾਂ ਉਹਨਾਂ ਨੂੰ ਪਤਾ ਵੀ ਗੁਰੂ ਦਾ ਵਚਨ ਕਿੱਡੀ ਮਹੱਤਤਾ ਰੱਖਦਾ। ਚਾਹੇ ਰੱਬ ਦੀ ਗੱਲ ਨੂੰ ਤੁਸੀਂ ਇਗਨੋਰ ਕਰ ਦਿਓ, ਪਰ ਗੁਰੂ ਦੀ ਗੱਲ ਨੂੰ ਇਗਨੋਰ ਕਰਕੇ ਬੰਦਾ ਬਚ ਨਹੀਂ ਸਕਦਾ। ਤੇ ਹੁਣ ਜਦੋਂ ਗੁਰੂ ਇਹ ਗੱਲ ਕਹਿੰਦਾ ਵੀ ਭਾਈ ਪਹਿਲੀ ਗੱਲ ਤਾਂ ਬਣਾਉਣਾ ਨਹੀਂ, ਫਿਰ ਵੀ ਧੱਕੇ ਨਾਲ ਬਣਾ ਰਹੇ ਨੇ, ਫਿਰ ਗੁਰੂ ਇਹ ਗੱਲ ਕਹਿੰਦਾ ਵੀ ਭਾਈ ਇਹ ਬਿੰਗਾ ਨਾ ਹੋ ਜੇ। ਹੁਣ ਜਿਹੜੇ ਨੇ ਅੱਗੇ ਚੱਲ ਕੇ ਬਿੰਗਾ ਹੋਣੇ ਹੀ ਆ, ਤੇ ਸੰਗਤ ਨੇ ਉਹਨੂੰ ਕਿੱਦਾਂ ਪ੍ਰਵਾਨ ਕਰ ਲਿਆ। ਇੱਥੇ ਸੰਗਤ ਦੀ ਇਹ ਬਹੁਤ ਵੱਡੀ ਇੱਕ ਨਾਕਾਮੀ ਸੀ ਗੁਰੂ ਦੇ ਵਚਨਾਂ। ਜੀ ਬਈ ਜੀ ਦੱਸਿਆ ਜੀ, ਇਸ ਤੋਂ ਵੀ ਵੱਡਾ ਵਚਨ ਪਿਤਾ ਜੀ ਨੇ ਕੀਤਾ ਸੀ ਕਿ ਇਸ ਵਿੰਗ ਦੀ ਗਾਜ ਸਾਡੇ ਤੇ ਗਿਰੂਗੀ, ਮਤਲਬ ਉਸ ਗੱਲ ਦਾ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ। ਬਿਲਕੁਲ ਬਿਲਕੁਲ। ਤੇ ਪਿਤਾ ਜੀ ਨੇ ਜਦੋਂ ਇਹ ਗੱਲ ਕਹੀ ਵੀ ਭਾਈ ਇਹ ਬਿੰਗਾ ਹੋਊਗਾ, ਜੇ ਇਹਦੇ ਛਿੱਟੇ ਨੇ ਇਸ ਗੰਦਗੀ ਦੇ ਸਾਡੇ ਤੇ ਪੈਣਗੇ, ਤੇ ਸੰਗਤ ਨੇ ਕਿੱਦਾਂ ਮੰਨ ਲਿਆ, ਆਪਦੇ ਗੁਰੂ ਤੇ ਛਿੱਟੇ ਪਵਾਉਣੇ ਤਾਂ ਪ੍ਰਵਾਨ ਕਰ ਲਏ ਤੇ ਬਿੰਗਾ ਹੋਣਾ ਤਾਂ ਪ੍ਰਵਾਨ ਕਰ ਲਿਆ, ਪਰ ਗੁਰੂ ਦੀ ਇੱਜ਼ਤ ਜਿਹੜੀ ਕਿ ਸਭ ਤੋਂ ਵੱਡਾ ਹੁੰਦਾ। ਜਦੋਂ ਜਾਮ ਪੀਤਾ 2007 ਤੋਂ ਜਾਮ ਪਿਆਇਆ ਪਿਤਾ ਜੀ ਨੇ, 29 ਅਪ੍ਰੈਲ 2007 ਤੋਂ ਜਾਮ ਪਿਆਉਣਾ ਸਟਾਰਟ ਕੀਤਾ। ਉਹਦੇ ਵਿੱਚ 48 ਨਿਯਮ ਲਿਖਵਾਏ, ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਨਿਯਮ ਲਿਖਵਾਇਆ ਬਈ ਭਾਈ ਗੁਰੂ ਦੀ ਆਨ ਬਾਨ ਸ਼ਾਨ ਤੇ ਦੇਸ਼ ਦੀ ਆਨ ਬਾਨ ਸ਼ਾਨ ਲਈ ਮਰ ਮਿਟਣਾ, ਨਾ ਜ਼ੁਲਮ ਸਹਿਣਾ ਨਾ ਕਰਨਾ। ਤਾਂ ਗੁਰੂ ਦੀ ਆਨ ਬਾਨ ਸ਼ਾਨ ਤਾਂ ਜਦੋਂ ਸੱਤ ਦੇ ਵਿੱਚ ਹੀ ਭੰਗ ਕਰ ਰਹੇ ਹੋ ਤੁਸੀਂ। ਜਦੋਂ ਗੁਰੂ ਕਹਿ ਰਿਹਾ ਵੀ ਇਹਦੇ ਛਿੱਟੇ ਮੇਰੇ ਤੇ ਪੈਣਗੇ, ਹੁਣ ਮੰਨ ਲਓ ਕੋਈ ਬੰਦਾ ਸਾਫ਼ ਕੱਪੜੇ ਪਾਏ ਆ, ਕੋਈ ਬੰਦਾ ਪਾਣੀ ਡੋਲਦਾ ਹੋਵੇ, ਉਹ ਕਹਿੰਦਾ ਵੀ ਭਾਈ ਨਹੀਂ ਰੁਕ ਜਾਓ, ਫੇਰ ਡੋਲ ਲਿਓ, ਮੇਰੇ ਚਿੱਟੇ ਕੱਪੜੇ ਪਾਏ ਆ, ਮੈਂ ਕਿਤੇ ਜਾਣਾਗਾ ਤੇ ਤੁਸੀਂ ਬਚਤ ਰੱਖ ਲਓ, ਬਾਅਦ ਚ ਡੋਲ ਲਿਓ। ਪਰ ਨਹੀਂ, ਆਪਾਂ ਕਹੀਏ ਵੀ ਨਹੀਂ ਤੇਰੇ ਚਿੱਟੇ ਕੱਪੜਿਆਂ ਦੀ ਸਾਨੂੰ ਪਰਵਾਹ ਨਹੀਂ, ਪਰ ਅਸੀਂ ਤਾਂ ਡੋਲਣਾ ਜ਼ਰੂਰੀ ਆ ਇਹ। ਤਾਂ ਉਦਾਂ ਦੀ ਗੱਲ ਸਾਧ ਸੰਗਤ ਨੇ ਵੀ ਕਰਤੀ ਬਈ ਪਿਤਾ ਜੀ ਕਹਿੰਦੇ ਵੀ ਸਾਡੇ ਤੇ ਇਹਦੇ ਛਿੱਟੇ ਪੈਣਗੇ, ਇਸ ਗੰਦਗੀ ਦੇ ਰਾਜਨੀਤਿਕ ਛਿੱਟੇ ਪੈਣਗੇ, ਵੀ ਭਾਈ ਅਸੀਂ ਬਦਨਾਮ ਹੋਵਾਂਗੇ। ਪਰ ਸੰਗਤ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਤਾਂ ਇਹਨਾਂ ਦੀਆਂ ਤਾਂ ਮਨਸ਼ਾਂ ਵੀ ਇਦਾਂ ਦੀਆਂ ਸੀਗੀਆਂ ਵੀ ਇਹ ਤਾਂ ਚਾਹੁੰਦੇ ਹੀ ਇਹ ਕੰਮ ਸੀਗੇ। ਤਾਂ ਸਾਧ ਸੰਗਤ ਵੀ ਇਸ ਚੱਕਰ ਦੇ ਵਿੱਚ ਪੈ ਕੇ ਕਿਤੇ ਨਾ ਕਿਤੇ ਗੁਨਾਹਗਾਰ ਹੋ ਗਈ। ਹੁਣ ਤੁਸੀਂ ਇਹ ਦੱਸੋ ਵੀ ਗੁਰੂ ਤਾਂ ਗੱਲ ਕਹਿੰਦਾ ਵੀ ਭਾਈ ਮੇਰਾ ਕੋਈ ਫੈਸਲਾ ਨਹੀਂ ਹੁੰਦਾ। ਅਨੇਕਾਂ ਵੀਡੀਓ ਆਪਾਂ ਸਾਧ ਸੰਗਤ ਦੇ ਸਾਹਮਣੇ ਇਹ ਰੱਖੀਆਂ ਆਹ ਦਿਨਾਂ ਦੇ ਵਿੱਚ, ਵੋਟਾਂ ਦੇ ਵਿੱਚ ਤਕਰੀਬਨ 2 ਮਹੀਨੇ ਹੋ ਗਏ ਆਪਾਂ ਨੂੰ ਇਹ ਵੀਡੀਓ ਸੰਗਤ ਨੂੰ ਵਾਰ-ਵਾਰ ਸੁਣਾਉਣ ਦੇ ਵਾਸਤੇ ਆਪਾਂ ਨੇ ਜ਼ੋਰ ਲਾਇਆ, ਦਿਨ ਰਾਤ ਇੱਕ ਕੀਤਾ ਬਈ ਸੰਗਤ ਨੂੰ ਘੱਟੋ ਘੱਟ ਗੁਰੂ ਦੀ ਗੱਲ ਸਮਝ ਆਵੇ। ਹੁਣ ਜਦੋਂ ਪਿਤਾ ਜੀ ਨੂੰ ਇਹ ਗੱਲ ਪੁੱਛੀ ਵੀ ਭਾਈ ਵੀ ਗੁਰੂ ਜੀ ਤੁਸੀਂ ਕਿਸੇ ਵਿਸ਼ੇਸ਼ ਪਾਰਟੀ ਨੂੰ ਵੋਟਾਂ ਪਾਉਣ ਵਾਸਤੇ ਆਪਣੇ ਅਨੁਯਾਈਆਂ ਨੂੰ ਕਹਿੰਦੇ ਹੋ, ਤਾਂ ਪਿਤਾ ਜੀ ਨੇ ਇਹ ਗੱਲ ਕਹੀ ਵੀ 1948 ਤੋਂ ਲੈ ਕੇ ਭਾਈ ਅਸੀਂ ਕਦੇ ਵੀ ਨਹੀਂ ਕਿਹਾ ਇਹ ਗੱਲ, ਡੇਰੇ ਸੱਚੇ ਸੌਦੇ ਦਾ ਇਸ ਨਾਲ ਕਿਤੇ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੈਗਾ ਬਈ, ਅਸੀਂ ਕਦੇ ਨਹੀਂ ਕਿਹਾ, ਅਸੀਂ ਸਿਰ ਦੀ ਸ਼ਰਤ ਦਿੰਦੇ ਹਾਂ, ਅਸੀਂ ਕਦੇ ਨਹੀਂ ਕਹੀ ਗੱਲ ਵੀ ਫਲਾਂ ਪਾਰਟੀ ਨੂੰ ਵੋਟ ਪਾਓ ਜਾਂ ਨਾ ਪਾਓ। ਬਈ ਇਹ ਸੰਗਤ ਦਾ ਆਪਣਾ ਫੈਸਲਾ ਹੁੰਦਾ, ਰਾਜਨੀਤਿਕ ਵਿੰਗ ਦਾ ਆਪਣਾ ਫੈਸਲਾ ਹੁੰਦਾ, ਸਾਡਾ ਨਹੀਂ ਹੁੰਦਾ। ਪਰ ਨਹੀਂ, ਸੰਗਤ ਜਾਂ ਰਾਜਨੀਤਿਕ ਵਿੰਗ ਦੇ ਲੋਕ ਇਸ ਗੱਲ ਤੇ ਜ਼ੋਰ ਦੇ ਰਹੇ ਆ ਬਈ ਨਹੀਂ, ਫੈਸਲਾ ਹੁੰਦਾ ਤਾਂ ਗੁਰੂ ਦਾ ਹੁੰਦਾ। ਆ ਥੋੜੇ ਚਿਰ ਦੀ ਗੱਲ ਹੈ, ਜਦੋਂ ਜਨਵਰੀ ਦਾ ਇਹਨਾਂ ਨੇ ਭੰਡਾਰਾ ਮਨਾਇਆ ਸਲਾਵਤਪੁਰੇ ਦੇ ਵਿੱਚ, ਉਸ ਦੇ ਵਿੱਚ ਇੱਕ ਇੰਟਰਵਿਊ ਹੋਇਆ ਰਾਮ ਸਿੰਘ ਚੇਅਰਮੈਨ ਦਾ। ਤਾਂ ਉਹਦੇ ਵਿੱਚ ਉਹ ਤੋਂ ਇਹ ਗੱਲ ਪੁੱਛੀ ਗਈ ਪੱਤਰਕਾਰ ਨੇ ਵੀ ਰਾਮ ਸਿੰਘ ਚੇਅਰਮੈਨ ਜੀ ਇਹ ਦੱਸੋ ਵੀ ਜਿਹੜੀਆਂ ਹੁਣ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਜਿਹੜਾ ਫੈਸਲਾ ਉਹ ਉੱਪਰੋਂ ਹੋਊਗਾ ਤੁਹਾਡਾ, ਵੋਟਾਂ ਬਾਰੇ ਜਿਹੜਾ ਵੀ ਫੈਸਲਾ ਹੁੰਦਾ ਵੀ ਕਿਸੇ ਵਿਸ਼ੇਸ਼ ਪਾਰਟੀ ਨੂੰ ਵਿਸ਼ੇਸ਼ ਵਿਅਕਤੀ ਨੂੰ ਵੋਟ ਪਾਉਣੀ ਆ, ਉਸ ਫੈਸਲੇ ਨੂੰ ਫੈਸਲਾ ਉੱਪਰੋਂ ਦਾ ਮਤਲਬ ਵੀ ਪਿਤਾ ਜੀ ਕਰਦੇ ਆ। ਤਾਂ ਉਹ ਕਹਿੰਦਾ ਨਹੀਂ, ਉੱਪਰੋਂ ਕੋਈ ਫੈਸਲਾ ਨਹੀਂ ਹੁੰਦਾ। ਇਹ ਸਾਧ ਸੰਗਤ ਜੀ
ਇਹ ਗੱਲ ਅਸੀਂ ਕੋਈ ਹਵਾ 'ਚ ਨਹੀਂ ਕਰ ਰਹੇ। ਇਸ ਗੱਲ ਦੇ ਸਾਡੇ ਕੋਲ ਵੀਡੀਓ ਪਈ ਆ, ਉਹ ਵੀਡੀਓ ਇੰਟਰਨੈਟ ਤੇ ਵੀ ਪਈ ਆ। ਉਹਦੇ ਵਿੱਚ ਬੜਾ ਸਪਸ਼ਟ ਤੌਰ ਤੇ ਉਹ ਇਹ ਗੱਲ ਕਹਿੰਦਾ, ਮੈਨੂੰ ਉੱਪਰੋਂ ਕੋਈ ਫੈਸਲਾ ਨਹੀਂ ਆਉਂਦਾ, ਜਿਹੜਾ ਫੈਸਲਾ ਹੁੰਦਾ ਉਹ ਸਾਧ ਸੰਗਤ ਕਰਦੀ ਆ, ਸਾਧ ਸੰਗਤ ਤੋਂ ਰਾਏ ਲਈ ਜਾਊਗੀ। ਹੁਣ ਮੈਂ ਜਿਹੜੀ ਵੀ ਸਾਧ ਸੰਗਤ ਆਪਣੇ ਦਿਮਾਗ ਤੇ ਜ਼ੋਰ ਦੇਵੇ, ਬਈ ਕਿੱਦੇ ਰਾਏ ਲਈ ਇਹਨਾਂ ਨੇ? 2007 ਤੇ ਇੱਕ ਟ੍ਰੇਲਰ ਦਿਖਾਇਆ ਇਹਨਾਂ ਨੇ, ਉਦੋਂ ਬਾਅਦ 2007 ਤੋਂ ਬਾਅਦ ਕਦੇ ਰਾਏ ਲਈ ਇਹਨਾਂ ਦੇ ਦੱਸੋ ਤੁਹਾਡੇ? ਜਦੋਂ ਕਿ ਪਿਤਾ ਜੀ ਇਹ ਗੱਲ ਕਹਿੰਦੇ ਰਹੇ ਆ ਵੀ ਪਹਿਲਾਂ ਭਾਈ ਸੰਗਤ ਦੀ ਰਾਏ ਲੈਣੀ ਆ, ਤਾਂ ਹੀ ਇਹਦਾ ਨਾਂ ਰੱਖਿਆ ਜੀ ਡੇਰੇ ਦੀ ਸੰਗਤ ਦੇ ਨਾਂ ਤੇ ਨਾਂ ਰੱਖਿਆ ਇਹਦਾ, ਬਈ ਸੰਗਤ ਦਾ ਮਤਲਬ ਰਾਜਨੀਤਿਕ ਵਿੰਗ ਹੈ। ਹਾਂ, ਸਾਧ ਸੰਗਤ ਰਾਜਨੀਤਿਕ ਵਿੰਗ ਹੈ। ਬਈ ਸਾਧ ਸੰਗਤ ਦਾ ਜੀ ਇਹਦੇ ਨਾਲ ਵਾਸਤਾ, ਸਾਡਾ ਕੋਈ ਵਾਸਤਾ ਨਹੀਂ। ਡੇਰੇ ਸੱਚੇ ਸੌਦੇ ਦਾ ਇਹਨਾਂ ਦੇ ਵਿੱਚ ਕਿਤੇ ਵੀ ਲਫ਼ਜ਼ ਨਹੀਂ ਆਉਂਦਾ। ਆਪਾਂ ਇਸ ਨਾਮ ਨੂੰ ਜੇਕਰ ਸੰਖੇਪ ਚ ਸਮਝਣ ਦਾ ਯਤਨ ਕਰੀਏ ਤਾਂ ਇਹਦੇ ਵਿੱਚ ਕਿਤੇ ਵੀ ਡੇਰੇ ਸੱਚੇ ਸੌਦੇ ਦਾ ਨਾਮ ਜਾਂ ਹਜ਼ੂਰ ਪਿਤਾ ਜੀ ਦਾ ਨਾਮ ਨਹੀਂ ਆਉਂਦਾ। ਦੂਜੀ ਗੱਲ ਇਹ ਹੈ ਸੈਮ ਜੀ, ਬਈ ਜਦੋਂ ਇਹ ਗੱਲ ਰਾਮ ਸਿੰਘ ਚੇਅਰਮੈਨ ਕਹਿੰਦਾ ਵੀ ਉੱਪਰੋਂ ਫੈਸਲਾ ਨਹੀਂ ਆਉਂਦਾ ਜੀ, ਸੰਗਤ ਨਾਲ ਅਸੀਂ ਤਾਂ ਮਤਲਬ ਜਿਵੇਂ ਸੰਗਤ ਕਹੂਗੀ ਵੀ ਸਾਰੇ ਫੈਸਲਾ ਫਲਾਂ ਪਾਰਟੀ ਨੂੰ ਕਰਨਾ, ਫਲਾਂ ਨੂੰ ਕਰਾਂਗੇ ਜੀ, ਜੇ ਇਕੱਲੇ ਪੰਜਾਬ ਦਾ ਕਰਨਾ ਚਾਹੂਗੀ ਤਾਂ ਪੰਜਾਬ ਦਾ ਕਰਾਂ, ਪਰ ਹਜੇ ਫਿਲਹਾਲ ਸਾਡੀ ਰਾਏ ਨਹੀਂ। ਹੁਣ ਮੈਂ ਸਾਧ ਸੰਗਤ ਜੋ ਵੀ ਇੱਥੇ ਵੇਖ ਰਹੀ ਆ ਉਹਨਾਂ ਨੂੰ ਮੈਂ ਪੁੱਛਣ ਚਾਹੁੰਦਾ ਵੀ ਤੁਹਾਡੇ ਕੋਲ ਕਦੇ ਆਏ ਇਹ? ਕਦੇ ਪਿੰਡ ਦੀ ਸੰਗਤ ਨੂੰ, ਬਲਾਕ ਦੀ ਸੰਗਤ ਨੂੰ, ਜ਼ਿਲ੍ਹੇ ਦੀ ਸੰਗਤ ਨੂੰ ਇਹ ਇਕੱਠਾ ਕਰਕੇ ਕਦੇ ਤੁਹਾਨੂੰ ਪੁੱਛਿਆ ਇਸ ਗੱਲ ਨੂੰ? ਕਦੇ ਕਿਹਾ ਇਹਨਾਂ ਨੇ ਬਈ ਭਾਈ ਆਓ ਤੁਹਾਡੀ ਮੀਟਿੰਗ ਲਈਏ? ਬਈ ਦੱਸੋ ਕਿਹੜੀ ਸੰਗਤ ਕਹਿੰਦੀ ਹੈ ਇਸ ਗੱਲ ਨੂੰ? ਫਿਰ ਤਾਂ ਚਲੋ ਮੰਨਿਆ ਜਾਵੇ ਵੀ ਭਾਈ ਬਹੁਮਤ ਸੀਗਾ, ਅਕਾਲੀਆਂ ਨੂੰ, ਭਾਜਪਾ ਨੂੰ, ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਕਹਿ ਗਿਆ। ਪਰ ਸੰਗਤ ਇਸ ਗੱਲ ਨੂੰ ਸਮਝਦੀ ਨਹੀਂ ਹੈਗੀ ਵੀ ਜਦੋਂ ਗੁਰੂ ਦਾ ਪਹਿਲਾ ਵਚਨ ਆ ਵੀ ਪਹਿਲਾਂ ਤਾਂ ਭਾਈ ਮੀਟਿੰਗ ਕਰਨੀ ਆ, ਫਿਰ ਉਸ ਮੀਟਿੰਗ ਦੇ ਅਨੁਸਾਰ ਰਾਜਨੀਤਿਕ ਵਿੰਗ ਨੇ ਜਿਹੜਾ ਫੈਸਲਾ ਲੈਣਾ, ਵੀ ਉਸ ਮੀਟਿੰਗ ਦੇ ਵਿੱਚ 60% ਲੋਕ ਨੇ ਜਿਹੜੇ ਸੰਗਤ ਦੇ, ਉਹ ਕਿਸੇ ਵਿਸ਼ੇਸ਼ ਪਾਰਟੀ ਨੂੰ ਵੋਟ ਪਾਉਣ ਵਾਸਤੇ ਕਹਿਣ ਵੀ ਸਾਡੀ ਉਧਰ ਸਹਿਮਤੀ ਆ। ਫਿਰ ਰਾਜਨੀਤਿਕ ਵਿੰਗ ਨੇ ਸੰਗਤ ਦੇ ਫੈਸਲੇ ਅਨੁਸਾਰ ਆਪਣਾ ਫੈਸਲਾ ਦੇਣਾ, ਫਿਰ ਉਸ ਫੈਸਲੇ ਅਨੁਸਾਰ ਮੰਨ ਲਓ ਏਕਤਾ 'ਚ ਰਹਿ ਕੇ ਤੁਸੀਂ ਵੋਟਿੰਗ ਕਰਨੀ ਆ। ਹੁਣ ਪਹਿਲਾ ਲਫ਼ਜ਼ ਭੁੱਲ ਜਾਂਦੇ ਨੇ, ਰਾਜਨੀਤਿਕ ਵਿੰਗ ਦੇ ਫੈਸਲੇ ਨੂੰ ਜਾਂ ਏਕਤਾ 'ਚ ਰਹਿਣ ਵਾਲੀ ਗੱਲ ਨੂੰ ਇਹ ਪ੍ਰਮੁਖਤਾ ਨਾਲ ਮੰਨ ਲਓ ਵੀਡੀਓ ਨੂੰ ਕੱਟ ਕੇ ਪਾ ਦਿੰਦੇ ਆ, ਪਰ ਉਹਦਾ ਜਿਹੜਾ ਪਹਿਲਾ ਵਚਨ ਹੈ ਪਿਤਾ ਜੀ ਦਾ ਉਸ ਨੂੰ ਕੱਟ ਦਿੰਦੇ ਆ, ਗੁਰੂ ਦੇ ਵਚਨਾਂ ਨਾਲ ਛੇੜਛਾੜ ਕਰਦੇ ਆ। ਜਦੋਂ ਕਿ ਹਜ਼ੂਰ ਪਿਤਾ ਜੀ ਨੇ ਜਦੋਂ ਇਹ ਮੰਨ ਲਓ ਲਿਖਾਇਆ, ਜਦੋਂ ਰਹਿਤਨਾਮਾ ਕਹਿ ਲਈਏ ਜਾਂ ਜਦੋਂ ਬੰਦਸ਼ਾਂ ਲਾਈਆਂ ਨੇ ਵੀ ਭਾਈ ਆਹ ਗੱਲ ਕਰਨੀ ਆ, ਆਹ ਨਹੀਂ ਕਰਨੀ, ਤਾਂ ਉਹਨਾਂ ਦੇ ਵਿੱਚ ਇਹ ਲਿਖਾਇਆ ਵੀ ਕਿਸੇ ਵੀ ਵਚਨ ਨੂੰ ਭਾਈ ਤੋੜ ਮਰੋੜ ਕੇ ਨਹੀਂ ਪੇਸ਼ ਕਰਨਾ। ਤਾਂ ਇਹਦਾ ਮਤਲਬ ਗੁਰੂ ਜੀ ਨੂੰ ਪਤਾ ਸੀਗਾ ਵੀ ਇਹ ਤੋੜ ਮਰੋੜ ਕੇ ਪੇਸ਼ ਕਰਨਗੇ। ਤਾਂ ਪਹਿਲਾ ਜਿਹੜਾ ਵਚਨ ਹੈ ਪਿਤਾ ਜੀ ਦਾ ਵੀ ਭਾਈ ਮੀਟਿੰਗ ਕਰਨੀ ਹੈ ਪਹਿਲਾਂ ਸਾਧ ਸੰਗਤ ਨਾਲ, ਉਹ ਮੀਟਿੰਗ ਤਾਂ ਕਿਤੇ ਕੀਤੀ ਨਹੀਂ ਗਈ, ਫੈਸਲਾ ਸੁਣਾਇਆ ਜਾ ਰਿਹਾ। ਹੁਣ ਦਾਅਵਾ ਇਹ ਵੀ ਕੀਤਾ ਜਾ ਰਿਹਾ ਵੀ ਨਹੀਂ ਅਸੀਂ ਤਾਂ ਸੰਗਤ ਦੇ ਫੈਸਲੇ ਅਨੁਸਾਰ ਆਪਦਾ ਫੈਸਲਾ ਦਿੰਦੇ ਆ। ਜੀ ਬਾਈ ਜੀ ਤਸੀਮ ਜੀ, ਇੱਥੇ ਰੋਕ ਕੇ ਮੈਂ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਮੈਂ ਭੁੱਲ ਜੂੰਗਾ ਤੁਹਾਡੇ ਕੋਲੋਂ, ਮੈਂ ਉਹ ਵੀ ਕਲੀਅਰ ਕਰਨਾ ਚਾਹਣਾ ਕਿ ਪਿਤਾ ਜੀ ਨੇ ਹੁਕਮ ਕੀਤਾ ਸੀ ਰਾਜਨੀਤਿਕ ਵਿੰਗ, ਚਲੋ ਠੀਕ ਹੈ ਇਹਨਾਂ ਨੇ ਬਣਾਇਆ, ਰਾਜਨੀਤਿਕ ਵਿੰਗ ਹੀ ਰਾਜਨੀਤੀ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਸਕਦਾ ਸੀ, ਉਹਨਾਂ ਨੂੰ ਡੀਲ ਕਰਨ ਦਾ ਮਤਲਬ ਵੀ ਚਲੋ ਪਿਤਾ ਜੀ ਨੇ ਪ੍ਰਵਾਨਗੀ ਦਿੱਤੀ ਉਹਨਾਂ ਨੂੰ ਕਿ ਪੋਲੀਟੀਕਲ ਜਿਹੜੇ ਮਸਲੇ ਨੇ ਉਹ ਪੋਲੀਟੀਕਲ ਵਿੰਗ ਦੇਖੂਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਆਪਣੀ ਮਤਲਬ ਯੂਥ ਵਿਰੰਗਨਾਵਾਂ ਇੱਕ ਸੰਸਥਾ ਜਿਹੜੀ ਬਣੀ ਸੀ, ਰਜਿਸਟਰ ਹੋਈ ਸੀਗੀ, ਉਹਦੇ ਵਾਸਤੇ ਤਾਂ ਪਿਤਾ ਜੀ ਦਾ ਪੋਲੀਟੀਕਲ ਵਿੰਗ ਦੇ ਵਿੱਚ ਪੋਲੀਟੀਕਲ ਕੋਈ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਪਿਤਾ ਜੀ ਦਾ ਕੋਈ ਹੁਕਮ ਹੀ ਨਹੀਂ ਸੀਗਾ। ਉਹਨਾਂ ਨੂੰ ਡਾਇਰੈਕਟਲੀ ਪਿਤਾ ਜੀ ਦਾ ਹੁਕਮ ਸੀਗਾ ਕਿ ਤੁਸੀਂ ਮਾਨਵਤਾ ਭਲਾਈ ਦੇ ਕੰਮ ਕਰਨੇ ਨੇ, ਤੁਸੀਂ ਸਿਰਫ ਔਰ ਸਿਰਫ ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚ ਦੇ ਵੱਲ ਹੀ ਧਿਆਨ ਦੇਣਾ ਹੈ। ਪਰ ਬੀਤੇ ਦਿਨੀ ਜਦੋਂ ਪੰਜਾਬ ਦੀਆਂ ਵੋਟਾਂ ਸੀਗੀਆਂ, ਇਹ ਚੀਜ਼ ਦੇਖਣ ਦੇ ਵਿੱਚ ਆਈ ਕਿ ਗੁਰਚਰਨ ਕੌਰ ਵਰਗੀਆਂ ਜੋ ਲੇਡੀਜ਼ ਨੇ ਜੋ ਕਿ ਉਸ ਵਿੰਗ ਦੀ ਮੈਂਬਰਸ ਨੇ, ਤੇ ਉਹਨਾਂ ਨੇ ਤਲਵੰਡੀ ਸਾਬੋ ਦੇ ਏਰੀਆ ਦੇ ਵਿੱਚ ਜੋ ਜੱਸੀ ਹੈ, ਹਜ਼ੂਰ ਪਿਤਾ ਜੀ ਦਾ ਕੁੜਮ ਹੈ, ਉਸ ਜੱਸੀ ਨੂੰ ਲੋਕਾਂ ਦਾ ਉੱਥੇ ਸਮਰਥਨ ਦਿਵਾਉਣ ਦੇ ਲਈ ਉੱਥੇ ਬਹੁਤ ਜ਼ਿਆਦਾ ਜਾ ਕੇ ਉਹਨਾਂ ਦਾ ਪ੍ਰਚਾਰ ਕੀਤਾ। ਆਪਣੀਆਂ ਹੋਰ ਸੇਵਾਦਾਰ ਭੈਣਾਂ ਜਿਹੜੀਆਂ ਉਹਦੇ ਨਾਲ ਹੁੰਦੀਆਂ ਨੇ, ਪਿਤਾ ਜੀ ਦੇ ਵਚਨਾਂ ਦੀ ਕਾਟ ਕਰਦੇ ਹੋਏ, ਪਿਤਾ ਜੀ ਦੇ ਵਚਨਾਂ ਨੂੰ ਤਾਰ-ਤਾਰ ਕਰਦੇ ਹੋਏ, ਉਹਨਾਂ ਡਿਊਟੀਆਂ ਵੀ ਉੱਥੇ ਲਗਾਈਆਂ ਕਿ ਤੁਸੀਂ ਜੱਸੀ ਨੂੰ ਇਲੈਕਸ਼ਨ ਦੇ ਵਿੱਚ ਉਹਨੂੰ ਪ੍ਰਮੋਟ ਕਰੋ। ਇੱਥੇ ਤੱਕ ਕਿ ਇਹ ਦੇਖਿਆ ਗਿਆ ਕਿ ਜਦੋਂ ਪੋਲਿੰਗ ਬੂਥ, ਹੁਣ ਪਿੱਛੇ ਜਦੋਂ 20 ਤਰੀਕ ਨੂੰ ਵੋਟਾਂ ਪਈਆਂ ਨੇ, ਕਿ ਜੋ ਡੇਰੇ ਦੇ ਆਪਣੇ ਸਕੂਲ ਨੇ, ਉਹਨਾਂ ਦੀਆਂ ਟੀਚਰਸ ਨੇ, ਲੇਡੀਜ਼ ਟੀਚਰ ਨੇ ਜਿਹੜੀਆਂ ਭੈਣਾਂ ਟੀਚਰਸ ਨੇ, ਉਹਨਾਂ ਦੀ ਡਿਊਟੀ ਵੀ ਉੱਥੇ ਲਗਾਈ ਗਈ ਕਿ ਤੁਸੀਂ ਜੋ ਜੱਸੀ ਦਾ ਜਿਹੜਾ ਪੋਲਿੰਗ ਬੂਥ ਹੈ ਤੁਸੀਂ ਉੱਥੇ ਖੜ ਕੇ ਡਿਊਟੀਆਂ ਦੇਣੀਆਂ ਨੇ। ਇਹ ਮਤਲਬ ਇਸ ਚੀਜ਼ ਨੂੰ ਸਰਸਾ ਸਕੂਲ ਤੋਂ ਭੈਣਾਂ ਜਾ ਰਹੀਆਂ ਨੇ ਪੋਲਿੰਗ ਬੂਥ ਦੇ ਬਾਹਰ ਡਿਊਟੀ ਦੇਣ ਵਾਸਤੇ ਕਿ ਜੋ ਜੱਸੀ ਦੇ ਪੋਲਿੰਗ ਬੂਥ ਦੇ ਬਾਹਰ ਡਿਊਟੀ ਦਿੱਤੀ ਜਾ ਰਹੀ ਹੈ। ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ ਕਿ ਇਹ ਸਹੀ ਹੈ ਕਿ ਹਰਿਆਣੇ ਤੋਂ ਭੈਣਾਂ ਜਾ ਰਹੀਆਂ ਨੇ? ਮਤਲਬ ਜਦੋਂ ਪਿਤਾ ਜੀ ਦਾ ਹੁਕਮ ਹੀ ਨਹੀਂ ਹੈਗਾ ਕਿਸੇ ਹੋਰ ਸੰਸਥਾ ਨੂੰ ਜਾਂ ਕਿਸੇ ਹੋਰ ਸਮਿਤੀ ਨੂੰ ਕਿ ਪੋਲੀਟੀਕਲ ਕੰਮਾਂ ਦੇ ਦਖਲਅੰਦਾਜ਼ੀ ਦੇਣ ਦਾ, ਤਾਂ ਇਹ ਮਤਲਬ ਇਹਦਾ ਮਤਲਬ ਇਹ ਹੋ ਗਿਆ ਕਿ ਰਾਜਨੀਤਿਕ ਵਿੰਗ
ਮਤਲਬ ਆਪਣੇ ਗੁਰੂ ਜੀ ਦੇ ਵਚਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਰ ਇੱਕ ਇਨਸਾਨ ਨੂੰ, ਡੇਰੇ ਦੀ ਹਰ ਇੱਕ ਸਮਿਤੀ ਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕਰ ਰਿਹਾ। ਇਹਦਾ ਮਤਲਬ ਇਹੀ ਹੋਇਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਜੀ ਬਈ, ਸਾਧ ਸੰਗਤ ਜੀ, ਤੁਹਾਨੂੰ ਯਾਦ ਹੋਊਗਾ ਬਈ 2015 ਦੇ ਲਗਭਗ ਆਸ-ਪਾਸ ਜੇ ਇਹ ਗੱਲ ਹੈ, ਇਲੈਕਸ਼ਨਾਂ ਦਾ ਸ਼ਾਇਦ ਉਸ ਟਾਈਮ ਵੀ ਸਮਾਂ ਸੀਗਾ ਪੰਜਾਬ ਦੇ ਵਿੱਚ, ਤਾਂ ਕਾਫੀ ਰਾਜਨੇਤਾ ਇਕੱਠੇ ਹੋ ਕੇ ਗਏ, ਜਿਹੜੇ ਐਮਐਲਏ ਕੈਂਡੀਡੇਟ ਦੇ ਸੁਭਾਵੀ ਉਮੀਦਵਾਰ ਸੀਗੇ ਔਰ ਮੈਦਾਨ ਦੇ ਵਿੱਚ ਖੜੇ ਸੀਗੇ ਉਹ। ਤਾਂ ਉਸ ਟਾਈਮ ਪਿਤਾ ਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਇਹ ਗੱਲ ਕਹੀ ਸੀ ਵੀ ਭਾਈ ਤੁਸੀਂ ਇੰਨੇ ਚੰਗੇ ਕੰਮ ਕਰੋ ਤਾਂ ਤੁਹਾਨੂੰ ਵੋਟ ਮੰਗਣ ਦੀ ਲੋੜ ਨਹੀਂ ਹੈਗੀ। ਹੁਣ ਜਿਹੜੇ ਹਰਮੰਦਰ ਜੱਸੀ ਜੀ ਨੇ ਤਲਵੰਡੀ ਸਾਬੋ ਤੋਂ, ਬਾਈ ਜਸਮੀਤ ਜੀ ਦੇ ਮਤਲਬ ਉਹ ਫਾਦਰ ਇਨ ਲਾਅ ਨੇ ਤੇ ਹਜ਼ੂਰ ਪਿਤਾ ਜੀ ਦੇ ਕੁੜਮ ਵੀ ਨੇ, ਤਾਂ ਇਹ ਗੱਲ ਫਿਰ ਉਹਨਾਂ ਤੇ ਵੀ ਲਾਗੂ ਹੁੰਦੀ ਆ ਬਈ ਜੇਕਰ ਉਹ ਇੰਨੇ ਚੰਗੇ ਕੰਮ ਆਪਣੇ ਇਲਾਕੇ ਵਿੱਚ ਕਰਦੇ ਹੁੰਦੇ ਤਾਂ ਕੀ ਲੋੜ ਪੈਂਦੀ ਵੀ ਆਪਣੇ ਡੇਰੇ ਦੇ ਸਕੂਲਾਂ ਤੋਂ ਸਟਾਫ ਨੂੰ ਲਿਆ ਕੇ ਉੱਥੇ ਬਿਠਾਇਆ ਜਾਂਦਾ, ਪੋਲਿੰਗ ਏਜੰਟ ਬਣਾਇਆ ਜਾਂਦਾ? ਕੀ ਲੋੜ ਪੈਂਦੀ ਵੀ ਬੁਲਾਡੇ ਤੋਂ, ਬਰੇਟਿਆਂ ਤੋਂ, ਬਰਨਾਲੇ ਤੋਂ, ਪਟਿਆਲੇ ਤੱਕ ਦੀ ਸੰਗਤ ਨਹੀਂ ਇਹਨਾਂ ਨੇ ਬਖਸ਼ੀ? ਉੱਥੋਂ ਤੱਕ ਦੀ ਵੀ ਸੰਗਤ ਨੂੰ ਮੰਨ ਇਸ ਮੈਦਾਨ ਦੇ ਵਿੱਚ ਉਤਾਰਤਾ। ਤਾਂ ਦੂਜੀ ਗੱਲ ਇਹ ਆ, ਫਿਰ ਸੰਗਤ ਨੂੰ ਇਹ ਗੱਲ ਕਹਿ ਕੇ ਲੈ ਕੇ ਜਾ ਰਹੇ ਨੇ ਵੀ ਤੁਸੀਂ ਲੋਕਟ ਅੰਦਰ ਦੀ ਰੱਖਿਓ ਜੀ, ਹੋ ਸਕੇ ਤਾਂ ਲਾ ਕੇ ਜਾਇਓ, ਕਿਸੇ ਨੂੰ ਇਹ ਪਤਾ ਨਾ ਲੱਗ ਜੇ ਗੱਲ ਦਾ ਬਈ ਤੁਸੀਂ ਸਤਸੰਗੀ ਹੋ। ਬਈ ਜੇਕਰ ਜੱਸੀ ਜੀ, ਆਪਾਂ ਨਹੀਂ ਇਹ ਗੱਲ ਕਹਿੰਦੇ ਵੀ ਉਹ ਕੋਈ ਮਾੜੇ ਪਰਸਨ ਨੇ ਜਾਂ ਕੋਈ ਗਲਤ ਵਿਅਕਤੀ ਨੇ, ਇਹ ਗੱਲ ਤਾਂ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਲੱਗ ਜਾਂਦਾ ਬਈ ਜੇਕਰ ਉਹਨਾਂ ਨੇ ਕੰਮ ਕੀਤੇ ਹੁੰਦੇ ਫਿਰ ਉਹਨਾਂ ਨੂੰ ਇਦਾਂ ਕਾਂਗਰਸ ਪਾਰਟੀ ਲੱਤ ਮਾਰ ਕੇ ਕੱਢਦੀ। ਆ ਪਿਛਲੇ ਦਿਨੀ ਉਹਨਾਂ ਬਾਰੇ ਇਹ ਗੱਲ ਆਈ ਵੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਕੱਢਿਆ। ਤੇ ਦੂਜੀ ਗੱਲ ਇਹ ਆ ਵੀ ਕਿਸੇ ਪਾਰਟੀ ਨੇ ਉਹਨੂੰ ਆਪਣੇ ਵੱਲੋਂ ਟਿਕਟ ਨਹੀਂ ਦਿੱਤੀ। ਤੇ ਜੇ ਉਹ ਇੰਨੀ ਚੰਗੇ ਵਿਅਕਤੀ ਹੁੰਦੇ ਕਿ ਸਾਧ ਸੰਗਤ ਨੂੰ ਗਲੀਆਂ 'ਚ ਭੌਂਕਣਾ ਪੈਂਦਾ? ਬਠਿੰਡੇ ਏਰੀਆ ਦਾ ਤੇ ਚਲੋ ਉਹ ਤਾਂ ਲੋਕਲ ਏਰੀਆ ਹੋ ਗਿਆ, ਬਈ ਇੱਧਰੋਂ ਬਰਨਾਲੇ ਤੋਂ ਬੁਲਾ ਲਓ, ਬੁਢਲਾਡੇ ਤੋਂ ਬੁਲਾ ਲਓ, ਸਾਡੇ ਵੀ ਇੱਥੋਂ ਰੋਜ਼ ਮੰਨ ਲਓ ਗੱਡੀਆਂ ਲੈ ਕੇ ਜਾਂਦੇ ਰਹੇ ਆ ਲੋਕ। ਪੈਸਾ ਸਾਧ ਸੰਗਤ ਦਾ, ਜੋ ਸਾਧ ਸੰਗਤ ਪਰਮਾਰਥ ਵਾਸਤੇ ਇਕੱਠਾ ਕਰਦੀ ਆ, ਕੀ ਉਹ ਦੱਸਿਆ ਜਾਵੇ ਵੀ ਉਹ ਜੱਸੀ ਜੀ ਪੈਸਾ ਲਾ ਰਹੇ ਨੇ? ਸਾਧ ਸੰਗਤ ਇੱਥੋਂ ਬੱਸਾਂ ਲੈ ਕੇ ਜਾਂਦੀ ਰਹੀ ਆ, ਇੱਥੋਂ ਸੰਗਤ ਦਾ ਖਰਚਾ ਹੁੰਦਾ ਰਿਹਾ, ਤੇ ਉਹ ਮਾਨਵਤਾ ਭਲਾਈ ਦਾ ਪੈਸਾ ਉਹ ਕਿਹੜੇ ਪਾਸੇ ਲੱਗ ਰਿਹਾ? ਇਹ ਸੰਗਤ ਆਪਣੇ ਦਿਮਾਗ ਤੇ ਜ਼ੋਰ ਕਿਉਂ ਨਹੀਂ ਦਿੰਦੀ ਬਈ ਜਦੋਂ ਗੁਰੂ ਪਿਤਾ ਜੀ ਦੇ ਸਭ ਦੇ ਵਾਸਤੇ ਵਚਨ ਨੇ ਬਈ ਭਾਈ ਤੁਸੀਂ ਇੰਨੇ ਚੰਗੇ ਕੰਮ ਕਰੋ, ਤੁਹਾਨੂੰ ਲੋੜ ਹੀ ਨਾ ਪਏ ਮੰਗਣ ਦੀ। ਹੁਣ ਇੱਥੇ ਸਵਾਲ ਖੜਾ ਹੋ ਜਾਂਦਾ ਵੀ ਜੱਸੀ ਸਾਹਿਬ ਨੇ ਜੇ ਕੰਮ ਕੀਤੇ ਹੁੰਦੇ ਤਾਂ ਇਹ ਲੋੜ ਨਹੀਂ ਪੈਣੀ ਸੀ। ਦੂਜੀ ਗੱਲ, ਇੱਕ ਆਡੀਓ ਆਈ ਸੀਗੀ, ਸ਼ਾਇਦ ਗੁਰਚਰਨ ਕੌਰ ਨੂੰ ਕੋਈ ਬਾਈ ਸਵਾਲ ਪੁੱਛ ਰਿਹਾ, ਸ਼ਾਇਦ ਹੇਮਰਾਜ ਜੀ ਆ ਮੋੜ ਤੋਂ, ਛਾਇਆਵਾਨ ਸੰਮਤੀ ਦੇ ਜ਼ਿੰਮੇਵਾਰ ਨੇ ਜਾਂ ਸ਼ਾਇਦ ਏਦਾਂ, ਹਾਂ ਮੈਨੂੰ ਪੱਕੀ ਤਰ੍ਹਾਂ ਨਹੀਂ ਪਤਾ ਵੀ ਉਹ ਇਹ ਗੱਲ। ਹਾਂ ਉਹ ਜੱਸੀ ਜੀ ਵੀ ਬਾਈ, ਉਹ ਜੱਸੀ ਜੀ ਤੇ ਸਿੱਧਾ ਹੀ ਇਲਜ਼ਾਮ ਇਸ ਗੱਲ ਦਾ ਲਾ ਰਹੇ ਨੇ ਵੀ ਭਾਈ ਇੱਥੇ ਮੋੜ ਦੇ ਵਿੱਚ 2017 ਦੇ ਵਿੱਚ ਬੰਬ ਫਟ ਗਿਆ ਸੀਗਾ ਤੇ ਸਾਡਾ ਬੱਚਾ ਉਹਦੇ ਵਿੱਚ ਮਤਲਬ ਮਾਰਿਆ ਗਿਆ ਸੀਗਾ, ਤੇ ਜੱਸੀ ਇੱਕ ਦਿਨ ਆ ਕੇ ਨਹੀਂ ਖੜਾ ਸਾਡੇ, ਤੇ ਜਿੰਨਾ ਲੋਕਾਂ ਨੂੰ ਉਹ ਨੁਕਸਾਨ ਝੱਲਣਾ ਪਿਆ ਉਹਨਾਂ ਦੀ ਹਮਦਰਦੀ ਵਾਸਤੇ ਉਹ ਨਹੀਂ ਆਇਆ ਹੈਗਾ। ਤੇ ਹੁਣ ਜਿਹੜਾ ਮਤਲਬ ਆਪਣਾ ਇੱਕ ਪਰਿਵਾਰ ਹੈ, ਸਾਧ ਸੰਗਤ ਤਾਂ ਅੱਜ ਇਸੇ ਕਰਕੇ ਜਾ ਰਹੀ ਹੈ ਨਾ ਉਹਦੇ ਪ੍ਰਚਾਰ 'ਚ ਬਈ ਜੱਸੀ ਜੀ ਸਾਡੇ ਪਿਤਾ ਜੀ ਦੇ ਕੁੜਮ ਨੇ, ਬਾਈ ਜਸਮੀਤ ਜੀ ਦੇ ਫਾਦਰ ਇਨ ਲਾਅ ਨੇ, ਬਈ ਸਹੁਰਾ ਸਾਹਿਬ ਨੇ, ਬਈ ਭਾਈ ਚਲੋ ਸਾਡਾ ਇੱਕ ਪਰਿਵਾਰਕ ਰਿਸ਼ਤਾ। ਪਰ ਕੀ ਉਹਨਾਂ ਨੇ ਪਰਿਵਾਰਕ ਰਿਸ਼ਤਾ ਸਮਝਿਆ? ਉਹ ਜਿਹੜੇ ਬੱਚੇ ਉਹਦੀ ਰੈਲੀ ਦੌਰਾਨ ਬੰਬ ਫਟਿਆ ਤੇ ਉਹਦੇ ਵਿੱਚ ਮਾਰੇ ਗਏ, ਉਹ ਪਰਿਵਾਰ ਵੀ ਸਤਸੰਗੀ ਨੇ ਤੇ ਐਡੇ ਉਹ ਸੇਵਾਦਾਰ ਪਰਿਵਾਰ ਆ ਬਈ ਉਹ ਪੂਰੀ ਤਰ੍ਹਾਂ ਛਾਇਆਵਾਨ ਸੰਮਤੀ ਦੇ ਵਧੀਆ ਜ਼ਿੰਮੇਵਾਰ ਨੇ, ਆਪਣੇ ਇਲਾਕੇ ਦੇ ਵਿੱਚ ਮੰਨੇ ਪਰਮੰਨਿਆ ਨਾਮ ਹੈ ਹੇਮਰਾਜ ਜੀ ਦਾ। ਬਈ ਉਹਨਾਂ ਦੇ ਉਹ ਪਰਿਵਾਰ ਦੇ ਵਿੱਚ ਜਾ ਕੇ ਸ਼ਾਮਲ ਹੋ ਕੇ ਉਹਨਾਂ ਦਾ ਦੁੱਖ ਦਰਦ ਵੀ ਨਹੀਂ ਬਣਾਉਣਗੇ। ਤੇ ਅੱਜ ਸੰਗਤ ਨੂੰ ਇਹ ਕਹਿ ਕੇ ਝੋਕਿਆ ਜਾ ਰਿਹਾ ਬਈ ਉਹ ਪਿਤਾ ਜੀ ਦੇ ਕੁੜਮ ਨੇ, ਤੇ ਮੈਂ ਜਿਹੜੇ ਇਹ ਗੱਲ ਦਾ ਦਾਅਵਾ ਕਰਦੇ ਆ ਵੀ ਉਹ ਪਿਤਾ ਜੀ ਦੇ ਕੁੜਮ ਨੇ ਜੀ, ਤੇ ਸੰਗਤ ਤੋਂ ਹੱਥ ਖੜੇ ਕਰਾ ਕੇ ਇਹ ਗੱਲਾਂ ਦੇ ਸਹਿਮਤੀਆਂ ਲੈਂਦੇ ਆ ਬਈ ਦੱਸੋ ਜੀ ਪਿਤਾ ਜੀ ਦੇ ਉਹ ਰਿਸ਼ਤੇਦਾਰ ਹੈਗੇ ਕਿ ਨਹੀਂ ਹੈ? ਹੁਣ ਸਾਧ ਸੰਗਤ ਸੋਚੇ ਵੀ ਇਸ ਗੱਲ ਨੂੰ ਕੌਣ ਝੁਠਲਾਉਂਦਾ ਵੀ ਉਹ ਪਿਤਾ ਜੀ ਦੇ ਰਿਸ਼ਤੇਦਾਰ ਨਹੀਂ ਹੈਗੇ। ਪਰ ਜਿਹੜਾ ਅੱਜ ਰਿਸ਼ਤੇਦਾਰੀ ਦਾ ਮੰਨ ਲਓ ਵਾਸਤਾ ਪਾਇਆ ਜਾ ਰਿਹਾ ਸੰਗਤ ਨੂੰ, ਬਈ ਤੁਸੀਂ ਬਠਿੰਡੇ ਦੇ ਵਿੱਚ ਜਿਹੜਾ ਏਰੀਆ ਇਸ ਤਲਵੰਡੀ ਸਾਬੋ ਨੂੰ ਪੈਂਦਾ ਵਿਧਾਨ ਸਭਾ ਹਲਕੇ ਨੂੰ, ਬਈ ਉਸ ਏਰੀਆ 'ਚ ਜਿੰਨੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਕਹੋ ਵੀ ਵੋਟ ਪਾਉਣ ਉਹ ਜੱਸੀ ਜੀ ਨੂੰ। ਤਾਂ ਗੱਲ ਇਹ ਆ ਵੀ ਫਿਰ ਉਸ ਵਿੰਗ ਵਾਲਿਆਂ ਨੂੰ ਵੀ ਸਵਾਲ ਖੜਾ ਹੋ ਜਾਂਦਾ ਤੇ ਉਹਨਾਂ ਜ਼ਿੰਮੇਵਾਰਾਂ ਨੂੰ ਵੀ ਇਹ ਸਵਾਲ ਖੜਾ ਹੋ ਜਾਂਦਾ ਬਈ ਭਾਈ ਜਦੋਂ 12 ਦੇ ਵਿੱਚ 7 ਦੇ ਵਿੱਚ ਤੁਸੀਂ ਜੱਸੀ ਨੂੰ ਜਿਤਾਇਆ ਸਿਰਫ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਵੀ ਅਸੀਂ ਗੇਮ ਚੇਂਜਰ, ਜੇ ਅਸੀਂ ਚਾਹੀਏ ਤਾਂ ਜਿਤਾ ਸਕਦੇ ਹਾਂ ਤੇ ਜੇ ਚਾਹੀਏ ਅਸੀਂ ਹਰਾ ਸਕਦੇ ਹਾਂ। ਤਾਂ 7 ਦੇ ਵਿੱਚ ਜੱਸੀ ਨੂੰ ਜਿਤਾਇਆ, ਇਹ ਦਿਖਾਇਆ ਗਿਆ ਬਈ ਸੰਗਤ ਦੀ ਏਕਤਾ ਕੀ ਆ, ਤੇ 12 ਦੇ ਵਿੱਚ ਉਸੇ ਜੱਸੀ ਨੂੰ ਹਰਾਉਂਦੇ ਆ। ਤੇ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਬਈ ਜਿਹੜੇ ਅੱਜ ਰਿਸ਼ਤੇਦਾਰੀ ਦਾ ਵਾਸਤਾ ਦੇ ਰਹੇ ਨੇ ਤੇ ਉਦੋਂ ਉਹ ਜੱਸੀ ਜੀ ਰਿਸ਼ਤੇਦਾਰੀ ਤੋੜ ਚੁੱਕੇ ਸੀਗੇ?
ਤੇ ਫਿਰ 17 ਦੇ ਵਿੱਚ ਵੀ ਇਹਨਾਂ ਨੇ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਨੂੰ ਵੋਟ ਪਵਾਈ ਹੈ ਮੌੜਾਂ ਦੇ ਵਿੱਚੋਂ। ਤੇ ਉਦੋਂ ਨਹੀਂ ਉਹ ਰਿਸ਼ਤੇਦਾਰ ਸੀ, ਉਦੋਂ ਨਹੀਂ ਯਾਦ ਆਇਆ ਸੰਗਤ ਨੂੰ ਵੀ ਉਹ ਰਿਸ਼ਤੇਦਾਰ ਨੇ। ਤੇ ਅੱਜ ਜ਼ਿੰਮੇਵਾਰ ਇਸ ਗੱਲ ਦਾ ਵਾਸਤਾ ਪਾ ਰਹੇ ਆ ਵੀ ਉਹ ਰਿਸ਼ਤੇਦਾਰ ਹੈ। ਦੂਜੀ ਤੁਸੀਂ ਗੱਲ ਕੀਤੀ ਯੂਥ ਵੀਰਾਂਗਨਾ ਦੀ, ਜਿੱਦਾਂ ਗੁਰਚਰਨ ਕੌਰ ਵਗੈਰਾ ਇਹ ਭੈਣਾਂ ਨੇ ਜਿਹੜੀਆਂ ਇਸ ਰਾਜਨੀਤੀ ਵਿੱਚ ਕੁੱਦੀਆਂ ਨੇ। ਹੁਣ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤਾਂ ਹੈਗੀ ਆ ਵੀ ਸਮਾਜਿਕ ਬੁਰਾਈਆਂ ਦੇ ਖਿਲਾਫ ਇੱਕ ਜੰਗ ਵਿੱਢਣੀ, ਉਹਦੇ ਖਿਲਾਫ ਰੈਲੀਆਂ ਕਰਨੀਆਂ, ਉਹਦੇ ਖਿਲਾਫ ਪ੍ਰਚਾਰ ਕਰਨਾ। ਪਰ ਹੁਣ ਐ ਦੇਖੋ ਵੀ ਪ੍ਰਚਾਰ ਕਿਸ ਚੀਜ਼ ਦਾ ਹੋ ਰਿਹਾ? ਪ੍ਰਚਾਰ ਹੋ ਰਿਹਾ ਰਾਜਨੀਤੀ ਦਾ। ਫਲਾਂ ਨੂੰ ਵੋਟ ਪਾਓ, ਫਲਾਂ ਨੂੰ ਨਾ ਪਾਓ। ਫਿਰ ਤੁਸੀਂ ਜੇ ਤੁਸੀਂ ਆਹ ਡਰਾਮਾ ਹੀ ਕਰਨ ਲੱਗੇ ਹੋ, ਫਿਰ ਤੁਸੀਂ ਮੰਨ ਲਓ ਇਸ ਗੱਲ ਦਾ ਮੰਨ ਲਓ ਨਕਾਬ ਤਾਂ ਲਾਓ ਨਾ। ਤੁਸੀਂ ਫਿਰ ਸਿੱਧਾ ਰਾਜਨੀਤੀ ਵਿੰਗ ਨਾਲ ਜੁੜੋ ਨਾ। ਤੁਸੀਂ ਕਿਉਂ ਯੂਥ ਵਿਰਾਂਗਨਾ ਦੇ ਅਹੁਦੇ ਸੰਭਾਲੇ ਆ? ਜੇ ਤੁਹਾਡੇ ਤੋਂ ਉਹ ਸੇਵਾ ਨਹੀਂ ਹੁੰਦੀ ਤੇ ਤੁਸੀਂ ਉਹ ਉਹਦੇ ਛੱਡੋ, ਸੰਗਤ ਤਾਂ ਕੋਈ ਸੇਵਾ ਕਰੇ। ਪਰ ਤੁਸੀਂ ਤਾਂ ਰਾਜਨੀਤੀ ਹਰ ਸੰਮਤੀ ਦੇ ਵਿੱਚ ਰਾਜਨੀਤੀ ਵੜਨ ਦੀ ਕੋਸ਼ਿਸ਼ ਕਰ ਰਹੇ ਹੋ। ਹੁਣ ਦੂਜੀ ਗੱਲ ਇਹ ਹੈ ਸੈਮ ਜੀ, ਇੱਕ ਮਾਫ ਕਰਨਾ ਮੈਂ ਥੋੜੀ ਜਿਹੀ ਗੱਲ ਤੁਹਾਡੀ ਰੋਕੂੰਗਾ ਬਈ। ਜਦੋਂ ਹੁਣ ਇਹ ਗੱਲ ਲਾਈ, ਪਿਤਾ ਜੀ ਨੇ ਇਹ ਗੱਲ ਕਹੀ ਬਈ ਭਾਈ ਇਹ ਪਹਿਲੀ ਗੱਲ ਤਾਂ ਸੰਗਤ ਤੋਂ ਪੁੱਛਣਾ। ਜਦੋਂ ਇਹਨਾਂ ਨੇ ਸੰਗਤ ਨੂੰ ਪੁੱਛਣਾ ਛੱਡਿਆ, ਫਿਰ ਸੰਗਤ ਨੇ ਗੱਲ ਇਹ ਕਹੀ ਵੀ ਪਿਤਾ ਜੀ ਸਾਡਾ ਇਹ ਕੰਮ ਤਾਂ ਕੋਈ ਕਰਾਉਂਦੇ ਨਹੀਂ ਹੈਗੇ, ਕੰਮ ਤਾਂ ਤੁਹਾਡੀ ਦਇਆ ਮੇਰੇ ਨਾਲ ਹੁੰਦੇ ਨੇ ਬਈ। ਹੁਣ ਫੇਰ ਵੋਟਾਂ ਆਉਂਦੀਆਂ, ਹੁਣ ਫਿਰ ਅਸੀਂ ਕੀ ਕਰੀਏ? ਇਹ ਸਵਾਲ ਹੈ ਪਿਤਾ ਜੀ ਨੂੰ ਕੀਤਾ ਹੋਇਆ, ਇਹਦੀ ਪੂਰੀ ਵੀਡੀਓ ਆ। ਤਾਂ ਉਹਦੇ ਵਿੱਚ ਪਿਤਾ ਜੀ ਇਹ ਗੱਲ ਕਹਿੰਦੇ ਵੀ ਭਾਈ ਫਿਰ ਆਪਣੇ ਬੁੱਧੀ ਵਿਵੇਕ ਤੋਂ ਕੰਮ ਲੈ ਲਓ। ਹੁਣ ਦੂਜੀ ਗੱਲ ਇਹ ਕਹੀ ਵੀ ਭਾਈ ਇਹਨਾਂ ਤੋਂ ਐਫੀਡੇਵਿਟ ਭਰਾ ਲਓ। ਸਮੇਂ ਅਨੁਸਾਰ ਪਿਤਾ ਜੀ ਆਪਣੀ ਰਾਏ ਦਿੰਦੇ ਰਹੇ ਬਈ ਸੰਗਤ ਨੂੰ ਸਮਝ ਆ ਜੇ। ਹੁਣ ਜਿਹੜੀ ਮਛਲੀ ਸੀ ਉਹ ਤਾਂ ਪੱਥਰ ਚੱਟ ਕੇ ਮੁੜਨ ਵਾਲੀ ਗੱਲ ਸੀ ਵੀ ਮੈਂ ਤਾਂ ਜਿੰਨੇ ਚਿਰ ਪੱਥਰ ਚੱਟਿਆ ਨਹੀਂ ਜਾਂਦਾ ਉਹਨੇ ਚਿਰ ਮੁੜਦੀ ਨਹੀਂ ਹੈਗੀ। ਹੁਣ ਪਿਤਾ ਜੀ ਚਾਹੁੰਦੇ ਸੀ ਵੀ ਇਸ ਗੱਲ ਨੂੰ ਭਾਈ ਸਾਧ ਸੰਗਤ ਸਮਝੇ ਬਈ ਭਾਈ ਆਲੂ ਤਾਂ ਸਾਰੇ ਗਲੇ ਨੇ, ਚੰਗੇ ਛਾੜ ਲਓ। ਹੁਣ ਜਦੋਂ ਚੰਗੇ ਵੀ ਵਾਲੀ ਗੱਲ ਤੇ ਵੀ ਖਤਮ ਹੋ ਗਈ ਤੇ ਪਿਤਾ ਜੀ ਨੇ ਇਹ ਗੱਲ ਕਹੀ ਵੀ ਭਾਈ ਪਤਾ ਨਹੀਂ ਰਾਮ ਨੇ ਸਾਡੇ ਮੂੰਹ ਚੋਂ ਕਿੱਦਾਂ ਕਹਾ ਲਿਆ। ਆਹ 2 ਮਹੀਨੇ ਪਹਿਲਾਂ ਦੀ ਗੱਲ ਹੈ, ਦਿੱਲੀ ਦੇ ਸਫਾਈ ਅਭਿਆਨ 'ਚ ਕਿਸੇ ਨੇ ਏਦਾਂ ਹੀ ਸਵਾਲ ਕੀਤਾ ਤੇ ਉਸ ਦੇ ਵਿੱਚ ਅਸੀਂ ਕਿਹਾ ਵੀ ਭਾਈ ਕੋਈ ਏਦਾਂ ਦਾ ਬਟਨ ਵਾਲੇ ਆ ਜੇ ਤੇ ਜਿਹੜੀ ਉਹ ਨਾਰਾਜ਼ ਵੋਟ ਆ ਵੀ ਜੇ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਤਾਂ ਜਾਂ ਤਾਂ ਉਹ ਰਾਸ਼ਟਰਪਤੀ ਨੂੰ ਚਲੀ ਜਾਵੇ ਜਾਂ ਉਹ ਸੁਪਰੀਮ ਕੋਰਟ ਦੇ ਜੱਜ ਨੂੰ ਚਲੀ ਜਾਵੇ। ਫਿਰ ਉਹ ਤੇ ਉਹ ਕੋਈ ਸੰਗਿਆਨ ਲੈਣ, ਕੋਈ ਕਾਨੂੰਨ ਬਣਾਉਣ। ਬਈ ਪਤਾ ਨਹੀਂ ਭਾਈ ਰਾਮ ਨੇ ਉਹ ਮੂੰਹ ਚੋਂ ਕਿਵੇਂ ਕਹਾ ਲਿਆ। ਤੇ ਆਹ ਕੱਲ ਪਰਸੋਂ ਦੀ ਗੱਲ ਹੈ ਵੀ ਸਾਨੂੰ ਤਾਂ ਹੁਣੇ ਪਤਾ ਲੱਗਿਆ ਬਈ ਉਹ ਬਟਨ ਆ ਗਿਆ ਉਹ ਨੋਟਾਂ ਵਾਲਾ। ਤੇ ਜੇ ਤੁਹਾਨੂੰ ਲੱਗਦਾ ਵੀ ਕੋਈ ਵੀ ਪਸੰਦ ਨਹੀਂ ਤਾਂ ਦੱਬ ਦੋ। ਹੁਣ ਇਸ ਗੱਲ ਤੋਂ ਇੰਨੀ ਕੁ ਤਕਲੀਫ ਸਾਧ ਸੰਗਤ ਨੂੰ ਹੀ ਹੋ ਗਈ ਜਿੱਦਾਂ ਉਹ ਗੁਰੂ ਦੇ ਵਚਨ ਨਾ ਹੋ ਕੇ ਜਿਵੇਂ ਖੱਟੇ ਛੱਟੇ ਵਰਗਿਆਂ ਦੇ ਵਚਨ ਹੋਣ। ਬਈ ਖੱਟੇ ਛੱਟੇ ਵਰਗੇ ਨੇ ਕਿਸੇ ਨੇ ਗੱਲ ਕਹੀ ਹੋਵੇ, ਗੁਰੂ ਦੇ ਵਚਨ ਨੂੰ ਇਗਨੋਰ ਕਰਨਾ ਤੁਸੀਂ ਆਪ ਦੇਖੋ ਵੀ ਇਹ ਕਿੱਡੀ ਗੱਲ ਆ। ਸਾਧ ਸੰਗਤ ਇਸ ਗੱਲ ਤੇ ਤਾਂ ਯਕੀਨ ਕਰ ਲੈਂਦੀ ਆ। ਬਾਈ ਇੱਕ ਮਿੰਟ ਬਾਈ ਜੀ, ਇੱਕ ਮਿੰਟ ਰੁਕੋ ਜੀ, ਇੱਕ ਮਿੰਟ ਰੁਕੋ, ਮੈਂ ਆਪਣੀ ਗੱਲ ਮੇਰੀ ਬੇਨਤੀ ਹੈ ਕਿ ਟਾਈਮ ਕਾਫੀ ਹੋ ਰਿਹਾ, ਥੋੜਾ ਸ਼ਾਰਟ ਰੱਖੋ। ਮੈਂ 2 ਸਵਾਲ ਤੁਹਾਡੇ ਤੋਂ ਹੋਰ ਲੈਣੇ ਆ ਜੀ ਬਾਈ, ਥੋੜਾ ਸ਼ਾਰਟ ਰੱਖੋ ਜੀ। ਜੀ ਮੇਰੇ ਕਹਿਣ ਦਾ ਮਤਲਬ ਗੱਲ ਇਹ ਆ ਵੀ ਸਾਧ ਸੰਗਤ ਇਸ ਗੱਲ ਤੇ ਤਾਂ ਯਕੀਨ ਕਰਦੀ ਆ ਬਈ ਨਹੀਂ ਜੀ ਬਿੰਗ ਵਾਲਿਆਂ ਦੇ ਕਹਿਣ ਤੇ ਬਈ ਨਹੀਂ ਫੈਸਲਾ ਪਿਤਾ ਜੀ ਨੇ ਦਿੱਤਾ ਫਲਾਂ ਪਾਰਟੀ ਨੂੰ ਵੋਟ ਪਾਉਣੀ, ਹੁਕਮ ਆਇਆ। ਇਸ ਜਿਹੜੀ ਕਿ ਸੰਗਤ ਨੇ ਆਪਣੀਆਂ ਅੱਖਾਂ ਨਾਲ ਨਹੀਂ ਦੇਖੀ, ਕੋਈ ਵੀਡੀਓ ਨਹੀਂ ਇਹ ਦਿਖਾਉਂਦੇ ਤੁਹਾਨੂੰ, ਕੋਈ ਪਿਤਾ ਜੀ ਨਾਲ ਇਹ ਮੁਲਾਕਾਤ ਕਰਾ ਕੇ ਨਹੀਂ ਦਿਖਾਉਂਦੇ ਵੀ ਪਿਤਾ ਜੀ ਤੁਹਾਨੂੰ ਇਹ ਗੱਲ ਕਹਿੰਦੇ ਹੁਣ ਵੀ ਅਸੀਂ ਕਹੀ ਹੈ। ਹੁਣ ਜਿਹੜੀ ਗੱਲ ਪਿਤਾ ਜੀ ਮੰਨ ਲਓ ਸੰਖੇਪ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਸਤਸੰਗ ਤੋਂ ਜਦੋਂ ਕਿ ਪਿਤਾ ਜੀ ਨੇ ਇਹ ਵਚਨ ਕੀਤੇ ਆ ਬਈ ਸਤਸੰਗ 'ਚ ਹਮੇਸ਼ਾ ਸੱਚ ਦੱਸਿਆ ਜਾਂਦਾ। ਆ ਜਿਹੜੀ ਅਸੀਂ ਸਟੇਜ ਤੋਂ ਬਹਿ ਕੇ ਗੱਲ ਕਹਿੰਦੇ ਆ, ਵਚਨ ਕਰਦੇ ਆ, ਉਹ ਸੱਚ ਹੁੰਦਾ ਭਾਈ। ਸਤਸੰਗ ਦਾ ਮਤਲਬ ਵੀ ਸੱਚ ਆ, ਸੱਚ ਦੀ ਗੱਲ ਕਰਨਾ। ਹੁਣ ਜਿਹੜੀ ਸਤਸੰਗ ਦੇ ਵਿੱਚ ਗੱਲ ਕਹੀ ਗਈ ਆ, ਵਚਨ ਕਹੇ ਗਏ ਆ ਬਈ ਭਾਈ ਆਹ ਨੋਟਾਂ ਦੇ ਵਚਨ ਆ, ਉਹਨੂੰ ਤਾਂ ਕਹਿੰਦੇ ਨਹੀਂ ਜੀ ਇਹ ਤਾਂ ਸ਼ਰਾਰਤੀ ਅਨਸਰ ਨੇ, ਇਹ ਤਾਂ ਦੁਸ਼ਮਣ ਨੇ। ਆ ਗੁਰਚਰਨ ਕੌਰ ਵਰਗੀਆਂ ਮੰਨ ਲਓ ਜਿਹੜੀਆਂ ਲੇਡੀਜ਼ ਨੇ, ਇਹਨਾਂ ਨੇ ਇਹ ਗੱਲ ਬੜੇ ਦਮ ਨਾਲ ਕਿ ਉਹ ਵੀ ਆਡੀਓ ਆਪਾਂ ਸੰਗਤ ਦੇ ਵਿੱਚ ਵਾਇਰਲ ਕੀਤੀ। ਤੇ ਫਿਰ ਵੀ ਸੰਗਤ ਨੇ ਇਹ ਗੱਲ ਦਾ ਦਿਮਾਗ ਲੈ ਲਿਆ ਬਈ ਗੁਰੂ ਦਾ ਵਚਨ ਨੂੰ, ਨੋਟਾਂ ਵਾਲੇ ਵਚਨ ਨੂੰ ਇਹ ਗੱਲ ਕਹਿਣੀ ਬਈ ਉਹ ਤਾਂ ਜੀ ਮਤਲਬ ਗੁੰਮਰਾਹ ਕਰਦੇ ਆ, ਉਹ ਤਾਂ ਦੁਸ਼ਮਣ ਨੇ ਜਿਹੜੇ ਨੋਟਾਂ ਬਾਰੇ ਪ੍ਰਚਾਰ ਕਰ। ਇਹਦਾ ਮਤਲਬ ਵੀ ਪਿਤਾ ਜੀ ਨੇ ਫਿਰ ਨੋਟਾਂ ਦੇ ਵਚਨ ਕੀਤੇ, ਇਹਦਾ ਮਤਲਬ ਵੀ ਇਹਨਾਂ ਨੇ ਅੱਜ ਤੋਂ ਪਿਤਾ ਜੀ ਨੂੰ ਵੀ ਆਪਣਾ ਦੁਸ਼ਮਣ ਮੰਨ ਲਿਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੀ ਹੁਣ ਇੱਕ ਤਰੀਕਾ ਪਿਤਾ ਜੀ ਨੇ ਦੱਸਿਆ, ਜਦੋਂ ਸਾਨੂੰ ਰਾਜਨੀਤਿਕ ਤੰਤਰ ਦੇ ਵਿੱਚ ਉਲਝਾਇਆ ਗਿਆ, ਪਿਤਾ ਜੀ ਨੇ ਇੱਕ ਤਰੀਕਾ ਬਣਾਤਾ ਵੀ ਭਾਈ ਆਹ ਰੱਸੀ ਆ ਦਲਦਲ ਦੇ ਵਿੱਚ, ਤੁਸੀਂ ਰਾਜਨੀਤੀ ਦਲਦਲ ਦੇ ਵਿੱਚ ਫਸ ਗਏ, ਇਹ ਜੋ ਤੁਸੀਂ ਨਿਕਲ ਨਹੀਂ ਸਕਦੇ, ਆਹ ਰਾਜਨੀਤੀ ਵਿੰਗ ਤੁਹਾਨੂੰ ਨਿਕਲ ਨਹੀਂ ਦਿੰਦਾ। ਸਾਡਾ ਤਾਂ ਸਿੱਧਾ ਜਾ ਵੀ ਅਸੀਂ ਰਾਜਨੀਤੀ ਵਿੱਚ ਕੋਈ ਇੰਟਰਫੇਅਰ ਨਹੀਂ ਕਰਦੇ, ਫੈਸਲਾ ਤੁਹਾਡਾ, ਤੁਸੀਂ ਚੁਣੋ ਨਾ ਚੁਣੋ, ਕਿਸੇ ਨੂੰ ਮਰਜ਼ੀ ਆ। ਪਰ ਪਿਤਾ ਜੀ ਨੇ ਫਿਰ ਵੀ ਸਾਧ ਸੰਗਤ ਦੇ ਤਰਸ ਕਰਕੇ ਆਹ ਨੋਟਾਂ ਦਾ ਵਟਨ ਲਿਆਂਦਾ। ਜਦੋਂ ਪਿਤਾ ਜੀ ਕਹਿ ਰਿਹਾ ਵੀ ਰਾਮ ਨੇ ਕਹਾ ਲਿਆ, ਔਰ ਰਾਮ ਨੇ ਕਹਾਇਆ ਸਾਡੇ ਗੁਰੂ ਦੇ ਮੂੰਹ ਚੋਂ, ਔਰ ਇਹੀ ਗੱਲ ਪਿਤਾ ਜੀ ਇਹ ਗੱਲ ਕਹਿੰਦੇ ਆ ਬਈ ਸੰਤ ਦੱਸਦੇ ਆ ਪਰਮਾਤਮਾ ਦਾ ਹੁਕਮ, ਜੈਸੇ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਵਾਲੀ ਗੱਲ ਤੇ ਬਈ ਸਾਡੇ ਮੂੰਹ ਚੋਂ ਖਾ ਲਿਆ ਰਾਮ ਨੇ।
ਹੁਣ ਰਾਮ ਸਾਡੇ ਗੁਰੂ ਦੇ ਮੂੰਹ ਚੋਂ ਗੱਲ ਕਹਾ ਰਿਹਾ, ਉਹ ਗੱਲ ਤੇ ਤਾਂ ਸਾਨੂੰ ਯਕੀਨ ਨਹੀਂ, ਪਰ ਰਾਜਨੀਤਿਕ ਵਿੰਗ ਕਹਿ ਰਿਹਾ ਉਹ ਗੱਲ ਤੇ ਸਾਨੂੰ ਯਕੀਨ ਆ। ਤੇ ਮੇਰੇ ਕਹਿਣ ਦਾ ਮਤਲਬ ਇਹ ਸੀ ਬਾਈ ਜੀ, ਆ ਜੀ ਸਾਡੀ ਬਿਲਕੁਲ ਦਲਦਲ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਪਿਤਾ ਜੀ ਨੇ ਤਰੀਕਾ ਦਿੱਤਾ ਸੀ ਬਈ ਆ ਨੋਟਾਂ ਦਾ ਬਟਨ ਦੱਬ ਕੇ ਤੁਸੀਂ ਇੱਕ ਪਲੇਟਫਾਰਮ ਤੇ ਖੜੇ ਹੋ ਜਾਓ, ਤੇ ਜਿਹੜੀ ਨਫ਼ਰਤ ਰਾਜਨੀਤੀ ਵੀ ਨੇ ਫੈਲਾਈ ਆ ਉਹ ਤੁਹਾਡੀ ਖਤਮ ਹੋ ਜੇ, ਸਮਾਜ 'ਚ ਤੁਹਾਡਾ ਭਾਈਚਾਰਾ ਬਣ ਜੇ, ਆ ਗੱਲਾਂ ਸੀਗੀਆਂ। ਤਾਂ ਹਾਂ ਬਾਈ ਜੀ ਤੁਸੀਂ ਕੁਝ ਪੁੱਛ ਰਹੇ ਸੀ। ਜੀ ਤਰਸੇਮ ਜੀ, ਕਾਫੀ ਸੰਗਤ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਸਵਾਲ ਪੁੱਛ ਰਹੀ ਹੈ ਕਿ ਜ਼ੈਡ ਸਿਕਿਉਰਿਟੀ ਵਾਲਾ ਕੀ ਮਸਲਾ ਹੈ ਜੀ। ਮੈਂ ਥੋੜਾ ਜਿਹਾ ਜੋ ਮੇਰੀ ਸੋਚ ਹੈ ਇਹਦੇ ਬਾਰੇ ਮੈਂ ਸਾਧ ਸੰਗਤ ਜੀ ਤੁਹਾਨੂੰ ਕਲੀਅਰ ਕਰਨਾ ਚਾਹੂੰਗਾ ਕਿ ਪਿਤਾ ਜੀ ਦੀ ਫਰਲੋ ਜਿਹੜੀ ਹੋਈ ਹੈ 21 ਦਿਨ ਦੀ ਫਰਲੋ ਜਿਹੜੀ ਸਾਡੀ ਗਵਰਨਮੈਂਟ ਵੱਲੋਂ ਔਰ ਸਾਡੇ ਰਾਜਨੀਤਿਕ ਵਿੰਗ ਦੇ ਨਾਲ ਮਿਲ ਕੇ ਜਿਹੜਾ ਡਰਾਮਾ ਰਚਿਆ ਗਿਆ ਹੈ, ਜੋ ਇਲੈਕਸ਼ਨ ਦੇ ਨੇੜੇ ਪੂਜਨੀ ਗੁਰੂ ਜੀ ਨੂੰ ਫਰਲੋ ਦੇਣ ਦਾ ਜਿਹੜਾ ਡਰਾਮਾ ਰਚਿਆ ਗਿਆ ਤਾਂ ਕਿ ਜਿਹੜੀਆਂ ਵੋਟਸ ਨੇ ਉਹਨੂੰ ਮੈਨੂਪਲੇਟ ਕੀਤਾ ਜਾ ਸਕੇ, ਉਹਨਾਂ ਦਾ ਪੋਲਰਾਈਜੇਸ਼ਨ ਕੀਤਾ ਜਾ ਸਕੇ। ਔਰ ਅਸੀਂ ਖੁਦ ਸਾਡੀ ਟੀਮ ਦੇ ਅਲੱਗ-ਅਲੱਗ ਮਤਲਬ ਕਿ ਟੀਮਸ ਬਣ ਕੇ ਸਾਡੀ ਫੇਥ ਵਰਸਸ ਵਰਡਿਕਟ ਦੀਆਂ 3-4 ਟੀਮਾਂ ਨੇ ਉੱਥੇ ਵਿਜ਼ਿਟ ਕੀਤਾ ਸੀ ਗੁੜਗਾਉਂ ਦੇ ਵਿੱਚ। ਉੱਥੇ ਦੇ ਹਾਲਾਤ ਦੇਖ ਕੇ, ਉੱਥੇ ਸਿਕਿਉਰਿਟੀ ਦੇਖ ਕੇ ਸਾਡੀ ਆਤਮਾ ਨੇ ਗਵਾਹੀ ਭਰੀ ਨਹੀਂ ਕਿ ਹਜ਼ੂਰ ਪਿਤਾ ਜੀ ਉੱਥੇ ਹੈਗੇ ਨੇ। ਤਾਂ ਫੇਥ ਵਰਸਸ ਵਰਡਿਕਟ ਦੀ ਟੀਮ ਨੇ ਇਸ ਚੀਜ਼ ਦੀ ਵੀ ਆਵਾਜ਼ ਚੁੱਕੀ ਆਪਣੇ ਲਾਈਵ ਪ੍ਰੋਗਰਾਮ ਦੇ ਵਿੱਚ ਕਿ ਸਾਧ ਸੰਗਤ ਜੀ ਸਾਡੀ ਆਤਮਾ ਨੇ ਬਿਲਕੁਲ ਵੀ ਗਵਾਹੀ ਨਹੀਂ ਭਰੀ ਕਿ ਪੂਜਨੀ ਗੁਰੂ ਜੀ ਨੂੰ ਉੱਥੇ ਗੁੜਗਾਵਾਂ ਦੇ ਵਿੱਚ ਨਾਮ ਚਰਚਾ ਘਰ ਦੇ ਵਿੱਚ ਰੱਖਿਆ ਗਿਆ। ਔਰ ਅਸੀਂ ਯਕੀਨ ਨਾਲ ਕਹਿੰਦੇ, ਦਾਅਵੇ ਨਾਲ ਕਹਿੰਦੇ ਆ ਕਿ ਉੱਥੇ ਪੂਜਨੀ ਗੁਰੂ ਜੀ ਹੈ ਹੀ ਨਹੀਂ ਸੀਗੇ। ਜਦੋਂ ਇਹ ਗੱਲ ਬਹੁਤ ਜ਼ਿਆਦਾ ਉੱਠ ਗਈ ਔਰ ਇਹ ਜੋ ਗੱਲ ਕੋਰਟ ਦੇ ਵਿੱਚ ਚਲੀ ਗਈ ਤਾਂ ਸਾਨੂੰ ਇਹ ਲੱਗਦਾ ਹੈ ਕਿ ਸਾਧ ਸੰਗਤ ਨੂੰ ਯਕੀਨ ਦਿਵਾਉਣ ਵਾਸਤੇ ਹੋ ਸਕਦਾ ਹੈ ਕਿ ਜ਼ੈਡ ਸਿਕਿਉਰਿਟੀ ਵਾਲਾ ਮਸਲਾ ਇਹਨਾਂ ਨੇ ਮਤਲਬ ਕਿ ਮੈਨੂਪਲੇਟ ਕੀਤਾ ਹੋਵੇ। ਇਹ ਵੀ ਹੋ ਸਕਦਾ ਹੈ ਕਿਉਂਕਿ ਅਗਰ ਤੁਸੀਂ ਦੇਖੋਗੇ ਇੱਕ ਨਾ ਐਪਲੀਕੇਸ਼ਨ ਬੜੀ ਵਾਇਰਲ ਹੋ ਰਹੀ ਹੈ ਫੇਸਬੁੱਕ ਤੇ ਤਰਸੇਮ ਜੀ, ਜੋ ਕਿ ਇਹ ਸ਼ੋਅ ਕੀਤਾ ਜਾ ਰਿਹਾ ਕਿ ਪੂਜਨੀ ਗੁਰੂ ਜੀ ਵੱਲੋਂ ਫਰਲੋ ਲੈਣ ਵਾਸਤੇ ਉਹ ਐਪਲੀਕੇਸ਼ਨ ਲਿਖੀ ਗਈ ਹੈ। ਅਗਰ ਤੁਸੀਂ ਉਸ ਐਪਲੀਕੇਸ਼ਨ ਨੂੰ ਧਿਆਨ ਦੇ ਨਾਲ ਪੜੋਗੇ ਤਾਂ ਨੀਚੇ ਪੂਜਨੀ ਗੁਰੂ ਜੀ ਦੇ ਨਾਮ ਦੇ ਜਿਹੜੇ ਸਪੈਲਿੰਗ ਨੇ ਹਿੰਦੀ ਚ ਗੁਰਮੀਤ ਲਿਖਿਆ ਹੋਇਆ ਹੈ ਉਹ ਬਿਲਕੁਲ ਗਲਤ ਲਿਖਿਆ ਹੋਇਆ ਹੈ। ਸਾਧ ਸੰਗਤ ਜੀ, ਕੀ ਇਹ ਹੋ ਸਕਦਾ ਹੈ ਕਿ ਸਾਡਾ ਸਤਿਗੁਰ ਆਪਣਾ ਨਾਮ ਹੀ ਗਲਤ ਲਿਖ ਦੇਵੇ? ਮਤਲਬ ਇਹ ਕਿਤੇ ਹੋ ਸਕਦਾ। ਔਰ ਉਸ ਐਪਲੀਕੇਸ਼ਨ ਨੂੰ ਪੜ੍ਹ ਕੇ ਲੱਗਦਾ ਹੀ ਨਹੀਂ ਕਿ ਸਾਡੇ ਸਤਿਗੁਰ ਨੇ ਉਹ ਵਾਲੀ ਐਪਲੀਕੇਸ਼ਨ ਲਿਖੀ ਹੈ। ਤਾਂ ਸਾਡਾ ਜਿਹੜਾ ਪੁਆਇੰਟ ਆਫ ਵਿਊ ਹੈ, ਸਾਨੂੰ ਇਹ ਲੱਗਦਾ ਹੈ ਕਿ ਇਹ ਜੋ ਜਿਵੇਂ ਪੂਜਨੀ ਗੁਰੂ ਜੀ ਦੀ ਫਰਲੋ ਇੱਕ ਛਲਾਵਾ ਸੀ ਕਿ ਅਸੀਂ ਇਲੈਕਸ਼ਨਸ ਨੂੰ ਮੈਨੂਪਲੇਟ ਕਰ ਸਕੀਏ, ਸਾਧ ਸੰਗਤ ਨੂੰ ਭਰਮਾ ਕੇ ਅਸੀਂ ਵੋਟਾਂ ਲੈ ਸਕੀਏ, ਸਾਧ ਸੰਗਤ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਰਾਜਨੀਤਿਕ ਵਿੰਗ ਨੇ ਇਹ ਇੱਕ ਪ੍ਰੋਪੋਗੰਡਾ ਚਲਾਇਆ ਕਿ ਅਸੀਂ ਫਰਲੋ ਦਾ ਇੱਕ ਪ੍ਰੋਪੋਗੰਡਾ ਚਲਾ ਕੇ ਅਸੀਂ ਸਾਧ ਸੰਗਤ ਨੂੰ ਇਮੋਸ਼ਨਲੀ ਬਲੈਕਮੇਲ ਕਰ ਲਾਂਗੇ ਕਿ ਦੇਖੋ ਜੀ ਬੀਜੇਪੀ ਪਾਰਟੀ ਬਾਹਰ ਲੈ ਆਈ, ਫਰਲੋ ਤੇ ਲੈ ਆਈ ਸਾਡੇ ਹਜ਼ੂਰ ਪਿਤਾ ਜੀ ਨੂੰ। ਔਰ ਇਹ ਗੱਲ ਤਰਸੇਮ ਜੀ ਸੁਣਨ ਦੇ ਵਿੱਚ ਵੀ ਆਈ ਹੈ ਕਿ ਸਾਡਾ ਰਾਜਨੀਤਿਕ ਵਿੰਗ ਇਹ ਗੱਲਾਂ ਕਹਿੰਦਾ ਸੁਣਿਆ ਗਿਆ ਹੈ ਕਿ ਜਿਹੜੀ ਪਾਰਟੀ ਸਾਡੇ ਗੁਰੂ ਨੂੰ ਬਾਹਰ ਲੈ ਕੇ ਆਈ ਹੈ ਅਸੀਂ ਉਸੇ ਨੂੰ ਵੋਟ ਪਾਵਾਂਗੇ। ਚਾਹੇ ਰਾਜਨੀਤਿਕ ਵਿੰਗ ਨੂੰ ਪੁੱਛਣ ਵਾਲਾ ਹੋਵੇ ਤਾਂ ਅੰਦਰ ਕਿਹਨੇ ਕੀਤਾ ਸਾਡੇ ਗੁਰੂ ਜੀ ਨੂੰ? ਅਗਰ ਬੀਜੇਪੀ ਪਾਰਟੀ ਦੀ ਪਰਮਿਸ਼ਨ ਨਾਲ ਪੂਜਨੀ ਗੁਰੂ ਜੀ ਨੂੰ ਇਹਨਾਂ ਦੇ ਹਿਸਾਬ ਨਾਲ ਫਰਲੋ ਦਿੱਤੀ ਗਈ ਹੈ ਤਾਂ ਅੰਦਰ ਕਿਹੜੀ ਪਾਰਟੀ ਨੇ ਕੀਤਾ ਸੀ? ਕਿ ਸਾਡੀ ਸਾਧ ਸੰਗਤ ਦਾ ਸਾਡੇ ਜ਼ਿੰਮੇਵਾਰਾਂ ਦਾ ਜ਼ਮੀਰ ਬਿਲਕੁਲ ਮਰ ਚੁੱਕਿਆ ਹੈ। ਮੈਂ ਮਤਲਬ ਅਗਰ ਮੇਰੀ ਸੋਚ ਸਮਝਦੇ ਹੋ ਤਾਂ ਇਹ ਵੀ ਜ਼ੈਡ ਸਿਕਿਉਰਿਟੀ ਦੇਣਾ ਇਹ ਵੀ ਬਿਲਕੁਲ ਇੱਕ ਛਲਾਵਾ ਹੀ ਲੱਗਦਾ ਮੈਨੂੰ, ਜਿਵੇਂ ਪਿਤਾ ਜੀ ਦੀ ਫਰਲੋ ਇੱਕ ਛਲਾਵਾ ਹੈ ਕਿ ਜੋ ਇਲੈਕਸ਼ਨਸ ਨੂੰ ਮੈਨੂਪਲੇਟ ਕਰਨ ਵਾਸਤੇ ਇਹ ਸਾਰਾ ਇੱਕ ਪ੍ਰੋਪੋਗੰਡਾ ਚਲਾਇਆ ਗਿਆ। ਮੈਨੂੰ ਲੱਗਦਾ ਕਿ ਜ਼ੈਡ ਸਿਕਿਉਰਿਟੀ ਵੀ ਇੱਕ ਛਲਾਵਾ ਹੀ ਹੈ ਕਿ ਸਾਧ ਸੰਗਤ ਨੂੰ ਔਰ ਦੁਨੀਆ ਨੂੰ ਭਰਮਾਉਣ ਵਾਸਤੇ ਇੱਕ ਪ੍ਰੋਪੋਗੰਡਾ ਚਲਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤਰਸੇਮ ਜੀ, ਸ਼ਾਰਟ ਦੇ ਵਿੱਚ ਹੀ ਤੁਸੀਂ ਆਨਸਰ ਦਿਓ ਜੀ। ਇੱਕ ਵਿਰਸਾ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਵਿਰਸਾ ਸਿੰਘ, ਅੱਗੇ ਮੈਂ ਸਰਨੇਮ ਭੁੱਲ ਗਿਆ ਉਹਨਾਂ ਦਾ, ਤੇ ਜੋ ਕਾਫੀ ਜ਼ਿਆਦਾ ਫੇਸਬੁੱਕ ਦੇ ਉੱਤੇ ਹੈ ਜੀ, ਹਾਂ ਬਲਟੋਹਾ, ਵਿਰਸਾ ਸਿੰਘ ਬਲਟੋਹਾ ਜੀ ਦੀ ਵੀਡੀਓ ਹੈ। ਮਤਲਬ ਵਿਰਸਾ ਸਿੰਘ ਬਲਟੋਹਾ ਦੀ ਵੀਡੀਓ ਹੈ ਜੋ ਕਿ ਅਕਾਲੀ ਦਾ ਲੀਡਰ ਹੈ ਸ਼ਾਇਦ, ਜਾਂ ਹੋ ਸਕਦਾ ਹੈ ਕਿ ਸਿੱਖ ਸੰਗਤਾਂ ਨੂੰ ਜਾਂ ਸਿੱਖ ਧਰਮ ਨੂੰ ਸ਼ਾਇਦ ਉਹ ਰਿਪਰੈਜ਼ੈਂਟ ਕਰਦਾ ਹੋਵੇ, ਮੈਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਪਤਾ। ਉਹ ਸਾਡੇ ਪੂਜਨੀ ਗੁਰੂ ਜੀ ਬਾਰੇ ਬਹੁਤ ਜ਼ਿਆਦਾ ਮਾੜਾ ਬੋਲ ਰਿਹਾ ਹੈ। ਤਾਂ ਜਿਹੜੀ ਸਾਧ ਸੰਗਤ ਨੇ ਰਾਜਨੀਤਿਕ ਵਿੰਗ ਦੇ ਪਿੱਛੇ ਲੱਗ ਕੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਤਾਂ ਤੁਸੀਂ 골ਡ ਮੈਡਲ ਲੈ ਲਿਆ। ਉਹ ਲੋਕ ਤੁਹਾਡੇ ਵੋਟ ਲੈ ਕੇ ਵੀ ਤੁਹਾਨੂੰ ਗਲਤ ਬੋਲਦੇ ਨੇ, ਲੇਕਿਨ ਸਾਡੇ ਰਾਜਨੀਤਿਕ ਵਿੰਗ ਦਾ ਜ਼ਮੀਰ ਇੰਨਾ ਜ਼ਿਆਦਾ ਮਰ ਚੁੱਕਿਆ ਹੈ ਕਿ ਉਸ ਪਾਰਟੀ ਨੂੰ ਸਾਧ ਸੰਗਤ ਨੂੰ ਕਹਿ ਕੇ ਮਤਲਬ ਕਿ ਸਪੋਰਟ ਕਰਵਾਇਆ, ਜਿਹੜੀ ਪਾਰਟੀ ਸਾਡੇ ਗੁਰੂ ਵਾਸਤੇ ਫਾਂਸੀ ਦੀ ਮੰਗ ਕਰਦੀ ਹੈ, ਜਿਸ ਪਾਰਟੀ ਦਾ ਜਿਹੜਾ ਮੇਨ ਲੀਡਰ ਉਹ ਕਹਿੰਦਾ ਅਸੀਂ ਬਾਬਾ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਨਹੀਂ ਵੜਨ ਦੇਣਾ। ਤਾਂ ਉਹ ਜਿਹੜੀ ਵਿਰਸਾ ਸਿੰਘ ਬਲਟੋਹਾ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਸ਼ਾਰਟ ਦੇ ਵਿੱਚ ਰੱਖਿਓ, ਮੈਂ ਇੱਕ ਸਵਾਲ ਤੁਹਾਨੂੰ ਅੱਗੇ ਹੋਰ ਪੁੱਛੂੰਗਾ, ਸ਼ਾਰਟ ਦੇ ਵਿੱਚ ਰੱਖਿਓ। ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ? ਸਾਧ ਸੰਗਤ ਜੀ, ਅਗਰ ਤੁਹਾਡਾ ਕੋਈ ਹੋਰ ਸਵਾਲ ਵੀ ਹੈ ਤੁਸੀਂ ਟਾਈਪ ਕਰ ਦਿਓ, ਮੈਂ ਕੋਸ਼ਿਸ਼ ਕਰੂੰਗਾ ਕਿ ਅਸੀਂ ਉਹਦਾ ਵੀ ਜਿੰਨਾ ਸਾਡੀ ਸਮਝ ਦੇ ਵਿੱਚ ਹੈਗਾ ਆਪਾਂ ਉਹਦਾ ਜਵਾਬ ਦਈਏ। ਜੀ ਤਰਸੇਮ ਜੀ। ਜੀ ਭਾਈ,
ਜਿਸ ਤਰ੍ਹਾਂ ਉਹ ਵੀਡੀਓ ਆਈ ਹੈ ਨਾ, ਉਹਦੇ ਵਿੱਚ ਇਹ ਗੱਲ ਵੀਡੀਓ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਵੀ ਵਿਰਸਾ ਸਿੰਘ ਵਲਟੋਹਾ ਜੋ ਹੈ ਉਹ ਅਕਾਲੀ ਦਲ ਦਾ ਆਗੂ ਆ, ਔਰ ਜੋ ਐਂਕਰ ਹੈ ਉਹ ਵੀ ਇਸ ਗੱਲ ਦਾ ਦਾਅਵਾ ਕਰਦੀ ਹੈ ਵੀ ਅਕਾਲੀ ਆਗੂ ਨੇ ਜੀ ਇਹ। ਤਾਂ ਉਹਦੇ ਵੱਲੋਂ ਜਿਹੜੀ ਪਰੋਲ ਦੀ ਮਤਲਬ ਵਿਰੋਧ ਕੀਤਾ ਗਿਆ, ਤੇ ਉਹ ਪਰੋਲ ਦੇ ਵਿਰੋਧ ਵਿੱਚ ਇਹ ਗੱਲ ਕਹਿੰਦਾ ਵੀ ਸਭ ਤੋਂ ਵੱਡਾ ਖਤਰਾ ਜਿਹੜਾ ਹੈਗਾ ਦੇਸ਼ ਵਾਸਤੇ, ਸਮਾਜ ਵਾਸਤੇ, ਉਹ ਹੈਗਾ ਬਾਬਾ ਰਾਮ ਰਹੀਮ। ਤੇ ਇਹ ਹੁਣ ਵੀ ਇਹੋ ਜਿਹੇ ਬੰਦੇ ਨੂੰ ਕਦੇ ਬਾਹਰ ਆਉਣਾ ਹੀ ਨਹੀਂ ਚਾਹੀਦਾ। ਉਹਦੇ ਵਾਸਤੇ ਜੇਲ੍ਹ ਹੀ ਸਹੀ ਸਥਾਨ ਆ, ਉਹ ਜੇਲ੍ਹ 'ਚ ਹੀ ਸਹੀ ਆ। ਤੇ ਜਿਹੜੀ ਜੈਡ ਸੁਰੱਖਿਆ ਦੀ ਗੱਲ ਚੱਲੀ ਆ ਬਈ ਉਹ ਜੈਡ ਸੁਰੱਖਿਆ ਦਾ ਵਿਰੋਧ ਕਰਦਾ ਦਿਖਾਇਆ ਗਿਆ। ਹੁਣ ਸਾਧ ਸੰਗਤ ਸੋਚੇ ਵੀ ਜਿਹੜੇ ਰਾਜਨੀਤਿਕ ਵਿੰਗ ਪਿੱਛੇ ਲੱਗ ਕੇ ਤੁਹਾਨੂੰ ਲੱਗਦਾ ਵੀ ਅਸੀਂ ਬਹੁਤ ਵੱਡੀ ਭਗਤੀ ਖੱਟ ਲਈ, ਬਈ ਜਿੰਨਾ ਗੁਰੂ ਦੀ ਨਿੰਦਿਆ ਕਰਾ ਦੇਣੀ ਇਹ ਵੱਡੀ ਭਗਤੀ ਆ, ਜਾਂ ਰਾਜਨੀਤਿਕ ਵਿੰਗ ਦੇ ਮਗਰ ਲੱਗ ਕੇ ਵੋਟ ਪਾ ਦੇਣੀ ਇਹ ਵੱਡੀ ਭਗਤੀ ਆ? ਤਾਂ ਸੰਗਤ ਹੁਣ ਇਸ ਗੱਲ ਦਾ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੇ ਬਈ ਜਦੋਂ ਤੁਸੀਂ ਉਹ ਵੀਡੀਓ ਜਿਹੜਿਆਂ ਨੇ ਵੀ ਵੋਟ ਪਾਈ ਆ, ਮੇਰੀ ਬੇਨਤੀ ਆ ਉਹਨਾਂ ਦੇ ਚਰਨਾਂ ਵਿੱਚ ਇੱਕ ਵਾਰੀ ਉਹ ਵੀਡੀਓ ਦੇਖਿਓ ਤੇ ਫੇਰ ਫੈਸਲਾ ਕਰਿਓ ਆਪਦੇ ਛਾਤੀ ਤੇ ਹੱਥ ਰੱਖ ਕੇ। ਆਪਦੀ ਆਤਮਾ ਜੇਕਰ ਜਿਉਂਦੀ ਆ, ਜੇ ਤੁਸੀਂ ਆਪਦੇ ਹੱਥਾਂ ਨਾਲ ਮਾਰ ਲਈ ਉਹਦਾ ਮੈਂ ਕਹਿ ਨਹੀਂ ਸਕਦਾ, ਪਰ ਜੇ ਤੁਹਾਡੀ ਆਤਮਾ ਜਿਉਂਦੀ ਆ ਨਾ, ਤੁਸੀਂ ਉਸ ਵੀਡੀਓ ਨੂੰ ਸੁਣ ਕੇ ਫੇਰ ਫੈਸਲਾ ਕਰਿਓ ਵੀ ਕੀ ਤੁਸੀਂ ਰਾਜਨੀਤਿਕ ਵਿੰਗ ਦੇ ਮਗਰ ਲੱਗ ਕੇ ਅਕਾਲੀ ਦਲ ਨੂੰ ਜਾਂ ਭਾਜਪਾ ਨੂੰ ਵੋਟ ਪਾ ਕੇ ਸਹੀ ਕੰਮ ਕੀਤਾ। ਆਪਣੇ ਗੁਰੂ ਦੀ ਨਿੰਦਿਆ ਕਰਾਉਣਾ ਇਦੋਂ ਵੱਡਾ ਪਾਪ ਹੀ ਕੋਈ ਨਹੀਂ ਹੈਗਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਬਈ ਉਹਦੇ ਪਿੱਛੇ 84 ਲੱਖ ਜੂਨੀਆਂ 'ਚ ਭੜਕਣਾ ਪੈ ਸਕਦਾ ਜੇਕਰ ਸੰਤ ਦੀ ਨਿੰਦਿਆ ਕਰਾਤੀ। ਅਸੀਂ ਤਾਂ ਸਾਧ ਸੰਗਤ ਖੁਦ ਉਹਨਾਂ ਲੋਕਾਂ ਦਾ ਸਮਰਥਨ ਕਰ ਰਹੀ ਆ ਜਿਹੜੇ ਕਹਿੰਦੇ ਵੀ ਫਾਂਸੀ ਹੋਣੀ ਚਾਹੀਦੀ ਆ, ਜਿਹੜੇ ਕਹਿੰਦੇ ਵੀ ਜੱਜ ਨੂੰ ਸਨਮਾਨਿਤ ਕਰਨਾ ਚਾਹੀਦਾ, ਜਿਹੜੇ ਇਸ ਗੱਲ ਨੂੰ ਕਹਿੰਦੇ ਆ ਵੀ ਬਾਬੇ ਨੂੰ ਤਾਂ ਬਾਹਰ ਹੀ ਨਹੀਂ ਆਉਣਾ ਚਾਹੀਦਾ ਜੀ, ਉਹ ਤਾਂ ਉਹਦੀ ਸਹੀ ਜਗ੍ਹਾ ਤਾਂ ਮਤਲਬ ਜੇਲ੍ਹ ਹੀ ਆ ਤੇ ਬਲਾਤਕਾਰੀ ਆ, ਉਹਨੂੰ ਅੰਦਰ ਰੱਖਣਾ ਚਾਹੀਦਾ। ਉਹ ਤੇ ਇਦਾਂ ਦੇ ਕ੍ਰਿਮੀਨਲ ਕੇਸ ਨੇ, ਅਸੀਂ ਤਾਂ ਉਹਨੂੰ ਪੰਜਾਬ 'ਚ ਨਹੀਂ ਵੜਨ ਦਿੰਦੇ। ਤੇ ਸਾਧ ਸੰਗਤ ਦੀਆਂ ਵੋਟਾਂ ਦੀ ਸਾਨੂੰ ਲੋੜ ਹੀ ਕੋਈ ਨਹੀਂ। ਤੇ ਛਾਤੀ ਠੋਕ ਠੋਕ ਕੇ ਅਗਲੇ ਇਸ ਗੱਲ ਦਾ ਦਾਅਵਾ ਕਰਦੇ ਆ ਵੀ ਅਸੀਂ ਫਸਾਇਆ ਰਾਮ ਰਹੀਮ ਨੂੰ। ਇੱਥੇ ਵੀਰਪਾਲ ਭੈਣ ਜੀ ਲਿਖ ਰਹੇ ਨੇ ਵੀ ਅਕਾਲੀ ਦਲ ਬਾਲ ਦਾ ਬੁਲਾਰਾ ਹੈ ਜੀ ਉਹ ਵਿਰਸਾ ਸਿੰਘ ਵਲਟੋਹਾ, ਅਕਾਲੀ ਦਲ ਦਾ ਬੁਲਾਰਾ ਹੈ ਬਾਈ। ਜਿਨ੍ਹਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਤੇ ਫਿਰ ਸੰਗਤ ਹੁਣ ਇਹ ਦੇਖੋ ਬਈ ਅਸੀਂ ਸਮਰਥਨ ਕਿਹਨਾਂ ਲੋਕਾਂ ਦਾ ਕੀਤਾ? ਅਸੀਂ ਸਮਰਥਨ ਉਹਨਾਂ ਲੋਕਾਂ ਦਾ ਕੀਤਾ ਜਿਨ੍ਹਾਂ ਨੇ ਫਾਂਸੀ ਦੀ ਮੰਗ ਕੀਤੀ। ਇਹਦਾ ਮਤਲਬ ਸੰਗਤ ਇਹ ਚਾਹੁੰਦੀ ਆ ਵੀ ਸਾਡੇ ਗੁਰੂ ਨੂੰ ਫਾਂਸੀ ਕਰਾਉਣ ਵਾਲੇ ਜਿਹੜੀ ਪਾਰਟੀ ਆ, ਜਿਹੜੀ ਮੰਗ ਉਹਨਾਂ ਨੇ ਰੱਖੀ ਆ, ਉਹਦੇ ਨਾਲ ਤੁਸੀਂ ਅੱਜ ਵੋਟਾਂ ਪਾ ਕੇ ਇੱਕ ਤਰ੍ਹਾਂ ਨਾਲ ਸਹਿਮਤੀ ਦਿੱਤੀ ਆ। ਜਿਹੜੇ ਚਾਹੁੰਦੇ ਆ ਬਈ ਸਾਰੀ ਉਮਰ ਸਾਡੇ ਗੁਰੂ ਜੀ ਉਹ ਜੇਲ੍ਹ 'ਚ ਰਹਿਣਾ, ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਸਹਿਮਤੀ ਦਿੱਤੀ ਆ ਬਈ ਬਾਕੀ ਤੁਸੀਂ ਸਾਡੇ ਗੁਰੂ ਨੂੰ ਅੰਦਰ ਰੱਖੋ, ਇਸ ਵਾਸਤੇ ਅਸੀਂ ਤੁਹਾਨੂੰ ਜਿਤਾ ਰਹੇ ਹਾਂ। ਤੇ ਜਿਹੜੇ ਲੋਕ ਇਹ ਗੱਲ ਦਾ ਦਾਅਵਾ ਕਰਦੇ ਆ ਬਈ ਅਸੀਂ ਤਾਂ ਜੀ ਹੁਕਮ ਮੰਨ ਕੇ ਭਗਤੀ ਕਰ ਰਹੇ ਆ ਤੇ ਅਸੀਂ ਤਾਂ ਮਤਲਬ ਉੱਠਾ ਜਿਹੜਾ ਉਹ ਛੱਤ ਤੇ ਚੜਾ ਰਿਹਾ ਬਈ ਗੁਰੂ ਵਾਲੀ ਕਹਾਣੀ ਵਿੱਚ ਉਹ ਅਡਾਪਟ ਕਰ ਲਈ। ਉਹ ਤਾਂ ਸੀਗੀ ਦੋ ਸਿੱਖਾਂ ਦਾ ਮਤਲਬ ਪਰਖ ਲੈਣ ਦੀ ਗੱਲ, ਪਰ ਇੱਥੇ ਗੁਰੂ ਥੋੜੀ ਤੁਹਾਨੂੰ ਬਚਨ ਕਰ ਰਿਹਾ। ਗੁਰੂ ਤਾਂ ਕਹਿੰਦਾ ਵੀ ਮੇਰਾ ਰਾਜਨੀਤੀ ਤੱਕ ਨਾਲ ਕੋਈ ਵਾਸਤਾ ਹੀ ਨਹੀਂ, ਪਰ ਇੱਥੇ ਤੁਸੀਂ ਰਾਜਨੀਤਿਕ ਵਿੰਗ ਦੇ ਕਹਿਣ ਤੇ ਉੱਠ ਚੜਾ ਰਹੇ ਹੋ। ਉਹ ਵੀ ਕਿਹਦੇ ਵਾਸਤੇ ਚੜਾ ਰਹੇ ਹੋ? ਜਿਹੜਾ ਤੁਹਾਡੇ ਗੁਰੂ ਵਾਸਤੇ ਫਾਂਸੀ ਦੀ ਮੰਗ ਕਰਦਾ, ਉਹਨਾਂ ਦੇ ਹੱਕ ਵਾਸਤੇ ਚੜਾ ਰਹੇ ਹੋ ਤੁਸੀਂ। ਤਾਂ ਹੁਣ ਸੰਗਤ ਫੈਸਲਾ ਕਰੇ ਨਾ। ਦੂਜੀ ਗੱਲ ਹੁਣ ਤੁਸੀਂ ਕੀਤੀ ਸੀ ਵੀ ਸਿਕਿਉਰਿਟੀ ਦੀ, ਬਈ ਜੈਡ ਸੁਰੱਖਿਆ ਵਾਲਾ ਮਸਲਾ ਕੀ ਆ? ਬਈ ਹੁਣ ਇਹ ਜਿਹੜਾ ਪਿਤਾ ਜੀ ਜਿੱਦਾਂ ਕਹਿੰਦੇ ਵੀ ਰਾਜਨੀਤਿਕ ਡਰਾਮੇ ਦਾ ਕੀ ਹੋਇਆ, ਉਹ ਇਹ ਹੈਗਾ ਸਿਰਫ ਰਾਜਨੀਤਿਕ ਡਰਾਮਾ। ਨੋਟਾ ਵੋਟਾਂ ਦਾ ਡੇਰੇ ਸੱਚੇ ਸੌਦੇ ਨਾਲ ਕੋਈ ਵਾਸਤਾ ਨਹੀਂ ਸੀ, ਇਹ ਚੱਕਰੀ ਸਾਰਾ ਨੋਟਾ ਵੋਟਾਂ ਦਾ ਬਾਈ ਜੀ। ਹੁਣ ਗੱਲ ਇੱਥੇ ਇਹ ਆ ਜਾਂਦੀ ਆ ਬਈ ਅੱਜ ਹੀ ਸਿਕਿਉਰਿਟੀ ਦਾ ਰੌਲਾ ਕਿਉਂ ਪਿਆ? ਕੱਲ ਵੋਟਾਂ ਨਿਬੜ ਕੇ ਹਟੀਆਂ ਨੇ, ਅੱਜ ਹੀ ਰੌਲਾ ਪੈ ਗਿਆ ਜੀ ਖਤਰਾ ਹੈ ਖਾਲਿਸਤਾਨ ਤੋਂ। ਹੁਣ ਖਾਲਿਸਤਾਨ ਵਾਲਿਆਂ ਨੂੰ ਇਦਾਂ ਹੀ ਬਦਨਾਮ ਕਰ ਦਿੰਦੇ ਨੇ ਜਦੋਂ ਮਰਜ਼ੀ ਇਹਨਾਂ ਦਾ ਜੀ ਕਰਦਾ ਬਈ ਲਾ ਦੋ ਜੋਰ ਹੋੜ। ਇਹ ਤੇ ਕਿਹੜਾ ਕਿਸੇ ਨੇ ਜਾਂਚ ਕਰਨੀ? ਜਾਂਚ ਕਰਨ ਵਾਲੇ ਵੀ ਅਸੀਂ ਆ ਤੇ ਲਾ ਦੋ ਖਾਲਸਿਆਂ ਦੇ ਨਾਲ। ਬਈ ਖਾਲਸੇ ਖਤਰਾ ਨਹੀਂ ਜੀ ਸਾਡੇ ਗੁਰੂ ਵਾਸਤੇ। ਤੇ ਜਦੋਂ ਹੁਣ ਤੁਸੀਂ ਇਸ ਗੱਲ ਦਾ ਦਾਅਵਾ ਆਪਣੇ ਮੋਹਤ ਜੀ ਨੇ ਵੀ ਕੀਤਾ, ਹੋਰ ਵੀ ਜਿਹੜੇ ਲੋਕ ਉੱਥੇ ਗਏ ਆ ਉਸ ਏਰੀਏ 'ਚ ਗੁਰੂਗ੍ਰਾਮ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਬਈ ਉੱਥੇ ਕੋਈ ਇਦਾਂ ਦੀ ਸਿਕਿਉਰਿਟੀ ਹੈ ਹੀ ਨਹੀਂ, ਬਈ ਦੇਖ ਕੇ ਲੱਗਦੇ ਨਹੀਂ। ਤੇ ਸਾਡੇ ਗੁਰੂ ਜੀ ਨੂੰ ਆਇਆ ਨੂੰ 10-12 ਦਿਨ ਹੋ ਗਏ, ਉਦੋਂ ਤੱਕ ਤਾਂ ਕਿਸੇ ਨੂੰ ਖਤਰਾ ਲੱਗਿਆ ਨਹੀਂ। ਤੇ ਅੱਜ ਹੀ ਵੋਟਾਂ ਨਿਬੜਨ ਤੇ ਬਾਅਦ ਹੁਣ ਮੰਨ ਲਓ ਇੱਕ ਨਾ ਦੇ ਦਿਨ ਦਾ ਮੇਰੇ ਖਿਆਲ 'ਚ ਯੂਪੀ ਦਾ ਵੀ ਲਾਸਟ ਚੁਣਾਵ ਹੀ ਹੋਣਾ ਸ਼ਾਇਦ, ਤੇ ਅੱਜ ਹੀ ਇਹਨਾਂ ਨੂੰ ਲੱਗਿਆ ਵੀ ਹੁਣ ਕਿਉਂਕਿ ਰਾਜਨੀਤਿਕ ਡਰਾਮਾ ਜਿਹੜਾ ਉਹ ਐਂਡ ਹੋ ਗਿਆ, ਉਹਦਾ ਉਹ ਫਿਲਮ ਇਹਨਾਂ ਦੀ ਪੂਰੀ ਹੋ ਗਈ, ਇਹਨਾਂ ਦੀ ਮਨਸ਼ਾ ਸੀ ਜਿਹੜੀ ਉਹ ਪੂਰੀ ਹੋ ਗਈ। ਹੁਣ ਇਹਨਾਂ ਨੂੰ ਲੱਗਦਾ ਵੀ ਭਾਈ ਇਸ ਡਰਾਮੇ ਦਾ ਅੰਤ ਕਰਨਾ। ਹੁਣ ਜਿਹੜੇ ਇਹਨਾਂ ਨੇ ਸੰਗਤ ਨਾਲ ਵਾਅਦੇ ਕੀਤੇ ਆ ਬਈ ਗੁਰੂ ਜੀ ਲਾਈਵ ਹੋਣਗੇ, ਗੁਰੂ ਜੀ ਆ ਵੋਟਾਂ ਟੱਪ ਜਾਣ ਦਿਓ, ਉਦੋਂ ਬਾਅਦ ਸਤਸੰਗ ਕਰਨਗੇ, ਸਰਸੇ ਆਉਣਗੇ, ਇਹਨਾਂ ਨੇ ਸਫਾਈਆਂ ਕਰਾਈਆਂ, ਸੰਗਤ ਦੇ ਮਨਾਂ 'ਚ ਇਹ ਗੱਲ ਭਰੀ ਬਈ ਸਤਸੰਗ ਤਾਂ ਹੋਊਗਾ ਜੀ। ਆ ਜਿਹੜੇ ਫੇਥ ਵਾਲੇ ਆ ਇਹ ਤਾਂ ਐਵੇਂ ਡੱਪਦੇ ਫਿਰਦੇ ਆ ਸਤਸੰਗ ਹੋਊਗਾ। ਉਹਨਾਂ ਨੂੰ ਕਿਸੇ ਤੋਂ ਝਾੜੂ ਮਰਵਾਉਣ ਲਾਤਾ, ਕਿਸੇ ਨੂੰ ਕਿਹਾ ਵੀ ਤੂੰ ਸੁਨੇਹੇ ਲਾ ਦੇ, ਕਿਸੇ ਨੂੰ ਕਿੱਦਾਂ ਉਹਨਾਂ ਦੇ ਮਨਾਂ ਵਿੱਚ, ਉਹਨਾਂ ਦੇ ਮਨਾਂ ਨਾਲ, ਉਹਨਾਂ ਦੀਆਂ ਭਾਵਨਾ ਨਾਲ ਖਿਲਵਾੜ ਕੀਤਾ ਗਿਆ। ਤੇ ਹੁਣ ਉਹ ਇਸ ਡਰਾਮਾ ਹੋ ਗਿਆ ਵੱਡਾ
ਤੇ ਇਸ ਡਰਾਮੇ ਦਾ ਅੰਤ ਵੀ ਕਰਨਾ। ਦੂਜੀ ਗੱਲ, ਜਿਹੜੀ ਆਪਣੀ ਟੀਮ ਨੇ ਰੌਲਾ ਪਾਇਆ ਬਈ ਗੁਰੂ ਜੀ ਇੱਥੇ ਹੈ ਨਹੀਂ, ਕਿਉਂਕਿ ਇਹਨਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਵੀ ਫੇਥ ਵਾਲਿਆਂ ਨੂੰ ਝੂਠਾ ਕਰੋ, ਜਿਵੇਂ ਮਰਜ਼ੀ ਕਰੋ, ਕੋਈ ਡਰਾਮਾ ਚੱਲੋ। ਹੁਣ ਇਹ ਗੱਲ ਨਾਲ ਵੀ ਜੈਡ ਸੁਰੱਖਿਆ ਦਿੱਤੀ ਗਈ ਆ, ਜਦੋਂ ਤੁਸੀਂ ਕਿਹਾ ਬਈ ਇਸ ਗੱਲ ਨਾਲ ਇਹ ਸਾਬਤ ਕਰਨ ਜਾਂ ਵੀ ਸੁਰੱਖਿਆ ਦਿੱਤੀ, ਇਹਦਾ ਮਤਲਬ ਪਿਤਾ ਜੀ ਆ। ਦੂਜੀ ਗੱਲ, ਹਾਂ ਜਿਹੜੀ ਤੁਸੀਂ, ਮੈਂ ਤਾਂ ਉਹ ਖਰ ਪੜ੍ਹੀ ਨਹੀਂ ਹੈਗੀ ਐਪਲੀਕੇਸ਼ਨ ਦੀ, ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਵੀ ਤੁਸੀਂ ਕਿਹਾ ਵੀ ਨਾਮ ਵੀ ਸਹੀ ਨਹੀਂ। ਇੱਥੇ ਸੇਤੀਆ ਸਾਹਿਬ ਜੀ ਮਤਲਬ ਲਿਖ ਰਹੇ ਸੀ ਵੀ ਉਹਦੇ ਵਿੱਚ ਰਹੀਮ ਦੀ ਜਗ੍ਹਾ ਰਹਿਮ ਹੀ ਲਿਖਿਆ ਹੋਇਆ। ਤਾਂ ਇਹ ਸਾਬਤ ਕਰਨ ਦਾ ਸਾਰਾ ਕੋਈ ਮਕਸਦ ਆ ਬਈ ਗੁਰੂ ਜੀ ਹੈਗੇ ਨੇ, ਜਿਹੜੇ ਫੇਥ ਵਾਲੇ ਗੱਲ ਕਹਿੰਦੇ ਨੇ ਵੀ ਉਹ ਗੱਲ ਗਲਤ ਆ। ਦੂਜੀ ਗੱਲ ਬਈ ਹੁਣ ਖਾਲਿਸਤਾਨ ਵਾਲਾ ਮੁੱਦਾ ਬਣਾ ਕੇ ਵੀ ਖਾਲਿਸਤਾਨੀਆਂ ਤੋਂ ਖਤਰਾ ਜੀ, ਬਈ ਜੇਲ੍ਹ ਜਾਣ ਦਾ ਜਿਹੜਾ ਪੱਕਾ ਬੰਦੋਬਸਤ ਆ, ਬਈ ਕਵਾਂਗੇ ਇੱਕ ਤਾਂ ਫੇਥ ਵਾਲਿਆਂ ਨੇ ਰੌਲਾ ਪਾ ਲਿਆ ਜੀ, ਦੂਜਾ ਖਾਲਿਸਤਾਨੀ ਖਤਰਾ ਬਣ ਗਏ, ਇਸ ਕਰਕੇ ਗੁਰੂ ਜੀ ਦਾ ਜਿਹੜਾ ਇੱਥੇ ਰਹਿਣਾ, ਬਾਹਰ ਰਹਿਣਾ ਜਾਇਜ਼ ਨਹੀਂ। ਤੇ ਜਿਵੇਂ ਬਿਰਸਾ ਸਿੰਘ ਬਲਟੋਹਾ ਨੇ ਕਿਹਾ ਵੀ ਉਹਦੀ ਜਗ੍ਹਾ ਜੇਲ੍ਹ ਆ, ਤੇ ਇਦਾਂ ਕਹਿ ਕੇ ਵੀ ਜੇਲ੍ਹ 'ਚ ਭੇਜ ਦਿਓ ਜੀ, ਤੇ ਕਵਾਂਗੇ ਜੀ ਵੀ ਫੇਥ ਵਾਲਿਆਂ ਦੀ ਵਜ੍ਹਾ ਨਾਲ ਬਾਗੇ, ਖਾਲਿਸਤਾਨੀਆਂ ਦੀ ਵਜ੍ਹਾ ਨਾਲ ਬਾਗੇ, ਤੇ ਨਹੀਂ ਤਾਂ ਪਿਤਾ ਜੀ ਸਤਸੰਗ ਕਰਦੇ। ਆਹ ਸਾਰਾ ਡਰਾਮਾ ਬਾਈ ਜੀ, ਇਹ ਸੰਗਤ ਨੂੰ ਸਮਝਣ ਦੀ ਲੋੜ ਆ। ਜੀ ਜੀ ਤਰਸੇਮ ਜੀ, ਮਤਲਬ ਬੜਾ ਦੁੱਖ ਹੋਇਆ। ਵੈਸੇ ਤਾਂ ਮੈਂ ਉਹਨਾਂ ਸਾਰੇ ਮਤਲਬ ਸਾਧ ਸੰਗਤ ਨੂੰ ਆਪਣੇ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਆਪਣੇ ਸਤਿਗੁਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਔਰ ਅਸੀਂ ਸਾਡੀ ਟੀਮ ਨੇ ਪਿਤਾ ਜੀ ਦੇ ਵਚਨ ਨੂੰ ਵਾਇਰਲ ਕੀਤਾ, ਸਾਧ ਸੰਗਤ ਨੂੰ ਸਬੂਤ ਦੇ ਤੌਰ ਤੇ ਦਿਖਾਏ ਜੋ ਸਾਡੇ ਗੁਰੂ ਜੀ ਨੇ ਨੋਟਾਂ ਦੇ ਵਚਨ ਕੀਤੇ। ਬਹੁਤ ਸਾਰੀ ਸਾਧ ਸੰਗਤ ਨੇ ਆਪਣੇ ਗੁਰੂ ਦੇ ਵਚਨ ਤੇ ਫੁੱਲ ਚੜਾਉਂਦੇ ਹੋਏ ਇਸ ਇਲੈਕਸ਼ਨ ਦੇ ਵਿੱਚ ਨੋਟਾਂ ਦਾ ਬਟਨ ਦਬਾਇਆ, ਔਰ ਮੈਂ ਉਹ ਸਾਰੀ ਸਾਧ ਸੰਗਤ ਨੂੰ ਜਿਨ੍ਹਾਂ ਨੇ ਆਪਣੇ ਗੁਰੂ ਦੇ ਵਚਨਾਂ ਨੂੰ ਨਿਭਾਇਆ, ਮੈਂ ਸਾਰੀ ਸਾਧ ਸੰਗਤ ਨੂੰ ਦਿਲੋਂ ਸਲੂਟ ਕਰਦਾ। ਲੇਕਿਨ ਮੈਨੂੰ ਉਸ ਸਾਧ ਸੰਗਤ ਦੇ ਉੱਤੇ ਕੁਝ ਚੰਦ ਕੁ ਜਿਹੜੀ ਸਾਧ ਸੰਗਤ ਹੈ ਜਿਨ੍ਹਾਂ ਨੇ ਰਾਜਨੀਤਿਕ ਵਿੰਗ ਦੇ ਪਿੱਛੇ ਲੱਗ ਕੇ ਸਾਡੇ ਗੁਰੂ ਦੇ ਨਿੰਦਕਾਂ ਨੂੰ, ਸਾਡੀ ਸਾਧ ਸੰਗਤ ਦੇ ਹਥਿਆਰਿਆਂ ਨੂੰ, ਔਰ ਉਸ ਪਾਰਟੀ ਨੂੰ ਜਿਸ ਪਾਰਟੀ ਨੇ ਸਾਡੇ ਗੁਰੂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਲਗਾਇਆ ਔਰ ਉਹਤੇ ਪਰਚਾ ਕਰਵਾਤਾ, ਉਹਨਾਂ ਪਾਰਟੀਆਂ ਨੂੰ, ਉਹਨਾਂ ਗੁਰੂ ਦੇ ਨਿੰਦਕਾਂ ਨੂੰ ਵੋਟਾਂ ਪਾਉਣ ਦੇ ਲਈ ਮੈਂ ਮਤਲਬ ਬਹੁਤ ਹੀ ਗਹਿਰਾ ਦੁੱਖ ਪ੍ਰਗਟ ਕਰਦਾ। ਔਰ ਮੈਂ ਆਪਣੇ ਮੂੰਹ ਤੋਂ ਲਾਹਨਤ ਕਹਿਣਾ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਮਤਲਬ ਉਸ ਪਾਰਟੀਆਂ ਨੂੰ ਵੋਟਾਂ ਪਾਈਆਂ। ਜਿਵੇਂ ਆਪਣਾ ਵਿਰਸਾ ਸਿੰਘ ਬਲਟੋਹਾ ਦੀ ਗੱਲ ਹੋ ਰਹੀ ਹੈ ਕਿ ਉਹ ਸਾਡੇ ਗੁਰੂ ਬਾਰੇ ਕਿੰਨਾ ਮਾੜਾ ਬੋਲ ਰਿਹਾ, ਕਿੰਨਾ ਗਲਤ ਬੋਲ ਰਿਹਾ, ਕਿਹੜਾ ਅਪਸ਼ਬਦ ਹੈ ਜਿਹੜਾ ਉਹਨੇ ਸਾਡੇ ਗੁਰੂ ਵਾਸਤੇ ਯੂਜ਼ ਨਹੀਂ ਕੀਤਾ। ਇਹ ਅੱਜ ਤੋਂ ਨਹੀਂ ਤਰਸੇਮ ਜੀ, ਇਹ ਨਹੀਂ ਹੈਗਾ ਕਿ ਇਹ ਅੱਜ ਤੋਂ ਹੀ ਬੋਲਿਆ ਜਾ ਰਿਹਾ ਹੈ। ਇਹ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਇਹ ਸਾਡੇ ਗੁਰੂ ਵਾਸਤੇ ਸ਼ੁਰੂ ਤੋਂ ਹੀ ਗਲਤ ਬੋਲਦੇ ਆ ਰਹੇ ਨੇ। 2007 ਤੋਂ ਬਾਅਦ ਇਹਨਾਂ ਨੇ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਸੀ। ਤਾਂ ਜਿਹੜਾ ਗੁਰੂ ਦਾ ਸਿੱਖ ਹੈ ਉਹ ਤਾਂ ਆਪਣੀ ਗੁਰੂ ਦੀ ਆਨ ਬਾਨ ਸ਼ਾਨ ਪਿੱਛੇ ਆਪਣੇ ਗੁਰੂ ਦੀ ਆਨ ਬਾਨ ਸ਼ਾਨ ਪਿੱਛੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦਾ ਹੈ। ਲੇਕਿਨ ਇਹ ਕਿੱਦਾਂ ਦੇ ਗੁਰੂ ਦੇ ਸਿੱਖ ਨੇ, ਇਹ ਕਿੱਦਾਂ ਦੀ ਸਾਧ ਸੰਗਤ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਬੇਅਦਬੀ, ਆਪਣੇ ਗੁਰੂ ਦੀ ਨਿੰਦਿਆ ਨਜ਼ਰ ਨਹੀਂ ਆਉਂਦੀ, ਆਪਣੇ 40 ਤੋਂ 50 ਮਰੇ ਹੋਏ ਭਾਈ ਭੈਣਾਂ ਦੀਆਂ ਲਾਸ਼ਾਂ ਉਹਨਾਂ ਦੀ ਅੱਖਾਂ ਦੇ ਨੀਚੇ ਨਹੀਂ ਆਉਂਦੀਆਂ, ਲੇਕਿਨ ਰਾਜਨੀਤਿਕ ਵਿੰਗ ਦੇ ਨਾਲ ਵਫਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਸਮਝੀ। ਤਾਂ ਮੈਂ ਉਹਨਾਂ ਤੇ ਲਾਹਨਤ ਭੇਜਦਾ, ਚਾਹੇ ਤੁਸੀਂ ਅੱਜ ਕੋਈ ਸੁਣ ਰਿਹਾ ਬੰਦਾ ਮੈਨੂੰ ਇਸ ਗੱਲ ਤੇ ਮਤਲਬ ਕਿ ਬੁਰਾ ਹੀ ਸਮਝੇ, ਲੇਕਿਨ ਇਹ ਬਹੁਤ ਹੀ ਦੁੱਖ ਦੀ ਗੱਲ ਹੈ, ਬਹੁਤ ਹੀ ਵੱਡੇ ਦੁੱਖ ਦਾ ਪ੍ਰਗਟਾਵਾ ਮੈਂ ਅੱਜ ਇਸ ਲਾਈਵ ਦੇ ਮਾਧਿਅਮ ਤੋਂ ਕਰ ਰਿਹਾ। ਔਰ ਗੁਰਬਾਣੀ ਦਾ ਕਥਨ ਹੈ ਕਿ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਤਾਂ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਦੀ। ਤਾਂ ਉਸ ਗੁਰੂ ਦੇ ਸਿੱਖ ਦਾ ਕੀ ਬਣੂਗਾ ਜਿਹਨੇ ਆਪਣੇ ਗੁਰੂ ਦੀ ਸਿੱਖ ਦੀ ਨਿੰਦਿਆ ਕਰਨ ਵਾਲੇ ਉਸ ਪਾਰਟੀ ਨੂੰ ਵੋਟਾਂ ਪਾਈਆਂ ਔਰ ਇਹ ਚੀਜ਼ ਦਾ ਸਮਰਥਨ ਦਿੱਤਾ ਕਿ ਤੁਸੀਂ ਸਾਡੇ ਗੁਰੂ ਵਾਸਤੇ ਫਾਂਸੀ ਦੀ ਮੰਗ ਕਰਦੇ ਹੋ। ਤਾਂ ਸਾਡੀ ਪਿੱਠ ਤੇ ਕੋਈ ਅਸਰ ਨਹੀਂ, ਤੁਸੀਂ ਸਾਡੀ ਗੁਰੂ ਦੀ ਜਿਹਦੇ ਵਾਸਤੇ ਫਾਂਸੀ ਦੀ ਮੰਗ ਕਰਦੇ ਹੋ ਕਰੀ ਜਾਓ, ਲੇਕਿਨ ਅਸੀਂ ਆਪਣੀ ਵਫਾਦਾਰੀ ਗੁਰੂ ਨਾਲ ਨਾ ਨਿਭਾ ਕੇ ਸਾਡੇ ਡੇਰੇ ਦੇ ਤਥਾ ਕਥਿਤ ਤੇ ਗੱਦਾਰ ਤੇ ਗਿਰੇ ਹੋਏ ਨੀਚ ਰਾਜਨੀਤਿਕ ਵਿੰਗ ਦੇ ਨਾਲ ਕਰਾਂਗੇ। ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ, ਲੇਕਿਨ ਮੈਂ ਸਲੂਟ ਕਰਦਾ ਉਹਨਾਂ ਨੂੰ, ਉਹਨਾਂ ਯੋਧਿਆਂ ਨੂੰ ਔਰ ਉਹਨਾਂ ਭਾਈ ਭੈਣਾਂ ਨੂੰ ਜਿਨ੍ਹਾਂ ਨੇ ਆਪਣੇ ਗੁਰੂ ਦੇ ਵਚਨ ਨਿਭਾਉਂਦੇ ਹੋਏ ਨੋਟਾਂ ਦਾ ਬਟਨ ਦਬਾਇਆ। ਤਾਂ ਸੱਚਾਈ ਦੀ ਜਿੱਤ ਇੱਕ ਦਿਨ ਸਾਧ ਸੰਗਤ ਦੀ ਜ਼ਰੂਰ ਹੁੰਦੀ ਹੈ ਔਰ ਸੱਚਾਈ ਦੀ ਜਿੱਤ ਜ਼ਰੂਰ ਹੋ ਕੇ ਰਹੂਗੀ। ਸਾਡੇ ਸਤਿਗੁਰੂ ਜੀ ਨੇ ਸਾਡੇ ਸੱਚ ਦੇ ਕਾਫਲੇ ਨੂੰ ਬਹੁਤ ਅੱਗੇ ਤੱਕ ਪੂਜਨੀ ਗੁਰੂ ਜੀ ਲੈ ਕੇ ਜਾ ਚੁੱਕੇ ਨੇ। ਔਰ ਮੈਂ ਥੋੜਾ ਜ਼ਿਕਰ ਇੱਥੇ 5 ਮਿੰਟ ਬਸ ਦਾ ਟਾਈਮ ਹੋ ਚੁੱਕਾ ਸਾਧ ਸੰਗਤ ਦੀ ਲਾਈਵ ਦਾ, ਲੇਕਿਨ ਇਸ ਨੋਟਾਂ ਦੇ ਪ੍ਰਚਾਰ ਲਈ ਸਾਡਾ ਜਾਣਾ ਹੋਇਆ ਸੀ ਯੂਪੀ ਦੇ ਵਿੱਚ। ਮੈਂ ਤਰਸੇਮ ਜੀ ਔਰ ਅਵਤਾਰ ਜੀ ਅਸੀਂ ਤਿੰਨੋਂ ਗਏ ਸੀਗੇ ਉੱਥੇ ਵੀ ਮਤਲਬ ਕਿਉਂਕਿ ਰਾਜਨੀਤਿਕ ਵਿੰਗ ਤਾਂ ਰਾਜਨੀਤਿਕ ਵਿੰਗ ਹੀ ਹੈ ਜੋ ਆਪਣੇ ਜਿਹੜੇ ਜੋ ਸਿਆਸੀ ਇਹਨਾਂ ਦੀਆਂ ਮਹੱਤਵਕਾਂਖਿਆਵਾਂ ਨੇ ਉਹ ਸਾਰੀਆਂ ਪੂਰਾ ਕਰਨਾ ਚਾਹੁੰਦਾ, ਚਾਹੇ ਯੂਪੀ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਬਿਹਾਰ ਹੋਵੇ, ਚਾਹੇ ਗੁਜਰਾਤ ਹੋਵੇ, ਚਾਹੇ ਕੋਈ ਵੀ ਜਗ੍ਹਾ ਹੋਵੇ। ਕਿਉਂਕਿ ਜਿਹੜੀ ਪੋਲੀਟੀਕਲ ਵਿੰਗ ਹੈ ਇਹ ਤਾਂ ਆਪਣੇ ਮਤਲਬ ਕਿ ਆਪਣੇ ਪਰਸਨਲ ਜੋ ਦੇ ਇੰਟਰਸਟ ਨੇ ਉਹਨੂੰ ਪੂਰਾ ਕਰਨਾ ਹੀ ਚਾਹੁੰਦਾ, ਚਾਹੇ ਕੋਈ ਵੀ ਸਟੇਟ ਹੋਵੇ। ਤਾਂ ਉੱਥੇ ਵੀ ਸਾਧ ਸੰਗਤ ਜੀ ਅਸੀਂ ਇਹੀ ਹਾਲ ਦੇਖਿਆ ਸੀ। ਉੱਥੇ ਸਾਧ ਸੰਗਤ ਨੂੰ ਨੋਟਾਂ ਦੀ ਸੱਚਾਈ ਤੋਂ ਅਵਗਤ ਕਰਾਉਣ ਵਾਸਤੇ ਗਏ ਸੀਗੇ ਤੇ ਉੱਥੇ ਜੋ ਹੋਇਆ, ਮੈਂ ਤਰਸੇਮ ਜੀ ਚਾਹੂੰਗਾ ਕਿ 5 ਮਿੰਟ ਦੇ ਵਿੱਚ, ਸਿਰਫ ਜ਼ਿਆਦਾ ਟਾਈਮ ਨਾ ਲਿਓ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੀ। ਥੋੜਾ ਜਿਹਾ ਸਾਧ ਸੰਗਤ ਚਾਨਣਾ ਪਾਓ ਕਿ ਉੱਥੇ ਹੋਇਆ ਕੀ,
ਕਿੱਦਾਂ ਉੱਥੇ ਜ਼ਿੰਮੇਵਾਰਾਂ ਨੇ ਆਪਣੀ ਅਸਲੀਅਤ ਦਿਖਾਉਂਦੇ ਪੱਲੀਆਂ ਚੱਕੀਆਂ ਉੱਥੇ ਪੂਰੀ ਗੱਲ ਸਮਝਾਓ ਜਰਾ। ਸਾਸ ਮੈਂ ਚਾਹੁੰਦਾ ਕਿ ਸਾਧ ਸੰਗਤ ਨੂੰ ਇਹਨਾਂ ਜ਼ਿੰਮੇਵਾਰਾਂ ਦੀ ਇਹਨਾਂ ਰਾਜਨੀਤਿਕ ਵਿੰਗ ਦੀ ਪੂਰੀ ਸੱਚਾਈ ਪਤਾ ਲੱਗੇ ਕਿ ਇਹ ਲੋਕ ਆਪਣੀਆਂ ਇੰਟਰਸਟ ਨੂੰ ਪੂਰਾ ਕਰਨ ਲਈ ਕਿੰਨੇ ਜ਼ਿਆਦਾ ਗਿਰ ਚੁੱਕੇ ਨੇ। ਗੁਰੂ ਦਾ ਕੀ, ਗੁਰੂ ਸ਼ਬਦ ਦਾ ਗ ਵੀ ਇਹਨਾਂ ਦੇ ਯਾਦ ਚੇਤੇ ਨਹੀਂ ਹੈ ਜੀ। ਜੀ ਭਾਜੀ ਸਾਧ ਸੰਗਤ ਜੀ, ਅਸੀਂ ਰਾਜਮਨੀ ਬਾਈ ਜੀ ਨੇ ਉਹਨਾਂ ਨੇ ਨਾਮ ਚਰਚਾ ਰਖਾਈ ਸੀ 5 ਲੱਖਾਂ ਦੀ, ਕੁਛ ਉਹਨਾਂ ਦਾ ਸ਼ਾਦੀ ਦਾ ਫੰਕਸ਼ਨ ਵੀ ਸੀ ਪਰਿਵਾਰ ਦੇ ਵਿੱਚ, ਤੇ ਸੈਮ ਬਾਈ ਜੀ, ਅਵਤਾਰ ਜੀ ਔਰ ਮੈਂ ਮੇਰਾ ਜਾਣਾ ਹੋਇਆ ਉੱਥੇ। ਤਾਂ ਜ਼ਿੰਮੇਵਾਰਾਂ ਨਾਲ ਉਸ ਪਰਿਵਾਰ ਨੇ ਸਾਡੀ ਇੱਕ ਵੀ ਇੱਕ ਸਵਸਥ ਜਿਹੜੀ ਬਹਿਸ ਹੈ ਜਾਂ ਕੋਈ ਚਰਚਾ ਉਹ ਹੋਵੇ, ਤੇ ਉਹਨਾਂ ਨੇ ਸਾਡੇ ਨਾਲ ਉਹਨਾਂ ਨੇ ਬਿਠਾਇਆ ਤੇ ਅਸੀਂ ਗੱਲਾਂ ਕੀਤੀਆਂ। ਜਦੋਂ ਉਹ ਕਹਿੰਦੇ ਵੀ ਜਿਹੜੀਆਂ ਘਟਨਾਵਾਂ ਹੋਈਆਂ ਨੇ ਤੁਹਾਡੇ ਉੱਧਰ ਹੀ ਹੋਈਆਂ ਨੇ, ਸਾਡੇ ਇੱਧਰ ਕੋਈ ਘਟਨਾ ਨਹੀਂ ਹੋਈ, ਸਾਡੇ ਤਾਂ ਇੱਧਰ ਸਾਰਾ ਕੁਝ ਠੀਕ ਹੈ ਜੀ। ਤੁਹਾਡੇ ਜਿਹੜੇ ਵੀ ਜ਼ਿੰਮੇਵਾਰ ਗਲਤ ਨੇ ਉਹ ਤੁਹਾਡੇ ਪੰਜਾਬ ਦੇ ਗਲਤ ਨੇ, ਜਿਹੜੀ ਰਾਜਨੀਤੀ ਗਲਤ ਆ ਉਹ ਤੁਹਾਡੇ ਪੰਜਾਬ ਦੀ ਗਲਤ ਆ, ਜਿਹੜਾ ਵੀ ਕੁਝ ਹੋਇਆ ਉਹ ਤੁਹਾਡੇ ਪੰਜਾਬ ਦੇ ਜ਼ਿੰਮੇਵਾਰਾਂ ਦਾ। ਫਿਰ ਮੇਰਾ ਇਹ ਉਹਨਾਂ ਨੂੰ ਸਵਾਲ ਸੀਗਾ, ਮੈਂ ਕਿਹਾ ਵੀ ਠੀਕ ਹੈ ਜੀ, ਚਲੋ ਤੁਹਾਡੇ ਇੱਧਰ ਸਾਰਾ ਸਹੀ ਆ, ਅਸੀਂ ਦੁਆ ਵੀ ਕਰਦੇ ਹਾਂ ਪਿਤਾ ਜੀ ਤੋਂ ਵੀ ਸਾਰਾ ਕੁਝ ਸਹੀ ਵੀ ਰਵੇ, ਪਰ ਫਿਰ ਜਿਹੜੇ ਸਾਡੇ ਪੰਜਾਬ ਦੇ ਆ ਕੇ ਲੀਡਰ ਜਿਹੜਿਆਂ ਨੇ ਗੰਦ ਫੈਲਾਇਆ, ਮੰਨ ਲਓ ਸੇਵਾਦਾਰ ਕਹਾਉਂਦੇ ਆਪਦੇ ਆਪ ਨੂੰ, ਤੇ ਉਹਨਾਂ ਨੇ ਰਾਜਨੀਤਿਕ ਗੰਦ ਫੈਲਾਇਆ, ਫਿਰ ਤੁਸੀਂ ਰੋਕਦੇ ਕਿਉਂ ਨਹੀਂ ਉਹਨੂੰ? ਇੱਥੇ 12 ਦਿਨ ਆਪਦੇ ਘਰਾਂ 'ਚ ਕਿੱਦਾਂ ਬਿਠਾ ਲੈਂਦੇ ਹੋ? ਤਾਂ ਉਸ ਤੋਂ ਬਾਅਦ ਉਹਨਾਂ ਦਾ ਇੱਕੋ ਹੀ ਮਨਸ਼ਾ ਸੀਗੀ, ਡੇਰੇ 'ਚੋਂ ਵਾਰ-ਵਾਰ ਪਤਾ ਨਹੀਂ ਕਿਹਦੇ ਫੋਨ ਜਾਂਦੇ ਰਹੇ ਆ ਵੀ ਇਹਨਾਂ ਨੂੰ ਜਿਹੜੇ ਫੇਥ ਵਾਲੇ ਆਏ ਆ ਇਹ ਡੇਰੇ ਦੇ ਬੰਦੇ ਨਹੀਂ ਹੈਗੇ ਜੀ, ਇਹ ਕਾਂਗਰਸ ਦੇ ਬੰਦੇ ਆ, ਇਹਨਾਂ ਨੂੰ ਬੋਲਣ ਨਾ ਦਿਓ, ਇਹਨਾਂ ਨੇ ਕਾਂਗਰਸ ਤੋਂ ਪੈਸੇ ਲਿੱਤੇ ਆ। ਤਾਂ ਇਦਾਂ ਦਾ ਕਰਕੇ ਅਗਲੇ ਦਿਨ ਸਾਧ ਸੰਗਤ ਦੇ ਵਿੱਚ ਜਦੋਂ ਪਹਿਲਾਂ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਬਈ ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਬੋਲਣ ਦਿਓ ਜੀ, ਅਸੀਂ ਨਾਮ ਚਰਚਾ ਦੌਰਾਨ ਨਹੀਂ ਬੋਲਦੇ, ਅਸੀਂ ਵੀ ਇਹ ਗੱਲ ਤੇ ਸਹਿਮਤੀ ਦਿਖਾਈ, ਪਰਿਵਾਰ ਨੂੰ ਕਿਹਾ ਵੀ ਭਾਈ ਨਹੀਂ, ਆਪਾਂ ਮਰਿਆਦਾ ਨੂੰ ਭੰਗ ਨਹੀਂ ਕਰਦੇ, ਜਿੱਦਾਂ ਪਿਤਾ ਜੀ ਨੇ ਮਰਿਆਦਾ ਬਣਾਈ ਆਪਾਂ ਨਾਮ ਚਰਚਾ ਦੇ ਦੌਰਾਨ ਕੋਈ ਗੱਲ ਨਹੀਂ ਕਰਦੇ। ਤਾਂ ਨਾਮ ਚਰਚਾ ਤੋਂ ਬਾਅਦ ਉਹਨਾਂ ਨੇ ਵੀ ਇਸ ਗੱਲ ਤੇ ਸਹਿਮਤੀ ਦਿੱਤੀ ਵੀ ਬਾਅਦ ਚ ਬੋਲ ਲਿਓ ਜੀ, ਨਾਮ ਚਰਚਾ ਖਤਮ ਹੋ ਜਾਣ ਦਿਓ। ਤਾਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਫਿਰ ਇਸ ਤਰੀਕੇ ਨਾਲ ਗੱਲ ਰੱਖੀ ਬਈ ਅਸੀਂ ਨਹੀਂ ਬੋਲਣ ਦਿੰਦੇ ਜੀ, ਡੇਰੇ 'ਚੋਂ ਫੋਨ ਆ ਗਿਆ ਜੀ, ਹੁਣ ਇਹ ਨਾ ਤਾਂ ਉਹ ਦੱਸ ਰਹੇ ਸੀ ਵੀ ਕਿਹਦਾ ਆ ਗਿਆ, ਤੇ ਡੇਰੇ 'ਚੋਂ ਫੋਨ ਆ ਰਿਹਾ ਜੀ, ਇਹਨਾਂ ਨੂੰ ਬੋਲਣ ਨਹੀਂ ਦੇਣਾ। ਅਸੀਂ ਫਿਰ ਉਹ ਪਰਿਵਾਰ ਵਾਲੇ ਇਹ ਗੱਲ ਕਹਿਣ ਲੱਗੇ ਵੀ ਭਾਈ ਨਾਮ ਚਰਚਾ ਤੱਕ ਤੁਹਾਡੀ ਡਿਊਟੀ ਸੀ, ਨਾਮ ਚਰਚਾ ਸਮਾਪਤ ਹੋ ਗਈ, ਹੁਣ ਸੰਗਤ ਨੇ ਫੈਸਲਾ ਦਿੱਤਾ ਵੀ ਅਸੀਂ ਤਾਂ ਸੁਣਨਾ ਚਾਹੁੰਦੇ ਹਾਂ, ਅਸੀਂ ਤਾਂ ਸੱਚ ਸੁਣਨਾ ਚਾਹੁੰਦੇ ਹਾਂ। ਹੁਣ ਜਿਹੜੇ ਜ਼ਿੰਮੇਵਾਰ ਬਣਾਏ ਤਾਂ ਇਸ ਗੱਲ ਵਾਸਤੇ ਆ ਵੀ ਭਾਈ ਸੰਗਤ ਦੀ ਸੁਵਿਧਾ ਵਾਸਤੇ ਆ, ਵੀ ਸੰਗਤ ਦਾ ਕੋਈ ਸੁਨੇਹਾ, ਸੰਗਤ ਦੀ ਦੁੱਖ ਤਕਲੀਫ ਆ ਉਹ ਤੁਸੀਂ ਅੱਗੇ ਦੱਸੋ, ਤੇ ਸੰਗਤ ਨੂੰ ਅੱਗੇ ਦਾ ਕੋਈ ਸੁਨੇਹਾ ਸਹੀ ਤਰੀਕੇ ਨਾਲ ਉਹ ਭੁਗਤਾਓ। ਪਰ ਹੁਣ ਉਹ ਜਿਹੜੇ ਬਣੇ ਸੀ ਸੇਵਾਦਾਰ ਅੱਜ ਉਹ ਮਾਲਕ ਬਣ ਗਏ, ਤੇ ਹੁਣ ਸੰਗਤ ਤਾਂ ਕਹਿ ਰਹੀ ਹੈ ਵੀ ਅਸੀਂ ਸੁਣਨਾ, ਉਹ ਕਹਿੰਦੇ ਨਹੀਂ ਅਸੀਂ ਸੁਣ ਨਹੀਂ ਦੇਣਾ। ਤੇ ਇੱਥੋਂ ਤੱਕ ਉਹਨਾਂ ਦੀ ਗਿਰੀ ਹੋਈ ਹਰਕਤ ਬਈ ਸੰਗਤ ਨੂੰ ਕਹਿੰਦੇ ਵੀ ਖੜੇ ਹੋ ਜਾਓ ਜੀ, ਸੰਗਤ ਨੂੰ ਕਹਿੰਦੇ ਖੜੇ ਹੋ ਜਾਓ, ਅਸੀਂ ਸਾਡੀ ਪੱਲੀ ਆ। ਤੇ ਪੱਲੀ ਸੰਗਤ, ਪਹਿਲਾਂ ਇਹ ਦੱਸੋ ਸਾਧ ਸੰਗਤ ਜੀ ਤੁਸੀਂ ਵੀ ਸਮਝਦਾਰ ਹੋ ਵੀ ਪੱਲੀਆਂ ਆਖਰ ਜਿਹੜੀਆਂ ਆਉਂਦੀਆਂ ਨੇ ਉਹ ਕਿਹਦੇ ਵਾਸਤੇ ਆਉਂਦੀਆਂ ਨੇ? ਸੰਗਤ ਦੀ ਸੇਵਾ ਵਾਸਤੇ ਆਉਂਦੀਆਂ ਨੇ, ਸੰਗਤ ਦੇ ਬੈਠਣ ਵਾਸਤੇ ਆਉਂਦੀਆਂ ਨੇ। ਹੁਣ ਸੰਗਤ ਬੈਠੀ ਆ, ਉਹ ਜਿਹੜੇ ਜ਼ਿੰਮੇਵਾਰ ਨੇ ਜਿਨ੍ਹਾਂ ਦੀ ਇੱਥੋਂ ਤੱਕ ਡਿਊਟੀ ਹੁੰਦੀ ਆ ਵੀ ਭਾਈ ਇੱਕ ਭੰਗੀ ਦਾਸ ਸਟੇਜ ਤੇ ਖੜੂਗਾ ਜਾਂ ਉਹ ਵੀ ਜੋੜਿਆਂ ਤੱਕ ਖੜਿਆ ਰਵੇ, ਤੇ ਜ਼ਿੰਮੇਵਾਰ ਆ ਉਹ ਪਿੱਛੇ ਸੰਗਤ ਦੀ ਸੰਭਾਲ ਵਾਸਤੇ ਨੇ, ਪਰ ਉਹ ਮਾਲਕ ਬਣ ਗਏ। ਜਿੱਦਾਂ ਪਿਤਾ ਜੀ ਦਾ ਸ਼ਬਦ ਆ ਨਾ ਵੀ ਕੀ ਸੀ ਬਣਾਇਆ, ਬਣ ਕੇ ਕੀ ਬਹਿ ਗਿਆ, ਮਾਲਕ ਹੈਰਾਨ ਹੋ ਗਿਆ। ਵੀ ਮਾਲਕ ਤਾਂ ਹੈਰਾਨ ਹੋ ਗਿਆ, ਬਣਾਇਆ ਤਾਂ ਇਹਨਾਂ ਨੂੰ ਸੇਵਾਦਾਰ ਆ, ਪਰ ਇਹ ਮਾਲਕ ਬਣ ਗਏ। ਸੰਗਤ ਸੁਣਨਾ ਚਾਹੁੰਦੀ ਹੈ, ਇਹ ਕਹਿੰਦੇ ਨਹੀਂ ਸੁਣਨ ਦੇਣਾ। ਹੁਣ ਸਾਨੂੰ ਏਡਾ ਵੱਡਾ ਗੱਪ ਮਾਰਿਆ ਬਈ ਵਿਪਾਸ਼ਨਾ ਦਾ ਡੇਰੇ 'ਚ ਫੋਨ ਆਇਆ ਜੀ, ਵਿਪਾਸ਼ਨਾ ਨਾਲ ਗੱਲ ਕਰਾਉਣੇ ਆ, ਜਦੋਂ ਕਿ ਸਾਰੀ ਸੰਗਤ ਨੂੰ ਇਹਨਾਂ ਨੇ ਲਿਖਤ ਦੇ ਵਿੱਚ SIT ਨੂੰ ਇਹ ਗੱਲ ਦੱਸੀ ਆ ਬਈ ਡਾਕਟਰ ਨੈਣ ਦੁਆਰਾ ਉਹਨਾਂ ਦਾ ਲਿਖਤ 'ਚ ਬਿਆਨ ਆ, SIT ਨੂੰ ਇਹ ਗੱਲ ਦਾ ਦਾਅਵਾ ਕੀਤਾ ਉਹਨਾਂ ਨੇ ਵੀ ਉਹਦਾ ਤਾਂ ਸਾਨੂੰ ਪਤਾ ਹੀ ਨਹੀਂ ਜੀ ਵਿਪਾਸ਼ਨਾ ਤੇ ਕਿੱਥੇ ਆ। ਤੇ ਇਹ ਸੰਗਤ ਨੂੰ ਕਹਿ ਰਹੇ ਆ ਵੀ ਨਹੀਂ ਤੁਹਾਡੀ ਵਿਪਾਸ਼ਨਾ ਨਾਲ ਗੱਲ ਕਰਾਉਣੇ ਆ। ਸੰਗਤ ਵੀ ਇਸ ਗੱਲ ਤੋਂ ਭਲੀ ਭਾਂਤ ਜਾਣੇ ਵੀ 1.5 ਸਾਲ ਦੇ ਤਕਰੀਬਨ 2 ਸਾਲ ਹੋਣ ਜਾ ਰਹੇ ਨੇ, ਵਿਪਾਸ਼ਨਾ ਭੈਣ ਦਾ ਕੋਈ ਅਤਾ ਪਤਾ ਹੀ ਨਹੀਂ। ਬਈ ਕੁਛ ਲੋਕ ਕਹਿੰਦੇ ਕਰਨਾਲ, ਕੁਛ ਪਤਾ ਹੀ ਨਹੀਂ ਵੀ ਕਿੱਥੇ ਆ। ਹੁਣ ਇਹ ਵੀ ਇਸ ਗੱਲ ਦਾ ਵੀ ਨਾ ਪਤਾ। ਦੂਜੀ ਗੱਲ, ਫਿਰ ਜਦੋਂ ਸੰਗਤ ਦੇ ਵਿੱਚ ਇਸ ਗੱਲ ਦੀ ਚਰਚਾ ਚੱਲੀ, ਸੰਗਤ ਕਹਿੰਦੀ ਵੀ ਅਸੀਂ ਸੁਣਨਾ ਪ੍ਰੋਗਰਾਮ, ਤਾਂ ਫਿਰ ਉਹਨਾਂ ਨੇ ਬਾਹਰ ਅੱਧਾ ਘੰਟਾ ਰੌਲਾ ਪਾਇਆ। ਰੌਲਾ ਪਾਉਣ ਤੋਂ ਬਾਅਦ ਸੰਗਤ ਨੇ ਉਹਨਾਂ ਨੂੰ ਇੱਥੋਂ ਤੱਕ ਕਹਿੰਦਾ ਵੀ ਭਾਈ ਤੁਸੀਂ ਚਲੇ ਜਾਓ, ਤੁਹਾਨੂੰ ਪਸੰਦ ਨਹੀਂ ਤੁਸੀਂ ਚਲੋ, ਸਾਨੂੰ ਪਸੰਦ ਅਸੀਂ ਸੁਣਾਂਗੇ। ਤਾਂ ਏਡੇ ਬਸ਼ਰਮ ਬੰਦੇ ਉਹ। ਇੱਕ ਉਹਨਾਂ ਦੇ ਵਿੱਚ ਪੁਰਸ਼ੋਤਮ ਨਾਮ ਸੀਗਾ 15 ਮੈਂਬਰ ਅਯੁੱਧਿਆ ਬਲਾਕ ਦਾ, ਤੇ ਇੱਕ ਸੀਗਾ ਅਨਿਲ ਕੁਮਾਰ 15 ਮੈਂਬਰ, ਇਹ ਵੀ ਅਯੁੱਧਿਆ ਬਲਾਕ ਦਾ ਸੀ, ਤੇ ਇੱਕ ਸ਼ਾਇਦ ਪੁਰਸ਼ੋਤਮ ਦਾ ਹੀ ਭਰਾ ਸੀਗਾ। ਤੇ ਕੁੱਲ ਮਿਲਾ ਕੇ ਸੰਗਤ ਦੀ ਬੇਇੱਜ਼ਤੀ ਤੇ ਉਤਰੇ ਬਈ ਸਾਡੀ ਤਾਂ ਚਲੋ ਛੱਡੋ ਬਈ, ਅਸੀਂ ਸਾਨੂੰ ਤਾਂ ਉਹ ਮਨ ਦੀ ਵਿਰੋਧੀ ਨੇ। ਔਰ ਇਹ ਦਾਅਵਾ ਕੀਤਾ ਸੰਗਤ ਨੂੰ, ਕਹਿੰਦੇ ਵੀ ਨਾ ਵੀ ਇਹ ਡੇਰੇ ਦੇ ਵਿਰੋਧੀ ਆ ਜੀ, ਡੇਰੇ ਦੇ ਖਿਲਾਫ ਗੱਲਾਂ ਕਰਨਗੇ, ਪਿਤਾ ਜੀ ਦੇ ਖਿਲਾਫ ਗੱਲਾਂ ਕਰਨਗੇ। ਅਸੀਂ ਇਸ ਗੱਲ ਦਾ ਦਾਅਵਾ ਕੀਤਾ ਵੀ ਜਿੱਥੇ ਸੰਗਤ ਨੂੰ ਲੱਗੇ ਬਈ ਡੇਰੇ ਦੇ ਖਿਲਾਫ ਕੋਈ ਗੱਲ ਅਸੀਂ ਕਰ ਰਹੇ ਹਾਂ, ਬਈ ਉੱਥੇ ਸੰਗਤ ਸਾਡੇ ਜੁੱਤੀਆਂ ਲਾ ਲੇ ਜਾਂ ਸੰਗਤ ਸਾਨੂੰ ਸੁਣਨਾ ਬੰਦ ਕਰ ਦੇ।
ਪਰ ਸੰਗਤ ਬਾਅਦ ਦੇ ਵਿੱਚ ਇੰਨੀ ਹੈਰਾਨ ਹੋਈ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹਨਾਂ ਨੇ ਤਾਂ ਪਿਤਾ ਜੀ ਦੇ ਬਾਰੇ ਸਮਾਂ ਸੱਚ ਦੱਸਿਆ। ਅਸੀਂ ਪੂਰੇ ਸਬੂਤਾਂ ਨਾਲ ਅਸੀਂ ਆਖਿਆ ਵੀ ਗੱਲ ਕਰਦੇ ਆ ਭਾਈ, ਬਹਿ ਕੇ ਪੂਰੇ ਸਬੂਤ ਦਿੰਦੇ ਆ। ਔਰ ਬਾਈ ਸੈਮ ਜੀ ਨੇ, ਬਾਈ ਅਵਤਾਰ ਜੀ ਨੇ ਬਹੁਤ ਤਰੀਕੇ ਨਾਲ ਸੰਗਤ ਨੂੰ ਸਮਝਾਇਆ, ਔਰ ਤੱਕ ਸਮਝਾਇਆ ਦਾ ਜਿਹੜੇ ਵਚਨ ਸੀ ਉਹ ਵੀ ਅਸੀਂ ਸੁਣਾਏ। ਔਰ ਸੰਗਤ ਨੇ ਕਿਹਾ ਵੀ ਸਾਨੂੰ ਤਾਂ ਭਾਈ ਇਹ ਬੀਜੇਪੀ ਨੂੰ ਵੇਚਣ ਨੂੰ ਫਿਰਦੇ ਇੱਥੇ ਯੂਪੀ ਦੇ ਵਿੱਚੋਂ, ਤੇ ਸਾਡੇ ਬਾਰੇ ਉਹਨਾਂ ਨੇ ਇਹ ਗੱਲ ਫੈਲਾਈ ਬਈ ਇਹ ਕਾਂਗਰਸ ਦੇ ਬੰਦੇ, ਇਹਨਾਂ ਕਾਂਗਰਸ ਤੋਂ ਪੈਸੇ ਲਿੱਤੇ ਆ। ਤੇ ਹੁਣ ਇਹ ਦੱਸੋ ਵੀ ਜੇਕਰ ਅਸੀਂ ਮੰਨ ਲਓ ਫੇਥ ਵਾਲਿਆਂ ਨੇ ਲਿੱਤੇ ਨੇ ਕਾਂਗਰਸ ਤੋਂ ਪੈਸੇ, ਤੇ ਫਿਰ ਅਸੀਂ ਨੋਟਾਂ ਦਾ ਪ੍ਰਚਾਰ ਕਿਉਂ ਕਰਾਂਗੇ? ਅਸੀਂ ਕਾਂਗਰਸ ਨੂੰ ਨਹੀਂ ਕਹਾਂਗੇ ਵੀ ਕਾਂਗਰਸ ਨੂੰ ਵੋਟਾਂ ਪਾਓ ਭਾਈ। ਤਾਂ ਏਦਾਂ ਦੀਆਂ ਬਕਵਾਸ ਇਹਨਾਂ ਜ਼ਿੰਮੇਵਾਰਾਂ ਨੇ ਕੀਤੀ ਤੇ ਮਾਲਕ ਬਣ ਗਏ ਸੰਗਤ ਦੇ। ਸੰਗਤ ਦੀਆਂ ਜੁੱਤੀਆਂ ਝਾੜਨੀਆਂ ਚਾਹੀਦੀਆਂ ਨੇ, ਇਹਨਾਂ ਨੂੰ ਸੇਵਾ ਮਿਲੇ, ਕੋਈ ਇਹਨਾਂ ਦੇ ਪਾਪ ਨੇ ਜਿਹੜੇ ਉਹ ਧੁਰਨ ਤੇ ਸੰਗਤ ਦੇ ਮਾਲਕ ਬਣ ਕੇ ਬਹਿ ਗਏ। ਬਈ ਜਿਵੇਂ ਅਸੀਂ ਕਹਾਂਗੇ, ਸੰਗਤ ਨੂੰ ਤਾਂ ਸਮਝਦੇ ਹੈ ਭੇਡ ਬੱਕਰੀ। ਬਈ ਜਿਵੇਂ ਜੇ ਅਸੀਂ ਕਹਤਾ ਵੀ ਇੱਥੇ ਬਹਿਣਾ ਤੇ ਇੱਥੇ ਬਹਿ ਜਾਓ, ਜੇ ਅਸੀਂ ਕਹਤਾ ਵੀ ਆਹ ਖਾਣਾ ਤੇ ਆਹ ਖਾਓ, ਤੇ ਏਦਾਂ ਕਰਦੇ ਆ ਇਹ ਬਾਈ ਜੀ। ਤਾਂ ਮੰਨ ਲਓ ਯੂਪੀ ਦਾ ਹਾਦਸਾ ਏਦਾਂ ਸੀਗਾ, ਉੱਥੇ ਇਹਨਾਂ ਨੇ ਬੀਜੇਪੀ ਨੂੰ ਵੋਟਾਂ ਪਾਉਣ ਤੇ ਪੂਰਾ ਜ਼ੋਰ ਲਾਇਆ, ਪਰ ਉੱਥੋਂ ਦੀ ਸਾਧ ਸੰਗਤ ਨੇ ਸਾਡਾ ਪੂਰਾ ਸਮਰਥਨ ਕੀਤਾ, ਪਿਤਾ ਜੀ ਦੇ ਵਚਨਾਂ ਦਾ ਪੂਰਾ ਸਮਰਥਨ ਕੀਤਾ। ਤੇ ਨੋਟੇ ਨੂੰ ਉਹਨਾਂ ਨੇ ਇਸ ਗੱਲ ਦਾ ਵੀ ਵਾਅਦਾ ਕੀਤਾ ਵੀ ਅਸੀਂ ਹੋਰ ਬਲਾਕਾਂ 'ਚ ਵੀ ਜਾ ਕੇ ਇਸ ਗੱਲ ਦਾ ਪ੍ਰਚਾਰ ਕਰਾਂਗੇ। ਤਾਂ ਇਹ ਸੀਗੀ ਸਾਧ ਸੰਗਤ ਜੀ ਪੂਰੀ ਗੱਲ। ਤੇ ਬਾਕੀ ਬਾਈ ਜੀ ਤੁਸੀਂ ਦੇਖੋ ਹੁਣ ਅੱਗੇ। ਜੀ 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 ਬਿਲਕੁਲ ਬਿਲਕੁਲ ਤਸੇਮ ਜੀ, ਤੁਸੀਂ ਬਿਲਕੁਲ ਡਿਟੇਲ ਦੇ ਵਿੱਚ ਸਾਧ ਸੰਗਤ ਨੂੰ ਸਾਡੇ ਯੂਪੀ ਵਾਲਾ ਜੋ ਮਸਲਾ ਹੋਇਆ ਉਹ ਦੱਸਿਆ ਕਿ ਉਹ ਸਾਧ ਸੰਗਤ ਜਿਹਨੂੰ ਹਜ਼ੂਰ ਪਿਤਾ ਜੀ ਭਗਵਾਨ ਦਾ ਰੂਪ ਮੰਨਦੇ ਨੇ, ਔਰ ਸੇਵਾਦਾਰ ਤਾਂ ਮਤਲਬ ਨੌਕਰ ਹੋ ਗਿਆ ਨਾ। ਸਾਧ ਸੰਗਤ ਦੇ ਨੌਕਰ ਸਾਧ ਸੰਗਤ ਨੂੰ ਖੜੇ ਕਰਕੇ ਉਹਨਾਂ ਦੇ ਨੀਚੋਂ ਗੁੱਸੇ ਦੇ ਵਿੱਚ ਆ ਕੇ ਪੱਲੀਆਂ ਖਿੱਚਣਾ ਨੇ, ਕਿੰਨੀ ਨੀਚ ਹਰਕਤ ਆ ਸਾਧ ਸੰਗਤ ਜੀ। ਤਾਂ ਯੂਪੀ ਦੀ ਸਾਧ ਸੰਗਤ ਨੇ ਵੀ ਮੰਨਿਆ ਕਿ ਸਾਡੇ ਜ਼ਿੰਮੇਵਾਰਾਂ ਦੀ ਸੱਚਾਈ ਸਾਡੇ ਸਾਹਮਣੇ ਆ ਗਈ। ਅਸੀਂ ਇਸ ਪੂਰੇ ਪ੍ਰਕਰਨ ਤੋਂ ਜੋ ਵੀ ਜੋ ਹੋਇਆ ਹੁਣ ਤੱਕ ਚੱਲ ਰਿਹਾ ਹੈ, ਜਾਂ ਜੋ ਸਾਡੇ ਨਾਲ ਯੂਪੀ ਦੇ ਵਿੱਚ ਹੋਇਆ, ਜਾਂ ਰਾਜਨੀਤਿਕ ਵਿੰਗ ਦਾ ਜੋ ਪੂਰਾ ਜਾਂ ਮੈਨੇਜਮੈਂਟ ਦਾ ਹੋਇਆ, ਠੀਕ ਹੈ ਜੀ, ਜਾਂ ਆਪਾਂ ਸ਼ਾਹੀ ਪਰਿਵਾਰ ਦਾ ਵੀ ਕਵਾਂਗੇ ਕਿਉਂਕਿ ਸ਼ਾਹੀ ਪਰਿਵਾਰ ਵੀ ਬੋਲ ਨਹੀਂ ਰਿਹਾ, ਉਹ ਵੀ ਸਾਨੂੰ ਦੋਖੀ ਹੀ ਨਜ਼ਰ ਆ ਰਿਹਾ ਹੈ। ਤਾਂ ਇਹ ਹਜ਼ੂਰ ਪਿਤਾ ਜੀ ਸਭ ਦੀ ਸੱਚਾਈ ਸਾਹਮਣੇ ਮਤਲਬ ਕਿ ਹੌਲੀ ਹੌਲੀ ਸਭ ਦੀ ਸੱਚਾਈ ਸਭ ਦੇ ਸਾਹਮਣੇ ਲਿਆਉਂਦੇ ਜਾ ਰਹੇ ਨੇ। ਔਰ ਇੱਕ ਦਿਨ ਜਿਵੇਂ ਹਜ਼ੂਰ ਪਿਤਾ ਜੀ ਕਹਿੰਦੇ ਸੀਗੇ ਕਿ ਇੱਕ ਦਿਨ ਸਾਰੇ ਨੰਗੇ ਹੋਣਗੇ, ਸਭ ਦੀ ਸੱਚਾਈ ਏਦਾਂ ਵੀ ਅਸੀਂ ਨਾਮ ਲੈ ਕੇ ਖੜੇ ਕਰਿਆ ਕਰਾਂਗੇ, ਉਹ ਬਿਲਕੁਲ ਉਹ ਚੀਜ਼ ਹੁੰਦੀ ਜਾ ਰਹੀ ਹੈ। ਇਹ ਸਾਰੇ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਦੀ ਸੱਚਾਈ ਸਾਰੀ ਸਾਧ ਸੰਗਤ ਦੇ ਸਾਹਮਣੇ ਨਜ਼ਰ ਆ ਰਹੀ ਹੈ। ਔਰ ਸਾਧ ਸੰਗਤ ਨੂੰ ਥੋੜਾ ਸਮਝਣ ਦੀ ਲੋੜ ਹੈ ਕਿ ਆਪਣੇ ਜ਼ਿੰਮੇਵਾਰਾਂ ਦੇ ਉੱਤੇ ਅੱਖਾਂ ਬੰਦ ਕਰਕੇ ਯਕੀਨ ਕਦੇ ਵੀ ਨਾ ਕਰੋ, ਆਪਣੇ ਸਤਿਗੁਰ ਦੇ ਵਚਨ ਨੂੰ ਹਮੇਸ਼ਾ ਅੱਗੇ ਰੱਖੋ। ਤੇ ਅੰਤ ਦੇ ਵਿੱਚ ਆਪਾਂ ਸਮਾਪਤੀ ਕਰਦੇ ਹਾਂ। ਤਸੇਮ ਜੀ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਜਲਦੀ ਕਹਿ ਲਓ, ਕਿਉਂਕਿ ਟਾਈਮ ਹੋ ਚੁੱਕਿਆ, ਫਿਰ ਆਪਾਂ ਸਮਾਪਤੀ ਕਰੀਏ ਜੀ। ਜੀ ਭਾਈ ਜੀ ਸਾਧ ਸੰਗਤ ਜੀ, ਮੈਂ ਇੱਥੇ ਥੋੜੀ ਜਿਹੀ ਇੱਕ ਨਾ ਗੱਲ ਰੱਖਣੀ ਚਾਹੂੰਗਾ, ਸਿਰਫ 2 ਮਿੰਟ ਤੁਹਾਡੇ ਹੋਰ ਲਵਾਂਗੇ। ਮੈਂ ਮਾਫੀ ਮੰਗਦਾ ਵੀ ਕਾਫੀ ਟਾਈਮ ਵੀ ਹੋ ਗਿਆ। ਪਹਿਲੀ ਗੱਲ ਤਾਂ ਸੰਗਤ ਸਮਝੇ ਵੀ ਰਾਜਨੀਤਿਕ ਵਿੰਗ ਜਾਂ ਇਹਨਾਂ ਲੋਕਾਂ ਦੀ ਮਨਸ਼ਾ ਕੀ ਆ। ਪਹਿਲੀ ਗੱਲ ਤਾਂ ਇਹ ਆ ਵੀ ਤੁਹਾਨੂੰ ਪਹਿਲੀ ਗੱਲ ਤਾਂ ਇਹਨਾਂ ਨੇ ਗੁਰੂ ਨਾਲੋਂ ਤੋੜਿਆ, ਗੁਰੂ ਦੇ ਵਚਨਾਂ ਨਾਲੋਂ ਤੋੜਿਆ। ਦੂਜਾ, ਤੁਹਾਨੂੰ ਇਹ ਸਮਾਜ ਨਾਲੋਂ ਤੋੜ ਰਿਹਾ। ਕਿੱਦਾਂ ਤੋੜ ਰਿਹਾ ਬਈ? ਗੁਰੂ ਦਾ ਵਚਨ ਤਾਂ ਕਹਿੰਦੇ ਵੀ ਉਹਦੀ ਤਾਂ ਮਾਫੀ ਮਿਲ ਜੂ, ਵੀ ਉਹਦੀ ਉਲੰਘਣਾ ਕਰਤੀ, ਪਰ ਸਾਡਾ ਰਾਜਨੀਤਿਕ ਵਿੰਗ ਵਾਲਿਆਂ ਦਾ ਜੇ ਤੁਸੀਂ ਕਹਿਣਾ ਨਾ ਮੰਨਿਆ ਤੁਹਾਨੂੰ ਮਾਫੀ ਨਹੀਂ ਮਿਲਣੀ। ਦੂਜੀ ਗੱਲ ਬਈ, ਜਿਹੜੀਆਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਲੋਕ ਮੂੰਹ ਨਹੀਂ ਲਾ ਰਹੇ, ਜਿੰਨਾ ਪਾਰਟੀਆਂ ਨੇ, ਮੰਨ ਲਓ ਬੀਜੇਪੀ ਦੀ ਗੱਲ ਕਰੀਏ, 700 ਕਿਸਾਨ ਮਰਵਾਤਾ ਸਾਰੇ ਪੰਜਾਬ ਦੇ ਵਿੱਚ, ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ। ਜਾਂ ਅਕਾਲੀ ਦਲ ਨੂੰ ਨਸ਼ਿਆਂ ਦੀ ਪਾਰਟੀ ਮੰਨਿਆ ਜਾ ਰਿਹਾ, ਬਈ ਏਦਾਂ ਲੋਕਾਂ ਦੇ ਵਿੱਚ ਪੂਰਾ ਰੋਹ ਆ, ਉਹਨਾਂ ਨੂੰ ਪਿੰਡਾਂ 'ਚ ਵੀ ਤੱਕ ਨਹੀਂ ਵੜਨ ਦਿੱਤਾ ਗਿਆ। ਕਈ ਥਾਂ ਤੇ ਉਹਨਾਂ ਦੇ ਮੰਨ ਲਓ ਪੋਲਿੰਗ ਬੂਥ ਵੀ ਨਹੀਂ ਲੱਗੇ ਕਈ ਪਾਰਟੀਆਂ ਦੇ। ਤਾਂ ਉਹਨਾਂ ਲੋਕਾਂ ਨਾਲ ਤੁਹਾਨੂੰ ਖੜਾ ਕਰਕੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਦੇ ਵੀ ਖਿਲਾਫ ਕੀਤਾ ਜਾ ਰਿਹਾ। ਸਾਧ ਸੰਗਤ ਜੀ, ਹੱਥ ਬੰਨ ਕੇ ਬੇਨਤੀ ਆ, ਬਾਈ ਤੁਸੀਂ ਆਪਣੇ ਗੁਰੂ ਦੇ ਖਿਲਾਫ, ਆਪਣੇ ਖਿਲਾਫ ਏਦਾਂ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਨਾ ਭਰੋ। ਹੱਥ ਬੰਨ ਕੇ ਬੇਨਤੀ ਆ, ਬਾਈ ਗੁਰੂ ਦਾ ਵਚਨ ਮੰਨੋ, ਸਾਡੀ ਕੋਈ ਗੱਲ ਮੰਨਣ ਦੀ ਲੋੜ ਨਹੀਂ। ਅਸੀਂ ਕਹਿੰਦੇ ਆ ਵੀ ਸਿਰਫ ਗੁਰੂ ਦੇ ਵਚਨ ਸੁਣੋ ਤੇ ਗੁਰੂ ਦੀ ਆਨ ਬਾਨ ਸ਼ਾਨ ਲਈ ਤੁਸੀਂ ਪੜ੍ਹਨ ਕਰੋ ਤੇ ਉਹਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖੋ। ਸੋ ਬਾਈ ਜੀ, ਮੇਰੇ ਖਿਆਲ 'ਚ ਹੁਣ ਤੁਸੀਂ ਸਮਾਪਤੀ ਵੱਲ ਵਧੋ। ਜੀ 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 ਬਿਲਕੁਲ ਬਿਲਕੁਲ। ਮੈਂ ਤਾਂ ਆਪਣੇ ਦਿਲੋਂ ਇਹ ਅਰਦਾਸ ਕਰਦਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਦੇ ਵਿੱਚ, ਦਾਤਿਆ ਤੇਰੀ ਮਰਜ਼ੀ ਦੇ ਖਿਲਾਫ ਇਹ ਰਾਜਨੀਤਿਕ ਵਿੰਗ ਬਣਿਆ। ਇਸ ਰਾਜਨੀਤਿਕ ਵਿੰਗ ਨੇ ਮਤਲਬ ਬਹੁਤ ਸਾਨੂੰ ਏਦਾਂ ਦੇ ਜ਼ਖਮ ਦਿੱਤੇ ਨੇ ਜੋ ਸ਼ਾਇਦ ਏਦਾਂ ਦੇ ਜ਼ਖਮ ਨੇ ਜੋ ਕਦੇ ਸ਼ਾਇਦ ਨਾ ਭਰਨ। ਔਰ ਮੈਂ ਤਾਂ ਤੇਰੇ ਚਰਨਾਂ 'ਚ ਅਰਦਾਸ ਕਰਦਾ ਪਿਤਾ ਜੀ, ਤੁਹਾਡੀ ਮਰਜ਼ੀ ਦੇ ਖਿਲਾਫ ਬਣੇ ਹੋਏ ਇਸ ਰਾਜਨੀਤਿਕ ਵਿੰਗ ਨੂੰ ਜਲਦੀ ਖਤਮ ਕਰ, ਜਲਦੀ ਭੰਗ ਕਰ, ਤਾਂ ਕਿ ਸਾਡੇ ਡੇਰੇ ਸੱਚੇ ਸੌਦੇ ਦੀ ਸਾਖ ਜੋ ਸ਼ੁਰੂ ਤੋਂ ਇਸ ਦੁਨੀਆ ਦੇ ਵਿੱਚ ਬਣੀ ਸੀ ਉਹ ਬਰਕਰਾਰ ਰਹਿ ਸਕੇ ਔਰ ਕਾਇਮ ਹੋਵੇ। ਔਰ ਪਿਤਾ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਆਪ ਜੀ ਜਲਦੀ ਆਪਣੀ ਸਾਰੀ ਸਾਧ ਸੰਗਤ ਦੇ ਵਿੱਚ ਵਾਪਸ ਆਓ। ਸਾਡੀਆਂ ਅੱਖਾਂ ਤੁਹਾਡੇ ਦਰਸ਼ਨਾਂ ਨੂੰ ਤਰਸ ਰਹੀਆਂ ਨੇ।
ਅਸੀਂ ਜਲਦੀ ਤੁਹਾਡਾ ਸਤਸੰਗ ਸੁਣਨਾ ਚਾਹੁੰਦੇ ਹਾਂ, ਅਸੀਂ ਫੇਰ ਉਦਾਂ ਹੀ ਸੇਵਾ ਤੇ ਜਾਣਾ ਚਾਹੁੰਦੇ ਹਾਂ। ਪਿਤਾ ਜੀ ਤੁਹਾਡੇ ਚਰਨਾਂ 'ਚ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਆਪ ਜੀ ਆਪਣੀ ਸਾਰੀ ਸਾਧ ਸੰਗਤ ਨੂੰ ਮਾਫ ਕਰਕੇ ਜਲਦੀ ਆਪਣੀ ਸਾਧ ਸੰਗਤ ਦੇ ਵਿੱਚ ਵਾਪਸ ਆਓ ਜੀ। ਤੇ ਇਸ ਅਰਦਾਸ ਦੇ ਨਾਲ ਆਪਾਂ ਸਾਰੀ ਸਾਧ ਸੰਗਤ ਨੇ ਇੱਕ ਵਾਰ ਜ਼ੋਰਦਾਰ ਨਾਰਾ ਲਗਾਉਣਾ, ਉਸ ਤੋਂ ਬਾਅਦ ਆਪਾਂ ਅਰਦਾਸ ਬੋਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਹਜ਼ੂਰ ਪਿਤਾ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਵਾਪਸੀ ਲਈ ਆਪਾਂ ਇੱਕ ਨਾਰਾ ਲਗਾਵਾਂਗੇ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਔਰ ਆਪਾਂ ਅਖੀਰ ਦੇ ਵਿੱਚ ਅਰਦਾਸ ਕਰਦੇ ਹੋਏ ਸੈਮ ਜੀ ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਸੈਮ ਜੀ ਭਾਈ, ਇੱਕ ਨਾ ਦੀਪ ਕੌਰ ਨਾਂ ਤੇ ਆਈਡੀ ਆ, ਤੇ ਬਣਾਈ ਭੈਣ ਦੇ ਨਾਂ ਤੇ ਬੈਠਾ, ਤੇ ਪਰ ਭਾਸ਼ਾ ਭਾਈ ਵਾਲੀ ਆ। ਵੀ ਭਾਈ ਸਾਹਿਬ, ਜੇਕਰ ਸਾਨੂੰ ਕੁਝ ਲਿਖਣਾ ਵੀ ਆ ਨਾ ਤਾਂ ਘੱਟੋ ਘੱਟ ਭੈਣ ਵਾਲੀ ਵਰਡਿੰਗ ਤੇ ਤਾਂ ਨਾ ਆਓ, ਭਾਸ਼ਾ ਤੁਹਾਡੀ ਬੰਦੇ ਵਾਲੀ ਆ। ਸਾਨੂੰ ਵੀ ਪਤਾ ਲੱਗ ਰਿਹਾ ਵੀ ਤੁਸੀਂ ਜਾਲੀ ਆਈਡੀ ਬਣਾਈ ਆ, ਤੇ ਭਾਸ਼ਾ ਤਾਂ ਘੱਟੋ ਘੱਟ ਭੈਣ ਵਾਲੀ ਰੱਖ ਕੇ ਗੱਲ ਕਰ ਲੈਂਦਾ। ਤੇ ਬੰਦਿਆਂ ਵਾਲੀ ਗੱਲ ਕਰ ਰਿਹਾ ਤੇ ਆਈਡੀ ਭੈਣ ਵਾਲੀ ਬਣਾਈ ਬੈਠਾ। ਭਰਾਵਾ ਦੀਪ ਸਿੰਘ ਲਿਖ ਲੈਂਦਾ, ਦੀਪ ਕੌਰ ਨਾ ਲਿਖਦਾ ਤੇ ਕਹਿਣੀ ਸੀ ਗੱਲ, ਸਾਨੂੰ ਫਿਰ ਵੀ ਪਤਾ ਲੱਗ ਜਾਂਦੀ ਸੀ ਬਾਈ ਜੀ। ਪਰ ਇਹ ਜਿਹੜੇ ਬੰਦੇ 'ਚ ਹਿੰਮਤ ਨਹੀਂ ਹੈਗੀ ਸਾਹਮਣੇ ਤੋਂ ਗੱਲ ਕਰਨ ਦੀ, ਉਹ ਸਾਨੂੰ ਦੱਸ ਰਿਹਾ ਲਾਹਨਤੀ। ਤੇ ਲਾਹਨਤੀ ਤਾਂ ਤੂੰ ਆ ਭਰਾਵਾ, ਜਿਹੜਾ ਭੈਣ ਦੀ ਆਈਡੀ ਬਣਾ ਕੇ ਭਾਈ ਛੁਪਿਆ ਬੈਠਾ ਉਹਦੇ ਪਿੱਛੇ। ਤਾਂ ਸਾਧ ਸੰਗਤ ਜੀ ਮਾਫੀ ਚਾਹੁੰਦੇ ਆ, ਤੇ ਬਾਈ ਨਾਰਾ ਲਾਈਏ। ਨਹੀਂ ਕੋਈ ਗੱਲ ਨਹੀਂ, ਸੱਚ ਕਸੇਮ ਜੀ ਇਹ ਚੀਜ਼ ਜ਼ਰੂਰੀ ਹੈ। ਅਸੀਂ ਜੋ ਬੋਲ ਰਹੇ ਸ਼ਰੇਆਮ ਬੋਲ ਰਹੇ ਹਾਂ, ਅਸੀਂ ਆਪਣੀ ਓਰੀਜਨਲ ਆਈਡੀ ਤੋਂ ਬੋਲ ਰਹੇ ਹਾਂ। ਸਾਡੀ ਵੀਡੀਓ ਸਾਹਮਣੇ ਸਾਰੀ ਸਾਧ ਸੰਗਤ ਦੇਖ ਰਹੀ ਹੈ। ਅਸੀਂ ਕੁਝ ਲੁਕਾ ਛੁਪਾ ਕੇ ਤਾਂ ਬੋਲ ਨਹੀਂ ਰਹੇ, ਜੋ ਬੋਲ ਰਹੇ ਸਾਹਮਣੇ ਬੋਲ ਰਹੇ। ਜਿਹਨੇ ਸਾਡੇ ਨਾਲ ਗੱਲ ਕਰਨੀ ਹੈ ਜਦੋਂ ਮਰਜ਼ੀ ਆ ਜਾਵੇ, ਜਦੋਂ ਮਰਜ਼ੀ ਫੋਨ ਕਰ ਲਵੇ। ਨੰਬਰ ਮੇਰਾ 8837629132, ਜਦੋਂ ਮਰਜ਼ੀ ਫੋਨ ਕਰ ਲਓ। ਆਈਡੀਆਂ ਬਣਾ ਕੇ, ਜਾਲੀ ਆਈਡੀਆਂ ਬਣਾ ਕੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਅਗਰ ਤੁਹਾਡੇ 'ਚ ਦਮ ਹੈ, ਅਗਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਹਮਣੇ ਆ ਕੇ ਗੱਲ ਕਰੋ। ਚਲੋ ਆਪਾਂ ਅਰਦਾਸ ਲਗਾਉਣੇ, ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਹੇ ਮਾਲਿਕ, ਤੈਨੂੰ ਲਾਜ ਹੈ, ਹੁਣ ਬਹੁਤ ਹੋ ਗਿਆ। ਤੂੰ ਦਇਆ ਮੇਰ ਰਹਿਮਤ ਕਰ, ਤੇਰੇ ਪਿਆਰ ਮੁਹੱਬਤ ਦੇ ਰਾਹ ਸਾਨੂੰ ਕੋਈ ਤਕਲੀਫ ਨਾ ਆਏ। ਤੂੰ ਐਸੀ ਰਹਿਮਤ ਬਖਸ਼ ਔਰ ਸਭ ਨੂੰ ਸੁਮਤ ਦੇ। ਕਿਹਨੂੰ ਕਿਸ ਤਰ੍ਹਾਂ ਦੇਣੀ ਹੈ ਉਹ ਤੂੰ ਸਭ ਜਾਣਦਾ ਹੈ। ਜਿਸ ਨੂੰ ਜੈਸੀ ਦੇਣੀ ਹੈ ਵੈਸੀ ਦੇ, ਉਹ ਤੇਰੀ ਮਰਜ਼ੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।